ਤੇ ਚੰਨ ਨੂੰ ਹਲਾਲ ਕਿਹਾ ਜਾਂਦਾ ਹੈ ਤੇ ਆਖਰ ਵਾਲੇ ਨੂੰ ਬਦਰ ਕਿਹਾ ਜਾਂਦਾ ਹੈ। मेरे मुताबिक अस्सलाम वालेकुम सब तो पहले ते भाई जी मेरे मुताबिक जी चीज नहीं मैं ਉਹਦੇ ਬਾਰੇ ਕੀ ਕਹਿ ਸਕਦਾ ਲੇਕਿਨ ਜਿਹੜਾ ਪਹਿਲੀ ਰਾਤ ਦਾ ਚੰਨ ਹੁੰਦਾ ਹੈ ਉਹ ਤੇ ਮਤਲਬ ਮੁਸ਼ਕਲ ਨਜ਼ਰ ਆਉਂਦਾ ਹੈ ਤੇ ਉਹਦੇ ਵਿੱਚ ਤੁਸੀਂ ਗ੍ਰਹਿਣ ਜਿਹੜਾ ਹਾਸਲ ਕਰਕੇ ਕੀ ਕਰੋਗੇ? ਨਹੀਂ ਤੇ ਜਿਹੜਾ ਉਹ ਕੀ ਗੁਨਾਹ ਨਹੀਂ ਉਹ ਕਿਸ ਤਰ੍ਹਾਂ ਗੁਨਾਹਿਆ ਕਿਸ ਤਰ੍ਹਾਂ ਜਾਏਗਾ ਮੈਨੂੰ ਇਹ ਸਮਝਾਓ। ਉਹ ਤਾਂ ਕਈ ਵਾਰੀ ਜਿਹੜਾ ਹੈ ਉਹ ਪਤਾ ਵੀ ਨਹੀਂ ਲੱਗਦਾ ਬਲਕਿ ਰੋਏ ਤੇ ਹਲਾਲ ਕਮੇਟੀਆਂ ਜਿਹੜੀਆਂ ਨੇ ਉਹਨਾਂ ਨੂੰ ਐਡੀ ਐਡੀ ਵੱਡੀ ਮਸ਼ੀਨਰੀ ਜਿਹੜੀ ਹੈ ਉਹਦੇ ਨਾਲ ਉਹ ਦੇਖਣਾ ਪੈਂਦਾ ਤੇ ਉਹਦੇ ਗ੍ਰਹਿਣ ਦੀ ਜਿਹੜੀ ਉਹ ਸਮਝਾਓ ਜ਼ਰਾ ਫਲਸਫਾ ਉਹਦੇ ਗ੍ਰਹਿਣ ਦਾ ਕੀ ਮਸਲਾ ਹੈ? ਜਿਹੜਾ ਮੁਤਾਬਕ ਪਹਿਲੀ ਰਾਤ ਦੇ ਚੰਨ ਤੇ ਆਣਾ ਚਾਹੀਦਾ ਗ੍ਰਹਿਣ। ਜਿਹੜਾ ਮੈਂ ਸਵਾਲ ਕੀਤਾ ਉਹਦਾ ਜਵਾਬ ਕੋਈ ਨਹੀਂ। ਮੈਂ ਤਾਂ ਤੁਹਾਨੂੰ ਕਹਿਤਾ ਕਿ ਨਹੀਂ ਮੈਨੂੰ ਉਸ ਬਾਰੇ ਨਹੀਂ ਪਤਾ ਕਿ ਜਿਹੜਾ ਚੰਨ ਹੈ ਉਹਨੂੰ ਪਹਿਲੀ ਰਾਤ ਦੇ ਚੰਨ ਨੂੰ ਅਸੀਂ ਤੇ ਹਲਾਲ ਹੀ ਸੁਣਿਆ ਹੈ, ਹਲਾਲ ਕਹਿੰਦੇ ਨੇ ਲੇਕਿਨ ਉਹਨੇ ਲੰਮੀਆਂ ਤਫਸੀਰਾਂ ਡਿਟੇਲਾਂ ਇਹ ਤੇ ਆਲਮਾਂ ਦਾ ਕੰਮ ਹੈ ਨਾ ਮੇਰਾ ਤਾਂ ਨਹੀਂ ਤਾਂ ਮੋਟਾ ਮੋਟਾ ਇਸਲਾਮ ਜੋ ਸਮਝ ਆਈ ਉਹਦੀ ਗੱਲ ਕਰ ਸਕਦੇ ਹਾਂ ਲੇਕਿਨ ਜਿਹੜਾ ਤੁਸੀਂ ਇੰਨੇ ਟਾਈਮ ਦਾ ਗ੍ਰਹਿਣ ਤੇ ਲੱਗੇ तो मनो ये समझा दो कि जरा पहला ग्रहण होएगा पहली रात दा वो किस तरह दा ग्रहण होएगा? अच्छा बशीरुद्दीन महमूद अहमद साहब दी इस गल नाल तुसीं दसना तुसीं मुतफिक हो या नहीं। सुन नजर कहंदे ने खुदा ताला रसूल करीम सल्लल्लाहु अलैहि वसल्लम के अंजार नाम और दुश्मनों पर गलबा के मतलब कमर को पेश करता है और कमर का वजूद बाज पेशगोइयों के लिहाज से हजरत मसीह मऊद का वजूद है। आपको बदर भी कहा गया मगर बदर भी कमर का नाम है। कमर बदर नहीं होता लेकिन बदर जरूर कमर होता है। इसी तरह कमर हिलाल नहीं होता मगर हिलाल जरूर कमर होता है क्योंकि चांद का आम नाम है। कमर जो है ये चांद का आम नाम है, ख्वाह चांद पहले दिन का हो, दूसरे दिन का हो या तीसरे या चौथे दिन का हो, खा 14वीं का हो या 26वें या 27वें दिन का हो। बाज कैफियतों के लिहाज से यह हलाल कहलाता है लेकिन इसका नाम पूरे महीने के लिहाज से कमर ही होता है। इस बात से मुतफिक हैं कि नहीं मुतफिक बशीरुद्दीन महमूद अहमद साहब? मतलब ये दुरुस्त है कहते मतलब इतराज अली तानू की इतराज लगता मैं तो मुतफिक हाँ मेरे तो मुर्शिद खाना ना मैं तो होना है। अच्छा ਮੈਨੂੰ ਇਤਰਾਜ਼ ਹੈ ਕਿ ਜਿਹੜੀ ਹਦੀਸ ਹੈ ਨਾ ਉਹਦੇ ਚ ਲਫ਼ਜ਼ ਆਏ ਨੇ ਕਮਰ ਦੇ। ਹਾਂਜੀ ਪਤਾ ਜੀ ਉਹਦੇ ਚ ਅਲਫਾਜ਼ ਹਦੀਸ ਦੇ ਇਹ ਹਦੀਸ ਦੇ ਅਲਫਾਜ਼ ਨੇ हाँ जी इन्नल महदीन आयतैन लम तकून मंज़ु खलक़ अस्समावाति वल अर्द यनकसिफुल कमर लिअव्वल लैलतिन मिन रमज़ान। ਇਹ ਹੁਣ ਜਿਹੜੀ ਅਮਰ ਨਜ਼ੀਰ ਸਾਹਿਬ ਮੈਨੂੰ ਜਿਹੜੀ ਸਮਝ ਆਏਗੀ ਨਾ ਇਸ ਗੱਲ ਦੀ ਉਹ ਮੈਂ ਤੁਹਾਡੀ ਖਿਦਮਤ ਵਿੱਚ ਪੇਸ਼ ਕਰਨ ਲੱਗਾ। नहीं ये ना करो ना मैं गल पूरी कर लेना फिर चलो कर लो वो तो वैसे उस हदीस दा तो ਮੈਨੂੰ ਪਤਾ ਹੈਗਾ ਨਾ ਉਹਦੇ ਤੇ ਤੁਸੀਂ ਬੋਲ ਰਹੇ ਹੋ ਨਹੀਂ ਉਸ ਹਦੀਸ ਉੱਤੇ ਜਿਹੜਾ ਮਸਲਾ ਖੜਾ ਹੋਇਆ ਨਾ ਅੱਛਾ ਉਹ ਤੇ ਸੁਣ ਲਓ ਨਾ ਪਹਿਲੇ। ਕਰ ਲਓ ਸੁਣਾ ਦੇ ਮੈਂ ਬੜਾ ਨਾ ਹੀ ਸਾਬਰ ਰਹ ਲਿਆ ਫਿਰਕਾ ਸਾਬਰੀਆ ਦਾ ਮੈਂ ਸਰਬਰਾਹ ਹੈਗਾ ਜੇ ਮੇਰੀ ਬੈਤ ਵਿੱਚ ਕੋਈ ਨਹੀਂ ਆਇਆ। ਅੱਛੀ ਗੱਲ ਹੈ ਨਜ਼ੀਰੀਆ ਵੀ ਹੈ ਹੁਸੈਨੀਆ ਵੀ ਹੈ ਹੋਰ ਵੀ 5-7 ਹੈ। मैं कहा असं भी बना लिए मौजा ही मौजा ने इस काम में। मिर्जा साहब कहते हैं कि इन मौलवियों ने ये अहमकाना उज़र पेश कर दिया कि इस पेशगोई के ये मानी है कि चांद को रमजान की पहली रात में ग्रहण लगेगा, 15 तारीख को सूरज को ग्रहण होगा, 15वें रोजे लाहौल वाला कुव्वत है। इन आमकों ने ये मानी किस लफ्ज से समझ ली? ए नादानो, आंखों के अंधों, मौलवियत को बदनाम करने वालों,
जरा सोचो कि हदीस में चांद ग्रहण में कमर का लफ्ज आया है, बस अगर ये मकसूद होता कि पहली रात में चांद ग्रहण होगा तो हदीस में कमर का लफ्ज नहीं आता बल्कि हिलाल का लफ्ज आता। यह मसला खड़ा होया है कि बशीरुद्दीन महमूद अहमद साहब जवाब दे रहे ने कि अब्बा जी चंद ਜਿਹੜਾ ਹੁੰਦਾ ਨਾ ਪੂਰੇ ਮਹੀਨੇ ਦਾ ਉਹਨੂੰ ਕਮਰ ਹੀ ਆਖੀਦਾ, ਭਾਵੇਂ ਉਹ ਪਹਿਲੀ ਰਾਤ ਦਾ ਹੋਵੇ ਭਾਵੇਂ ਉਹ 28ਵੀਂ ਰਾਤ ਦਾ ਹੋਵੇ। ਉਹਨੂੰ ਹਲਾਲ ਆਖੋ ਤਾਂ ਵੀ ਉਹ ਕਮਰ ਹੈ, ਉਹਨੂੰ ਬਦਰ ਆਖੋ ਤਾਂ ਵੀ ਉਹ ਕਮਰ ਹੀ ਹੈ। ਹਾਂਜੀ ਹਰ ਹਲਾਲ ਕਮਰ ਹੁੰਦਾ ਹੈ ਪਰ ਹਰ ਕਮਰ ਹਲਾਲ ਨਹੀਂ ਹੁੰਦਾ। ਕਮਰ ਕਦੇ ਹਲਾਲ ਹੁੰਦਾ ਕਦੇ ਬਦਰ ਹੁੰਦਾ ਹੈ, ਲੇਕਿਨ ਹੁੰਦਾ ਉਹ ਕਮਰ ਹੀ ਹੈ। ਸਾਰੇ ਮਹੀਨੇ ਦਾ ਚੰਨ ਜਿਹੜਾ ਉਹਨੂੰ ਕਮਰ ਹੀ ਅੱਬਾ ਜੀ ਆਖੀਦਾ। ਇਹ ਬੇਟਾ ਜਵਾਬ ਦੇ ਰਿਹਾ, ਅੱਬਾ ਜੀ ਮੰਨ ਨਹੀਂ ਰਹੇ। ਇਹ ਮਸਲਾ ਖੜਾ ਹੋਇਆ। ਨਹੀਂ ਇਹਦੇ ਚ ਕੋਈ ਐਡਾ ਕੋਈ ਤਜ਼ਾਦ ਹੈ ਨਹੀਂ। ਮੈਂ ਹੁਣ ਉਹਦੇ ਚ ਮੈਨੂੰ ਇਜਾਜ਼ਤ ਹੈ ਕਿ ਮੈਂ ਕੁਝ ਹਾਂਜੀ ਮੈਨੂੰ ਸਮਝ ਆਈ। ਮੈਂ ਅਸਲ ਚ ਚਾਂਦ ਜਿਹੜਾ ਨਾ ਇਹਨੂੰ ਕਮਰ ਹੀ ਇਹਦਾ ਨਾਂ ਹੈ ਅਸਲ ਵਿੱਚ। ਅਸ਼ਮਸੋ ਕਮਰ ਮਤਲਬ ਕੁਰਾਨ ਕਰੀਮ ਦੀ ਆਇਤ ਵੀ ਮੇਰਾ ਖਿਆਲ ਹੈ ਵਲ ਕਮਰ ਹੈਗੀ। ਮਤਲਬ ਕੁਰਾਨ ਸ਼ਰੀਫ ਦੇ ਵਿੱਚ ਨਾਮ ਵੀ ਉਹਦਾ ਕਮਰ ਆਇਆ ਹੋਇਆ। ਇਹ ਬਿਹਤਰ ਹੈ ਕਿ ਗਲਤੀ ਤੋਂ ਬਚਣ ਵਾਸਤੇ ਮੈਂ ਇਹ ਲਫ਼ਜ਼ ਇਸਤੇਮਾਲ ਕਰਾਂ। ਬਾਕੀ ਜਿਹੜੀ ਹਲਾਲ ਹੈ ਬਦਰ ਹੈ ਜਾਂ ਉਹ ਮੁਖਤਲਿਫ ਉਹਦੀ ਕੈਫੀਆਤ ਹੈਗੀਆਂ ਨੇ ਕਿ ਪਹਿਲੀ ਜਿਹੜਾ ਤਰੀਕਾ ਚ ਹੁੰਦਾ ਉਹਨੂੰ ਤੁਸੀਂ ਹਲਾਲ ਦੇ ਨਾਲ ਹੁੰਦਾ ਕਿਉਂਕਿ ਉਹ ਬਿਲਕੁਲ ਆਪਣੀ ਜ਼ਾਤ ਛੋਟਾ ਹੁੰਦਾ। ਤੇ ਬਦਰ ਜਿਹੜਾ ਉਹ ਫਿਰ ਪੂਰਾ ਚੰਨ ਹੋ ਜਾਂਦਾ ਨਾ, ਲੇਕਿਨ ਰਹਿੰਦਾ ਉਹ ਕਮਰ ਹੀ ਹੈ। ਇਹਦੇ ਚ ਮਤਲਬ ਏਡੀ ਮੁਸ਼ਕਿਲ ਕਿਹੜੀ ਆ ਗਈ। ਮੈਂ ਤਾਂ ਤੁਹਾਡੇ ਕੋਲ ਸਮਝ ਕੇ ਤੁਹਾਡੀ ਖਿਦਮਤ ਵਿੱਚ ਜਿਹੜੇ ਉਹ ਗੱਲ ਮੈਨੂੰ ਸਮਝ ਆ ਗਈ। ਇਹਦੇ ਕੋਲ ਏਡਾ ਵੱਡਾ ਕੋਈ ਤਜ਼ਾਦ ਹੈ ਨਹੀਂ ਪਿਓ ਪੁੱਤਰ। ये भी मैं नहीं हरे समझा सकिया। ਇੱਕ ਮਿੰਟ ਥੋੜਾ ਜਿਹਾ ਜਿਹੜਾ ਨਾ ਬਜਾਏ ਇਸਦੇ ਕਿ ਮੈਂ ਜਿਹੜਾ ਤੁਹਾਨੂੰ ਜਿਹੜਾ ਚੁਟਲਾਵਾ ਉਹਨਾਂ ਬਿਹਤਰ ਇੱਕ ਦੂਸਰੇ ਦੇ ਵਾਸਤੇ ਆਸਾਨੀ ਪੈਦਾ ਕਰੀਏ, ਸਮਝੀਏ ਤੇ ਸਮਝਾਈਏ। जी जी ਚਾਂਦ ਜਿਹੜਾ ਹੈ ਸਾਡੀ ਜ਼ੁਬਾਨ ਵਿੱਚ ਪੰਜਾਬੀ ਚ ਇਹਨੂੰ ਚੰਨ ਆਖਦੇ ਹਾਂ ਅਸੀਂ, ਤੇ ਉਰਦੂ ਵਿੱਚ ਚਾਂਦ ਅਖਵਾਉਂਦਾ ਹੈ। ਅਰਬੀ ਚ ਅਮੂਮੀ ਰੰਗ ਚ ਇਹਦਾ ਕੀ ਨਾਮ? कमर हो, कमर 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 ਜਜ਼ਾਕੱਲਾ ਨਹੀਂ ਮਵਾਨ ਸਾਹਿਬ। ਬਾਕੀ ਜਿਹੜੀ ਹਲਾਲ ਔਰ ਬਦਲ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਉਹ ਉਹਦੀ ਮੁਖਤਲਿਫ ਕਾਫੀਆਤ ਨੇ ਉਹਦੀਆਂ ਡੇਟਾਂ ਦੇ ਹਿਸਾਬ ਨਾਲ। ਹੋਰ ਉਹਦੇ ਕੀ ਐਡਾ ਵੱਡਾ ਕੋਈ ਮਸਲਾ ਤੇ ਮੇਰਾ ਖਿਆਲ ਕੋਈ ਨਹੀਂ। ਔਰ ਹਲਾਲ ਨੂੰ ਜਿੱਥੇ ਖਾਣਾ ਹੋਇਆ ਨਾ ਜਿਸਲੇ ਦੇਖੋ ਮੌਲਵੀ ਸਾਹਿਬ ਆਪਣੇ ਮੇਰੇ ਅਕੀਦੇ ਨੂੰ ਜਾਂ ਮੇਰੇ ਈਮਾਨ ਦੀ ਬਜਾਏ ਤੁਸੀਂ ਖੁਦ ਇਸ ਚੀਜ਼ ਤੇ ਗੌਰ ਕਰੋ ਕਿ ਜਿਹੜਾ ਹਲਾਲ ਹੋਏਗਾ ਉਹ ਮਤਲਬ ਅਗਰ ਉਹਨੂੰ ਗ੍ਰਹਿਣ ਲੱਗੇਗਾ ਤੇ ਉਹ ਤੇ ਆਲਰੇਡੀ ਉਹ ਤੇ ਹੁੰਦਾ ਹੀ ਛੁਪਿਆ ਹੋਇਆ। ਨਹੀਂ ਉਹਨੂੰ ਛੱਡ ਦੋ। ਹਲਾਲ ਨੂੰ ਕਮਰ ਕਿਹਾ ਜਾ ਸਕਦਾ ਕਿ ਨਹੀਂ ਕਿਹਾ ਜਾ ਸਕਦਾ? ਇਹ ਦੱਸ। ਹਲਾਲ ਜਿਹੜਾ ਹੈ ਕਮਰ ਦੀ ਇੱਕ ਪੋਜੀਸ਼ਨ ਹੈ, ਕੰਡੀਸ਼ਨ ਹੈ, ਉਹਦੀ ਪੋਜੀਸ਼ਨ ਹੈ। ਅਗਰ ਹਦੀਸ ਦੇ ਵਿੱਚ ਲਫ਼ਜ਼ ਕਮਰ ਦੇ ਆਏ ਨੇ ਹਾਂਜੀ ਉਹਦੇ ਤੋਂ ਮੁਰਾਦ ਹਲਾਲ ਹੋ ਸਕਦਾ ਹੈ ਕਿ ਨਹੀਂ? ਜੇ ਉਹਦੇ 'ਚ ਹਲਾਲ ਲਿਖਿਆ ਹੋਇਆ ਤਾਂ ਫਿਰ ਹੋ ਸਕਦਾ, ਜੇ ਨਹੀਂ ਲਿਖਿਆ ਤਾਂ ਅਗਰ ਨਾ ਲਿਖਿਆ ਹੋਵੇ ਤਾਂ ਫਿਰ ਨਹੀਂ ਹੋ ਸਕਦਾ। ਇਹ ਫਿਰ ਹੁਣ ਇਹ ਮੁਮਕਿਨਾਤ ਹੈ ਤੇ ਸਭ ਕੁਝ ਹੋ ਸਕਦਾ, ਅਸੀਂ ਜੋ ਮਰਜ਼ੀ ਕਰ ਲਈ। ਨਹੀਂ ਨਹੀਂ ਐ ਹੁਣੀ ਤੁਸੀਂ ਖੁਦ ਕਿਹਾ ਹੈ ਕਿ ਜਿਹੜਾ ਹਲਾਲ ਹੈ ਉਹਦੀ ਇੱਕ ਕੈਫੀਅਤ ਹੈ। ਹਾਂ ਬਦਰ ਔਰ ਹਲਾਲ ਉਹਦੀ ਕੈਫੀਅਤ ਨੇ। ਹਾਂਜੀ ਕਮਰ ਉਹਦਾ ਨਾਂ ਹੈ। ਹਾਂ ਤੇ ਹਦੀਸ ਦੇ ਵਿੱਚ ਜਿਹੜਾ ਲਫ਼ਜ਼ ਕਮਰ ਆਇਆ ਨਾ ਹਾਂਜੀ ਉਹਦੇ ਤੋਂ ਮੁਰਾਦ ਹਲਾਲ ਵੀ ਹੋ ਸਕਦਾ, ਬਦਰ ਵੀ ਹੋ ਸਕਦਾ। ਮਿਰਜ਼ਾ ਸਾਹਿਬ ਆਂਦੇ ਨੇ ਕਿ ਜੇ ਪਹਿਲੀ ਰਾਤ ਦਾ ਹੋਣਾ ਸੀ ਤੇ ਫਿਰ ਹਲਾਲ ਆਉਣਾ ਚਾਹੀਦਾ ਸੀ। ਲਫ਼ਜ਼ ਕਮਰ ਆਇਆ ਹੈ, ਹਾਂਜੀ ਲਿਹਾਜ਼ਾ ਮੈਂ ਉਹਨੂੰ ਹਲਾਲ ਨਹੀਂ ਮੰਨਣਾ। ਮਿਰਜ਼ਾ ਸਾਹਿਬ ਇਹ ਕਹਿੰਦੇ ਤੇ ਠੀਕ ਹੈ, ਉਹ ਉਸ ਲਿਹਾਜ਼ ਨਾਲ ਠੀਕ ਕਰ ਰਹੇ ਨੇ ਨਾ। ਉਹ ਤੇ ਠੀਕ ਕਹਿ ਰਹੇ ਨੇ। ਫਿਰ ਅੱਗੋਂ ਬੇਟਾ ਖੜਾ ਹੋਇਆ ਨਾ ਸਾਹਮਣੇ ਛਾਤੀ ਤਾਣ ਕੇ ਖਲੋਤੇ, ਉਹ ਕਹਿੰਦਾ ਹੈ ਕਿ ਜਿਹੜਾ ਉਹ ਇਸੇ ਬਾਰੇ ਤੇ ਉਹ ਵੀ ਬਹਿਸ ਕਰ ਰਹੇ ਨੇ। ਹਾਂਜੀ ਉਹ ਕਹਿ ਰਹੇ ਨੇ ਕਿ ਅੱਬਾ ਜੀ ਜਿਹੜਾ ਨਾ ਹਲਾਲ ਉਹ ਕਮਰ ਹੀ ਹੁੰਦਾ ਹੈ, ਬਦਰ ਵੀ ਕਮਰ ਹੀ ਹੁੰਦਾ ਹੈ। ਕਮਰ ਜਿਹੜਾ ਹੈ ਉਹਦੇ ਤੋਂ ਮੁਰਾਦ ਹਲਾਲ ਵੀ ਹੋ ਸਕਦਾ ਹੈ ਤੇ ਬਦਰ ਵੀ ਹੋ ਸਕਦਾ ਹੈ। ਠੀਕ ਹੈ ਤੇ ਗੱਲ ਨੂੰ ਜਾਣ ਦਿਓ। ਆਹੋ। ਮੁਸਲਮਾਨ ਸੱਚੇ ਨੇ ਤੇ ਇਹਨਾਂ ਦੀ ਗੱਲ ਮੰਨ ਜਾਓ। नहीं मुसलमान ठीक है, अल्लाह करे सच्चे होना। मेरी बड़ी नेक ख्वाहिशात तमन्नाएं मुसलमानों के साथ हैं,
ਮਤਲਬ ਇੱਕ ਚੀਜ਼ ਜਿਹੜੀ ਹੈ ਉਹ ਹਰ ਮਹੀਨੇ ਤਕਰੀਬਨ ਜਿਹੜਾ ਉਹ ਆਪਣੀ ਇਸੇ ਪੋਜੀਸ਼ਨ ਵਿੱਚ ਇਸੇ ਸੂਰਤ ਵਿੱਚ ਹੁੰਦੀ ਹੈ ਕਿ ਤੁਹਾਨੂੰ ਉਹ ਲੱਭਦਾ ਹੀ ਨਹੀਂ। ਤੇ ਉਹਦੇ ਚ ਮੈਨੂੰ ਇਹ ਸਮਝਾਓ, ਮੇਰੇ ਦਿਮਾਗ ਵਿੱਚ ਪਾਓ ਤੇ ਉਹਨੂੰ ਤੁਸੀਂ ਕਿਸ ਤਰ੍ਹਾਂ ਜਿਹੜਾ ਉਹਦਾ ਗ੍ਰਹਿਣ ਕਿਸ ਤਰ੍ਹਾਂ ਸਾਬਤ ਕਰੋਗੇ? ਜਦੋਂ ਲੱਗੇਗਾ ਤੇ ਉਹ ਤੇ ਸਾਬਤ ਹੋ ਜਾਏਗਾ। ਫਿਲਹਾਲ ਜਿਹੜੀ ਮੌਜੂਦਾ ਸੂਰਤ ਹਾਲ ਹੈ, ਸਾਇੰਸ ਜਿੱਥੇ ਤੱਕ ਪਹੁੰਚ ਚੁੱਕੀ ਹੈ, ਜਾਂ ਤਾਂ ਸਾਇੰਸ ਨੂੰ ਕਹੋ ਕਿ ਬਿਲਕੁਲ ਝੂਠ ਹੈਗਾ, ਗਲਤ ਹੈਗਾ, ਕੁਝ ਵੀ ਨਹੀਂ ਹੈ, ਹੁਣੇ ਇਹ ਸਾਇੰਸ ਝੂਠਾ ਹੈ ਤੇ ਬਾਕੀ ਜੋ ਅਸੀਂ ਕਹਿਣਾ ਉਹ ਉਸ ਨੇ ਹੀ ਹੋਣਾ। ਇਹ ਅਸੀਂ ਨਹੀਂ ਕਹਿੰਦੇ ਸਾਰੇ ਝੂਠ ਹੈ। ਸਾਇੰਸ ਨੇ ਕਈ ਝੂਠ ਵੀ ਮਾਰੇ ਨੇ, ਕਈ ਸੱਚ ਬੋਲੇ। ਨਹੀਂ ਉਹ ਮਤਲਬ ਮਫਰੂਜ਼ਿਆਂ ਤੋਂ ਔਰ ਨਜ਼ਰੀਆਤ ਤੋਂ ਕੰਮ ਸ਼ੁਰੂ ਹੁੰਦਾ ਤੇ ਫਿਰ ਕਈ ਝੂਠ ਮਾਰੇ ਨੇ ਸਾਇੰਸ ਨੇ। ਸਾਇੰਸ ਕਹਿੰਦੀ ਸੀ ਪਹਿਲਾਂ ਕਿ ਜ਼ਮੀਨ ਚਪਟੀ ਹੈ, ਫਿਰ ਕਹਿੰਦੀ ਸੀ ਗੋਲ ਹੈ, ਆਕਣ ਰਹੀ ਹੈ, ਫਿਰ ਹਰਕਤ ਸ਼ੁਰੂ ਕਰ ਦਿੱਤੀ ਸੀ। ਸਾਇੰਸ ਨੇ ਕਈ ਝੂਠ ਬੋਲੇ ਨੇ। ਅਸੀਂ ਸੂਰਜ ਆਕਣ ਰਿਹਾ, ਕਦੇ ਸੂਰਜ ਹਰਕਤ ਵਿੱਚ ਆ ਗਿਆ। ਜਿਹੜੀ ਫਾਈਨਲ ਤੇ ਆਈ ਇਹ ਚੀਜ਼ ਉਹ ਕੀ ਹੈ? ਉਹ ਕੀ ਕਹਿੰਦੇ ਨੇ ਹੁਣ ਅੱਜ ਤੇ ਇਹ ਫਾਈਨਲ ਆਈ ਹੈ ਨਾ, ਕੀ ਪਤਾ ਕੋਈ ਅਗਲੇ ਸਾਲ ਬਾਅਦ ਸਾਲਾ ਥਿਊਰੀ ਬਦਲ ਵੀ ਨਹੀਂ, ਫਿਰ ਕੇ ਕਰ ਸੋ ਬਦਲ ਕੇ ਆ। ਹਰ ਇੱਕ ਦੀ ਉਹ ਜਿਹੜੀ ਇਸਤਤਾਅਤ ਸੀ, ਅਗਰ ਉਹ ਗ੍ਰੈਜੂਅਲੀ ਉਹ ਪਹਿਲਾ ਬੰਦਾ ਜਿਹਨੇ ਕਿਹਾ ਜ਼ਮੀਨ ਚਪਟੀ ਹੈ, ਉਹ ਚਪਟੀ ਨਾ ਕਹਿੰਦਾ ਗਿਆ ਤੇ ਕੋਈ ਅੱਗੋਂ ਗੌਰ ਫਿਕਰ ਕਰਦਾ ਹੀ ਨਾ, ਤੇ ਫਿਰ ਅੱਜ ਤੱਕ ਚਪਟੀ ਸੀ। ਫਿਰ ਇਹ ਗੱਲ ਤੁਸੀਂ ਵੇਖੋ ਨਾ ਕਿ ਹਤਮੀ ਤੇ ਫਿਰਨਾ ਨਾ ਹੋਇਆ ਯਾਰ। ਤੁਸੀਂ ਕਹੋ ਕਿ ਚਪਟੀ ਹੈ ਤੇ ਹਤਮੀ ਹੈ, ਜੋ ਅਸਾਂ ਚੁਕਰਾ ਸੀ ਉਹ ਗਲਤ ਹੈ। ਦੇਖੋ ਮੌਲਵੀ ਸਾਹਿਬ, ਗੱਲ ਨੂੰ ਜਿਹੜਾ ਨਾ ਉਹਦੀ ਜਗ੍ਹਾ ਤੇ ਰੱਖੋ। ਹੁਣ ਪਹਿਲਾ ਜਹਾਜ਼ ਜਿਹੜਾ ਕਿਸੇ ਇਨਸਾਨ ਨੇ ਬਣਾਇਆ ਸੀ, ਉਹ ਇੱਕ ਫਰਲਾਂਗ ਵੀ ਨਹੀਂ ਉੱਡਿਆ ਹੈਗਾ। ਤੇ ਅੱਜ ਉਹ ਗੱਲ ਤੇ ਸੁਣੋ, ਅੱਲਾ ਦੇ ਬੰਦੇ, ਉਹ ਗੱਲ ਨੂੰ ਸਮਝਣ ਲਈ ਆਈਦਾ। ਹੁਣ 18-20 ਘੰਟਿਆਂ ਦੀ ਫਲਾਈਟ ਹੈਗੀ। ਮਤਲਬ ਇਹ ਕਿ ਇਹ ਮਫਰੂਜ਼ੇ ਜਿਹੜਾ ਸੋਚ ਹੈ ਨਾ, ਇਹ ਤੁਹਾਨੂੰ ਅੱਗੇ ਲੈ ਕੇ ਜਾਂਦੀ ਹੈ। ਜੇ ਤੁਸੀਂ ਸੋਚਣਾ ਹੀ ਨਹੀਂ ਤੇ ਅੱਗੇ ਕੰਮ ਕਿਸ ਤਰ੍ਹਾਂ ਚੱਲਣਾ? ਠੀਕ ਹੈ, ਪਰ ਹੁਣ ਤੇ ਮੈਂ ਨਾ ਕਿ ਬਈ ਅਸੀਂ ਇਹ ਕਹਿੰਨੇ ਪਿਆ ਕਿ ਸਾਇੰਸ ਦੀ ਹਰ ਗੱਲ ਸੱਚੀ ਨਹੀਂ ਤੇ ਹਰ ਗੱਲ ਝੂਠੀ ਵੀ ਨਹੀਂ। ਇਹਦੇ ਨਾਲ ਐਗਰੀ ਹੋ ਕਿ ਨਹੀਂ? ਮੈਂ ਬਿਲਕੁਲ ਸਹੀ ਹੈ। ਹੁਣ ਅਜੇ ਕਈ ਕੁਦਰਤ ਦੇ ਕਈ ਰਮੂਜ਼ ਨੇ ਜਿਹਨਾਂ ਤੱਕ ਸਾਇੰਸ ਨਹੀਂ ਪਹੁੰਚੀ। ਹਾਂਜੀ, ਮੈਂ ਇਹਦੇ ਤੇ ਇਤਫਾਕ ਕਰ ਲਓ। ਦੇਖੋ ਗੱਲ ਸੁਣੋ, ਉਹ ਇਹ ਕਹਿੰਦੇ ਨੇ ਨਾ ਕਿ ਇਹ ਇਸ ਤਰ੍ਹਾਂ ਹੋ ਸਕਦਾ। ਠੀਕ ਹੈ, ਰਾਜ਼ੀਨਾਮਾ ਕਰ ਲਓ ਭਾਈ ਜਾਨ, ਇੱਕ ਮਿੰਟ ਤੇ ਸਵੇਰ ਦੇ ਲੱਗੇ ਹੋਏ ਹੋ, ਅੱਲਾ ਤੁਹਾਡਾ ਭਲਾ ਕਰੇ। ਗਲਾ ਤੁਹਾਡਾ ਥੱਕਿਆ ਪਿਆ, ਰਾਤੀ ਫਿਰ ਪਤਾ ਨਹੀਂ ਤੁਸੀਂ ਕੋਈ ਹਾਊਸ ਦੀ ਟਾਫੀ ਜਿਹੜੀ ਹੈ ਉਹ ਮੂੰਹ 'ਚ ਰੱਖ ਕੇ ਗਲਾ ਸਾਫ਼ ਕਰਨਾ, ਸਵੇਰੇ ਫਿਰ ਅੱਲਾ ਨੂੰ ਨਾਂ ਲੈ ਕੇ ਤੁਸੀਂ ਸ਼ੁਰੂ ਹੋਣਾ। ਮੈਨੂੰ ਮੈਂ ਤੁਹਾਡੇ ਮਫਰੂਜ਼ੇ ਤੇ ਜਾਂ ਜੋ ਤੁਸੀਂ ਹਦੀਸ ਦੀ ਹਕੀਕਤ ਸਮਝਦੇ ਹੋ ਕਿ ਪਹਿਲੀ ਰਾਤ ਦਾ ਜਿਹੜਾ ਚੰਨ ਉਹਨੂੰ ਗ੍ਰੇਨ ਲੱਗੇਗਾ, ਉਹਨੂੰ ਤੁਸੀਂ ਡਿਫਾਈਨ ਕਿਸ ਤਰ੍ਹਾਂ ਕਰੋਗੇ? ਮੈਨੂੰ ਇਹ ਸਮਝਾਓ। ਉਹਦੇ ਹੁੰਦਾ ਚੰਦ ਦੇ ਮਿੰਟਾਂ ਵਾਸਤੇ ਜਾਂ ਚੰਦ ਲਮਹਾਤ ਵਾਸਤੇ, ਉਹਦਾ ਗ੍ਰਹਿਣ ਸਾਬਤ ਕੌਣ ਕਰੇਗਾ? ਜੋ ਚੰਦ ਸਾਬਤ ਕਰਨਾ ਨਾ, ਚੰਦ ਮਿੰਟਾਂ ਤੋਂ ਗ੍ਰਹਿਣ ਵੀ ਸਾਬਤ ਕਰ ਸਕਦਾ ਹੈ। ਅੱਲਾ ਦੇ ਬੰਦੇ ਗੱਲ ਨੂੰ ਬਈ ਜੇ ਤੂੰ ਚਾਹਨੇ ਚੰਦ ਮਿੰਟਾਂ ਤੇ ਸਾਬਤ ਹੋਣਾ ਹੈ ਨਾ, ਤੂੰ ਗ੍ਰਹਿਣ ਵੀ ਸਾਬਤ ਹੋ ਜਾਂਦਾ ਨਾ। ਤੁਸੀਂ ਦੱਸੋ ਚੰਦ ਮਿੰਟਾਂ ਤੇ ਚੰਦ ਸਾਬਤ ਹੋਣਾ ਜਾਂ ਨਹੀਂ ਹੋਣਾ? ਨਹੀਂ, ਮੈਂ ਜਿਹੜੀ ਗੱਲ ਤੇ ਕਰਨਾ, ਜਿਹੜੀ ਗੱਲ ਮੈਂ ਪੁੱਛੀ, ਮੈਨੂੰ ਦੱਸੋ ਕਿ ਚੰਦ ਮਿੰਟਾਂ ਤੇ ਚੰਦ ਸਾਬਤ ਹੋਣਾ ਜਾਂ ਨਹੀਂ ਹੋਣਾ? ਉਹ ਮੌਲਵੀ ਨਹੀਂ ਸਾਹਿਬ, ਸਾਰੀ ਉਮਰ ਤੁਹਾਡੀ ਇਹ ਆਦਤ ਨਾ ਗਈ। ਜਿਹੜੀ ਗੱਲ ਮੈਂ ਪੁੱਛਣਾ ਉਹਦਾ ਜਵਾਬ ਦਿਓ, ਜਿਹੜਾ ਅਗਲਾ ਪੁੱਛਦਾ। ਉਹ ਤੁਸੀਂ ਖੁਦ ਤਸਲੀਮ ਕਰ ਰਹੇ ਹੋ, ਜਿੱਥੇ ਚੰਦ ਸਾਬਤ ਹੋਣਾ ਉੱਥੇ ਗ੍ਰਹਿਣ ਕਿਉਂ ਨਹੀਂ ਸਾਬਤ ਹੋ ਸਕਦਾ? ਅਸੀਂ ਦਲੀਲ ਤੁਸੀਂ ਦੇਣੀ ਹੈ। ਮੈਂ ਕਿੱਥੋਂ ਦੇਣੀ ਹੈ ਜੇ ਚੰਦ ਸਾਬਤ ਹੀ ਨਹੀਂ ਪਿਆ ਹੁੰਦਾ? ਮਤਲਬ ਜਿਹੜਾ ਤੁਸੀਂ ਨਹੀਂ, ਪਹਿਲੇ ਦਿਨ ਦਾ ਚੰਦ ਸਾਬਤ ਨਹੀਂ ਹੋਣਾ। ਪਹਿਲੇ ਦਿਨ ਦੇ ਚੰਦ ਆਲਰੇਡੀ ਹੈ, ਗਨਾਇਆ ਹੋਇਆ ਚੰਦ ਹੈ, ਉਹਦੇ ਦਰਮਿਆਨ ਮੈਂ ਜਿਹੜੀ ਗੱਲ ਪਾ ਕਰਨਾ ਵੀ ਇੱਕ ਲੰਮੇ ਤੇ ਵੀ ਆਵੇ, ਉਹ ਸਾਬਤ ਨਹੀਂ ਹੋਣਾ। ਉਹ ਭਾਈ ਜੀ, ਜਿਹੜਾ ਪਹਿਲੇ ਹੀ ਜਿਹੜਾ ਛੁਪਿਆ ਹੋਇਆ ਚੰਦ ਕਿਸੇ ਚੀਜ਼ ਦੇ ਦਰਮਿਆਨ, ਉਹਦੇ ਤੋਂ ਜਿਹੜੀ ਗੱਲ ਮੈਂ ਕਰ ਰਿਹਾ ਵੀ ਉਹ ਸਾਬਤ ਹੋਣਾ ਹੈ ਕਿ ਨਹੀਂ ਹੋਣਾ? ਚੰਦ ਪਹਿਲੇ ਦਿਨ ਦਾ ਤੱਕ ਰੋਜ਼ਾ ਰੱਖਣੇ ਹੋ ਕਿ ਨਹੀਂ ਰੱਖਣੇ ਹੋ? ਈਦ ਤੱਕ ਕਰਨੇ ਹੋ ਕਿ ਨਹੀਂ ਕਰਨੇ ਹੋ? ਬਿਲਕੁਲ ਅਸੀਂ ਉਹ ਕਰਨੇ ਆ। ਇਹ ਸਾਰਾ ਜੇ ਤੱਕ ਕਰਨੇ ਹੋ ਤੇ ਜਿੱਥੇ ਚੰਦ ਸਾਬਤ ਹੋਵੇ ਨਾ ਤੇ ਗ੍ਰਹਿਣ ਵੀ ਸਾਬਤ ਹੋਵੇ ਨਾ। ਜਿੱਥੇ ਚੰਦ ਨਜ਼ਰ ਆਣਾ ਸਾਬਤ ਤੇ ਗ੍ਰਹਿਣ ਨਜ਼ਰ ਆਣਾ ਵੀ ਸਾਬਤ ਹੋਵੇ ਨਾ। ਇਸ ਗੱਲਾਂ ਛੋੜ ਦਿਓ। ਚੰਦ ਸਾਬਤ, ਚੰਦ ਤੁਸੀਂ ਮੰਨਦੇ ਹੋ ਸਾਬਤ ਹੋਣਾ, ਤੇ ਗ੍ਰਹਿਣ ਕਿਉਂ ਨਹੀਂ ਹੋ ਸਕਦਾ? ਮੈਂ ਦਲੀਲ ਚ ਆ ਗਿਆ। ਅੱਛਾ, ਜੇ ਇਸ ਹਦੀਸ ਨੂੰ ਤੁਸੀਂ ਦਰੁਸਤ ਮੰਨਦੇ ਹੋ ਨਾ, ਜਾਂ ਇਸ ਕੌਲ ਨੂੰ, ਇਹ ਤੁਹਾਡੀ ਅਸੀਂ ਜਿਸਾਂ ਬੇਸਨਦ ਕੋਲ ਆਨੇ ਨਾ, ਤੁਸੀਂ ਬਣਾਣੇ ਪਿਓ। ਅਸਾਂ ਤੇ ਨਹੀਂ, ਤੁਸੀਂ ਸਾਬਤ ਦਲੀਲਾਂ ਦੇਣੀਆਂ। ਭਾਈ ਜੀ ਮੇਰੀ ਵੀ ਗੱਲ, ਅਸਾਂ ਤੇ ਚਾਕ ਰੱਦੀ ਸੁੱਟੋ, ਅਸਾਂ ਤੇ ਕੁਝ ਵੀ ਨਹੀਂ ਹੈ ਸਾਡੇ ਤੋਂ। ਭਾਈ ਤੁਸੀਂ ਬਾਖਤਿਆਰ ਲੋਗੇ, ਤੁਸੀਂ ਹਰ ਚੀਜ਼ ਸੁੱਟ ਸਕਦੇ, ਤੁਹਾਡਾ ਹੀ ਨਹੀਂ। ਇਹ ਗੱਲ ਠੀਕ ਹੈ ਕਿ ਰਵਾਇਤ ਤੇ ਝੂਠੀ ਹੈ ਨਾ, ਉਹਦੇ ਵਿੱਚ ਕੋਈ ਉਹ ਝੂਠੀ ਹੈ ਨਾ। ਉਹ ਆਲਮੇ ਇਸਲਾਮ ਦੇ ਮੁਸਤਨਦ ਉਲਮਾ ਨੇ ਘੜੀ ਹੈ ਨਾ, ਮਿਰਜ਼ਾ ਸਾਹਿਬ ਨੇ, ਮੈਂ ਜਾਂ ਤੁਸੀਂ ਜਾਂ ਕਿਸੇ ਹੋਰ। ਅੱਛਾ, ਇਹ ਗੱਲ ਵੀ ਗਲਤ ਨੇ, ਇਹ ਵੀ ਗਲਤ ਹੈ। ਆਲਮੇ ਇਸਲਾਮ ਦੇ ਮੁਸਤਨਦ ਉਲਮਾ ਨਹੀਂ ਰਵਾਇਤ ਕਰਦੇ, ਰਵਾਇਤ ਝੂਠੇ ਤੇ ਕਜ਼ਾਬ ਰਾਵੀ ਕਰਦੇ ਨੇ।
ਇਹ ਤੇ ਜਾਬਰ ਜਾਫੀ ਝੂਠਾ ਕਜ਼ਾਬ ਸੀ, ਪਾਪਾ ਨੂੰ ਗਾਲਾਂ ਕੱਢਣ ਵਾਲਾ ਸ਼ਾਤਮ ਸੀ, ਉਹਨੇ ਘੜੀ ਹੈ। ਕਿਨੇ या अमर अमर बिन शमर घड़ी है या जाबर जाफी घड़ी है, दो रावी कजाब होने से। ਚਲੋ ਇਹਦਾ ਫਿਰ ਉਹ ਉਹਨਾਂ ਦੇ ਗੌਰ ਕਰਦੇ ਨੇ ਨਾ, ਇਹਦੇ ਸਾਡਾ ਤੇ ਕੋਈ ਕਸੂਰ ਨਹੀਂ। ਅੱਛਾ ਤੁਹਾਨੂੰ ਕੋਈ नहीं ਤੁਹਾਡਾ ਕਸੂਰ ਕੀ ਵੀ ਤੁਹਾਨੂੰ ਅਕਲ ਨਹੀਂ ਕਿ ਜਿਸ ਚੀਜ਼ ਦੀ ਸਨਦ ਦੀ ਸਾਬਤ ਨਹੀਂ, ਕੋਈ ਤਾਂ ਸਿਰਾ ਪੈਰ ਨਹੀਂ, ਸਭ ਤੁਸੀਂ ਟੋਟ ਕੇ ਨਿਸ਼ਾਨ ਬਣਾਉਣਾ ਸ਼ੁਰੂ ਕਰ ਦਿਓ। ਨਹੀਂ ਤੁਹਾਨੂੰ ਕੋਈ ਬੰਦਾ ਆ ਕੇ ਆਖ ਸੜੇ ਤੇ ਮਿਰਜ਼ਾ ਸਾਹਿਬ ਜੀ ਉੱਥੇ ਅਮਰ ਦੀਆਂ ਮੱਝਾਂ ਖੋਲ ਕੇ ਲੈ ਗਏ ਸੀ ਤੇ ਤੁਸੀਂ ਆਖੋ ਤੇ ਚਲੋ ਜੀ ਉਹਦੀ ਗੌਰ ਗਰਦਨ ਮੈਂ ਤੇ ਯਕੀਨ ਕਰ ਲੈਣਾ ਖੋਲੀਆਂ ਹੋਣੀਆਂ ਮਿਰਜ਼ਾ ਸਾਹਿਬ ਨੇ। ਤੁਸੀਂ ਮਿਰਜ਼ਾ ਸਾਹਿਬ ਵਾਲੇ ਭਾਈ ਕੇ ਛੱਡ ਜਾਓ, ਤੁਸੀਂ ਮੇਰਾ ਨਾਲ ਕੋਈ ਖਬਰ ਝੂਠੀ ਤੁਹਾਨੂੰ ਪਹੁੰਚ ਜਾਏ ਕਿ ਤੁਸੀਂ ਮੇਰੇ ਹੀ ਨਾਲ ਲਾ ਦਿਓ ਖਾ ਕੇ ਤੁਹਾਡੀ ਲਾ ਦਿੱਤਾ ਤੇ ਤੁਸੀਂ ਮੰਨ ਲੋਗੇ, ਤੁਸੀਂ ਮੰਨ ਲੋਗੇ, ਤੁਸੀਂ ਮੰਨ ਲੋਗੇ? ਨਹੀਂ ਜੇ ਮੇਰੇ ਕੋਲ ਮੱਝਾਂ ਬਰਾਮਦ ਹੋ ਜਾਣਗੇ ਤਾਂ ਫਿਰ ਮੈਨੂੰ ਮੰਨਣਾ ਹੀ ਮਸਲਾ ਹੈ। ਜੇ ਤੇ ਬਰਾਮਦ ਹੋਈਆਂ ਤੇ ਤਾਂ ਨਾ ਮੈਂ ਪਿਆਨਾ, ਇਹ ਤੇ ਕੋਈ ਦਲੀਲ ਨਹੀਂ ਹੈ ਵੀ ਜਿੰਨੇ ਕਹਿ ਦਿੱਤਾ ਉਹਦੀ ਗੌਰ ਗਰਦਨ ਤੇ ਸਾਡਾ ਕੰਮ ਹੈ ਮੰਨ ਲੈਣਾ। ਮੰਨਣ ਵਾਸਤੇ ਅਗਰ ਇੱਕ ਬੰਦਾ ਕਹਿੰਦਾ ਹੈ ਕਿ ਆਮਰ ਨਜ਼ੀਰ ਸਾਹਿਬ ਜਿਹੜੇ ਨੇ ਇਹਨਾਂ ਨੇ ਕਿਸੇ ਦੀਆਂ ਮੱਝਾਂ ਖੋਲ ਲਈਆਂ ਨੇ, ਉਹ ਮੈਨੂੰ ਆ ਕੇ ਕਹਿੰਦਾ, ਮੈਂ ਕਹਿੰਦਾ ਮੈਨੂੰ ਤਾਂ ਨਹੀਂ ਸਮਝ ਆਉਂਦੀ, ਆਮਰ ਨਜ਼ੀਰ ਬੜਾ ਨੇਕ ਆਦਮੀ, ਸਾਰਾ ਦਿਨ ਕੁਰਾਨ ਸ਼ਰੀਫ ਔਰ रूहानी खजाइन और दीगर मजहबी किताबें पढ़ता है, सारा दिन मजहबी बराटते रहता है, लेकिन आमर नज़ीर को जब मजा बरामद हो जाए तो फिर मन ते शर्मिंदगी हो गई ना यार, तो हो गया काम ਹੋਈਆਂ ਤੇ ਤਾਂ ਨਾ जो हो गई फिर यही है ना। ਇੱਥੇ ਹੋ ਗਈਆਂ ਨੇ, ਇੱਥੇ ਤਾਂ ਮੁਸੀਬਤ ਹੈ ਪਈ। ਤੁਸੀਂ ਵੀ ਆਂਦੇ ਹੋ ਵੀ ਮੱਝ ਤੇ ਦਿਸਣੀ ਨਹੀਂ, ਨਿੱਕੀ ਜਿਹੀ ਕੱਟੀ ਹੈ ਮਾੜੀ ਜੀ, ਤੁਸੀਂ ਆਂਦੇ ਹੋ ਇਹ ਜਿਹੜਾ ਨਾ ਇਹ ਤੁਸੀਂ ਇਹ ਮੁਨਾਜ਼ਰੇ ਤੇ ਬਹਿ ਕੇ ਨਾ ਤੁਹਾਨੂੰ ਗੱਲ ਨੂੰ ਟਵਿਸਟ ਕਰਨ ਦਾ ਬੜਾ ਫਨ ਆ ਗਿਆ, ਇਹਦੀ ਮੈਂ ਮੁਬਾਰਕਬਾਦ ਦਾਂਗਾ ਤੁਹਾਨੂੰ। ਨਹੀਂ ਹੈ ਗੱਲ ਕਿ ਨਹੀਂ, ਇੱਥੇ ਕੋਈ ਸਾਬਤ ਕੀ ਹੈ? ਉਹ ਜਿਹੜਾ ਉਹ ਕਹਿੰਦੇ ਮਾਈ ਗੁਲਾਬੋ ਫੱਫੇ ਕੁੱਟਣ ਚ ਅਸਮਾਨ ਤੇ ਟਾਕੀ ਲਾ ਵੀ ਆਂਦੀ ਤੇ ਲਾ ਵੀ ਲਿਆਂਦੀ, ਉਹ ਤੁਸੀਂ ਉੱਥੇ ਤੱਕ ਪਹੁੰਚ ਗਏ। ਅੱਛਾ ਜੱਟ ਸਾਹਿਬ ਆਏ ਨੇ। ਜੱਟ ਸਾਹਿਬ ਮਸਲਾ ਇੱਕ ਖੜਾ ਹੋਇਆ ਹੈ, ਇਹ ਜਿਹੜਾ ਕਮਰ ਹੈ, ਕਮਰ ਹਲਾਲ ਵੀ ਹੈ ਤੇ ਬਦਰ ਵੀ ਹੈ, ਇਹਦੇ ਨਾਲ ਐਗਰੀ ਹੋ ਕਿ ਨਹੀਂ ਐਗਰੀ? ਯਾਨੀ ਹਲਾਲ ਨੂੰ ਵੀ ਕਮਰ ਕਿਹਾ ਜਾਂਦਾ ਤੇ ਬਦਰ ਨੂੰ ਵੀ ਕਮਰ ਕਿਹਾ ਜਾਂਦਾ। ਅੱਛਾ ਤੁਸੀਂ ਇਹਦੇ ਨਾਲ ਐਗਰੀ ਹੋ ਕਿ ਨਹੀਂ ਐਗਰੀ? ਸਵਾਲ ਕੀ ਹੈ ਤੁਹਾਡਾ? ਸਵਾਲ ਹੀ ਹੈ ਵੀ ਜਿਹੜਾ ਪੇ ਕਰਨਾ, ਮੈਂ ਵੀ ਐਗਰੀ ਹੋ ਕਿ ਨਹੀਂ ਐਗਰੀ? ਜਿਹੜੀ ਗੱਲ ਪੁੱਛਣੀ ਹੈ ਪਹਿਲਾਂ ਖੋਲ ਕੇ ਦੱਸ ਲਓ ਨਾ, ਕੀ ਕਹਿਣਾ ਚਾਹ ਰਹੇ ਹੋ? ਯਾਨੀ ਉਹਦੇ ਮੁਤਾਬਕ ਜਵਾਬ ਦਿਓਗੇ? ਹਾਂ। ਇਹ ਬਸ਼ੀਰੁद्दीन महमूद अहमद ਸਾਹਿਬ ਕਹਿੰਦੇ ਨੇ ਕਿ ਹਰ ਹਲਾਲ ਜਿਹੜਾ ਉਹਨੂੰ ਕਮਰ ਆਖੀਦਾ ਹੈ, ਹਰ ਬਦਰ ਨੂੰ ਕਮਰ ਆਖੀਦਾ ਹੈ, ਪਰ ਹਰ ਕਮਰ ਨੂੰ ਬਦਰ ਜਾਂ ਹਲਾਲ ਨਹੀਂ ਆਖੀਦਾ। ਠੀਕ ਹੈ, ਜੋ ਉਹਨਾਂ ਲਿਖਿਆ ਠੀਕ ਲਿਖਿਆ, ਇਹ ਠੀਕ ਹੈ। ਜੋ ਉਹਨਾਂ ਲਿਖਿਆ ਫਿਰ ਠੀਕ ਲਿਖਿਆ ਹੋਣਾ। ਲੇਕਿਨ ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਮਸਲਾ ਇਹ ਵੇ ਕਿ ਜੇ ਇਹ ਜਿਹੜੀ ਹਦੀਸ ਜਿਹਦੇ ਚ ਸੂਰਜ ਗ੍ਰਹਿਣ ਤੇ ਚੰਦ ਗ੍ਰਹਿਣ ਦਾ ਜ਼ਿਕਰ ਆਉਂਦਾ ਹੈ, ਭਾਵੇਂ ਉਹ ਝੂਠੀ ਹੈ ਜੋ ਵੀ ਹੈ, ਕਹਿੰਦੇ ਨੇ ਕਿ ਉਹਦੇ ਚ ਜੇ ਪਹਿਲੀ ਰਾਤ ਨੂੰ ਗ੍ਰਹਿਣ ਲੱਗਣਾ ਸੀ ਤੇ ਹਲਾਲ ਲਫ਼ਜ਼ ਆਉਣਾ ਚਾਹੀਦਾ ਸੀ, ਕਮਰ ਕਿਉਂ ਆਇਆ? ਪਤਾ ਨਹੀਂ, ਦੋਨੋਂ ਵਾਲੇ ਵੇਖੇ ਜਾ ਸਕਦੇ ਨੇ, ਦੋਵੇਂ ਵਾਲੇ ਸਾਡੇ ਕੋਲ ਮੌਜੂਦ ਨੇ, ਕਿਹੜਾ ਚਾਹੀਦਾ ਜੀ? ਦੋਨੋਂ ਦੇ ਦਿਓ, ਫਿਰ ਪੜ੍ਹ ਕੇ ਬੰਦਾ ਗੱਲ ਕਰਦਾ। ਇੱਕ ਅੰਜਾਮੇ ਆਤਮ ਦਾ ਵਾਲਾ ਹੈ। ਇਤਰਾਜ਼ ਕੀ ਹੈ? ਇਤਰਾਜ਼ ਇਹ ਹੈ ਨਾ ਕਿ ਉਹ ਮੰਨਦੇ ਨਹੀਂ ਪਿਆ ਨਾ। ਦੇਖੋ ਉਹਨਾਂ ਨੇ ਜਿਹੜੀ ਡਿਟੇਲ ਦਿੱਤੀ ਹੈ, ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਚੰਦ ਦੀਆਂ ਮੁਕਰਰਾ ਤਰੀਕਾਂ ਗ੍ਰਹਿਣ ਵਾਲੀਆਂ ਉਹਨਾਂ ਚ ਦਰਮਿਆਨੀ ਦਾ, ਹੁਣ ਚੰਦ ਦੀਆਂ ਇਹ ਮੁਰਵਜਾ ਜਿਹੜਾ ਹੈਗਾ ਅਸੂਲ ਉਹਦੀਆਂ ਉਹੀ ਨੇ 13ਵੀਂ 14ਵੀਂ 15ਵੀਂ ਇਹ ਹੈਗੀਆਂ ਉਹਦੀ ਮੁਕਰਰਾ ਤਰੀਕ। ਤੇ ਤੁਸੀਂ ਇਹ ਕਹਿੰਦੇ ਹੋ ਕਿ ਚੰਦ ਦੀ ਪਹਿਲੀ ਜਿਹੜੀ ਬਿਲਕੁਲ ਜਿਹਦੇ ਚ ਚੰਨ ਹੁੰਦਾ ਹੀ ਕੋਈ ਨਾ ਹੈ, ਹਲਾਲ ਹੈ, ਬਿਲਕੁਲ ਇੰਜ ਲਕੀਰ ਤਰ੍ਹਾਂ ਨਜ਼ਰ ਆਉਂਦਾ ਹੈ, ਉਹਦੇ ਉਹ ਪਹਿਲੇ ਕਿਸੇ ਚੀਜ਼ ਦੇ ਅੰਦਰ ਛੁਪਿਆ ਹੋਇਆ, ਤੇ ਉਹਦੇ ਤੇ ਗ੍ਰਹਿਣ ਕਿਸ ਤਰ੍ਹਾਂ ਸਾਬਤ ਹੋਏਗਾ? ਉਹ ਤੇ ਜੇ ਤੁਹਾਡੇ ਤੁਸੀਂ ਇਸ ਹਦੀਸ ਨੂੰ ਸਹੀ ਮੰਨਦੇ ਜੇ, ਜਿਹਨੂੰ ਫਿਰ ਉਹ ਕੋਈ ਵਜੂਦ ਆਏਗਾ, ਉਹ ਤੇ ਸਾਰੀ ਉਮਰ ਇਹਦੇ ਤੇ ਦਿੰਦਾ ਰਹੇਗਾ। ਤੁਹਾਡੀਆਂ ਤੇ ਨਹੀਂ ਸਫਾਈਆਂ ਲੋਕਾਂ ਨੂੰ ਦੇਣ ਦੀ ਕੋਈ ਲੋੜ ਹੁੰਦੀ, ਤੁਹਾਡੇ ਜ਼ਿਹਨ ਤੇ ਕੋਈ ਵੀ ਗੱਲ ਨਹੀਂ ਨਾ ਪੂਰੀ ਪਿਆਮਦੀ। ਬਗੈਰ ਬਾਪ ਤੋਂ ਈਸਾ ਅਲੈਹਿਸਲਾਮ ਕਿੰਜ ਪੈਦਾ ਹੋ ਸਕਦੇ ਨੇ,
ਨਹੀਂ ਤੇ ਅਸਮਾਨ ਤੇ ਕਿਸ ਤਰ੍ਹਾਂ ਜਾ ਸਕਦੇ ਨੇ? ਨਜ਼ੀਰ ਸਾਹਿਬ ਅੱਜ ਉਸ ਕੌਮ ਨਾਲ ਵਾਸਤਾ ਹੈ ਜਿਹੜਾ ਇਹ ਕਹਿੰਦੀ ਹੈ ਕਿ ਇਹ नहीं ਹਦੀਸ को हदीस मिलती है अमन नजीर साहब के हज़रत सल्लल्लाहु अलैहि वसल्लम बगैर बाप को पैदा नहीं है पुराने करीम च लिखा जुमला है जो ਕੁਰਾਨ ਕਰੀਮ ਚ ਲਿਖਿਆ ਹੈ केड़ी आयत है दसना जरा ਇੱਕ ਇੰਨਾ ਜੁਮਲਾ ਮਸਲਾ ਆਦਮ ਹੁਣ ਇਹਨਾਂ ਨੇ ਗੱਲ ਨਹੀਂ ਕਰਨ ਦੇਣੀ ਇੱਕ ਜੁਮਲਾ ਲੈ ਲਓ ਉਸ ਤੋਂ ਬਾਅਦ ਤੁਸੀਂ ਦੋਨੋਂ ਭਾਈ ਗੱਲ ਕਰੋ ਮੈਂ ਬਿਜ਼ੀ ਹੋ ਜਾਵਾਂ ਇਹਦੇ ਇੱਕ ਜੁਮਲਾ ਜਲਦੀ ਹਾਂਜੀ ਉਹ ਇਹੀ ਹੈ ਕਿ ਜੇ ਅੱਜ ਤੇ ਸਾਨੂੰ ਇਸ ਚੀਜ਼ ਦਾ ਸਾਹਮਣਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਇਹ ਹਦੀਸ ਗਲਤ ਹੈ। ਹੁਣ ਮਿਸਾਲ ਦੇ ਤੌਰ ਤੇ ਬਫਰਜ਼ ਮਾਲ ਅਗਰ ਕੋਈ ਆਉਣ ਵਾਲਾ ਵਜੂਦ ਉਹ ਆਏਗਾ ਉਹ ਵੀ ਤੁਹਾਡੇ ਤਰ੍ਹਾਂ ਕਹੇਗਾ ਕਿ ਇਹ ਹਦੀਸ ਹੈ ਹੀ ਕੋਈ ਨਹੀਂ ਇਹ ਗਲਤ ਹੈ ਔਰ ਉਸ ਟਾਈਮ ਦੀ ਕੌਮ ਉਹਦੇ ਅੱਗੇ ਇਤਰਾਜ਼ ਰੱਖੇਗੀ ਕਿ ਨਹੀਂ ਭਈ ਇਹ ਚਾਲੂ ਠੀਕ ਉਹਦਾ ਗ੍ਰਹਿਣ ਵਿਖਾਏ ਇਹ ਮਾਦੀ ਦੀ ਨਿਸ਼ਾਨੀ ਹੈ ਫਿਰ ਕੀ ਬਣੇ ਇਹ ਜਦੋਂ ਮਾਮਲਾ ਹੋਵੇਗਾ ਤੇ ਫਿਰ ਗੱਲ ਕਰਾਂਗੇ। ਫਿਲਹਾਲ ਡਾਕਟਰ ਸਾਹਿਬ ਸੂਰਾ ਕਰਦੇ ਰਹੋ ਸੂਰਾ ਅਲ ਇਮਰਾਨ ਦੀ 59 ਨੰਬਰ ਆਇਤ ਹੈ ਇन्ना मसला ईसा इंदल्लाह कमसल आदम। ईसा ਦੀ ਮਿਸਾਲ ਆਦਮ ਦੀ ਮਿਸਾਲ ਹੈ। ਜਦੋਂ ਨਬੀ ਅਲੈਹਿਸਸਲਾਤੁ ਵਸਲਾਮ ਦੇ ਕੋਲ ਆਏ ਨਾ ਈਸਾਈ ਨਜਰਾਨ ਦੇ ਤੇ ਉਹਨਾਂ ਨੇ ਆਖਿਆ ਵੀ ਈਸਾ ਅਲੈਹਿਸਸਲਾਮ ਦਾ ਬਾਪ ਅਗਰ ਖੁਦਾ ਨਹੀਂ ਤੇ ਕੌਣ ਹੈ? ਉਦੋਂ ਇਹ ਆਇਤ ਨਾਜ਼ਲ ਹੋਈ ਤਾਂ ਅੱਲਾਹ ਤਾਲਾ ਨੇ ਆਖਿਆ ਇन्ना मसला ईसा इंदल्लाह कमसल आदम। ਈਸਾ ਦੀ ਮਿਸਾਲ ਤੇ ਆਦਮ ਦੀ ਮਿਸਾਲ ਹੈ। ਜਿਸ ਤਰ੍ਹਾਂ ਆਦਮ ਦਾ ਬਾਪ ਕੋਈ ਨਹੀਂ ਸੀ ਇਸੇ ਤਰ੍ਹਾਂ ਈਸਾ ਦਾ ਬਾਪ ਕੋਈ ਨਹੀਂ ਹੈ। केड़े आदम दा बाप नहीं सी ਆਦਮ ਅਲੈਹਿਸਸਲਾਮ ਦਾ अच्छा मतलब आदम अलैहि सलाम पहले बंदे ने दुनिया दे ना ਜਿਨ੍ਹਾਂ ਦਾ ਬਾਪ ਕੋਈ ਨਹੀਂ ਜ਼ਾਹਿਰ ਹੈ। सही ठीक नबी जेड़े आदम सन उन्हां दा गल कर रहे हो ना ਮੇਰੇ ਕੋਲ ਉਹਨਾਂ ਦਾ ਸ਼ਨਾਖਤੀ ਕਾਰਡ ਨਹੀਂ ਹੈ ਤੇ ਨਾ ਪਾਸਪੋਰਟ ਦੀ ਫੋਟੋਕਾਪੀ ਹੈ। ਕੁਰਾਨ ਚ ਉਹਨਾਂ शनाख्ती ਦਾ कार्ड अगर उस दौर च मौजूद भी हुंदे ते ओ नबी ते नहीं सी लिखा जाना ਮੇਰਾ ਕਹਿਣ ਦਾ ना ही ਮਤਲਬ लिखा जाना सी ਮੈਂ ਉਸੇ ਆਦਮ ਦੀ ਗੱਲ ਕਰ ਰਿਹਾ ਜਿਹਦੇ ਬਾਰੇ ਕੁਰਾਨ ਨੇ ਕਿਹਾ ਖਲਕਹੁ ਮਿਨ ਤੁਰਾਬਿਨ ਸੁම්ਮਾ ਕਾਲ ਲਹੁ ਕੁਨ ਫਯਕੁਨ। ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਮਿੱਟੀ ਨਾਲ ਪੈਦਾ ਕੀਤਾ ਤੇ ਫਿਰ ਆਖਿਆ ਹੋ ਜਾ ਤੇ ਹੋ ਗਏ। ਇਹ ਤੇ ਇੱਕ ਦਾ ਕਿ ਦੋ ਦਾ ਕਿ ਤਿੰਨਾਂ ਦਾ ਕਿ ਚੌਂ ਦਾ ਜ਼ਿਕਰ ਹੈ ਇੱਥੇ ਤਾਂ ਇੱਕੋ ਦਾ ਹੀ ਹੈ। ਸਹੀ ਹੈ ਪਰ ਤੁਹਾਡੇ ਨਜ਼ਦੀਕ ਉਹੀ ਆਦਮ ਨੇ ਨਾ ਜਿਹੜੇ ਪਹਿਲੇ ਜਿਨ੍ਹਾਂ ਦਾ ਕੀ ਕਹਿੰਦੇ ਨੇ ਸਿਲਸਿਲਾ ਜਿਹੜਾ ਵੇ ਸਟਾਰਟ ਹੁੰਦਾ ਵੇ ਨਬੀਆਂ ਦਾ ਉਹੀ ਵਾਲੇ ਆਦਮ ਨੇ ਨਾ। ਮੇਰੇ ਨਜ਼ਦੀਕ ਵੀ ਆਈ ਨੇ ਕੁਰਾਨ ਦੇ ਨਜ਼ਦੀਕ ਵੀ ਆਈ ਨੇ ਮਿਰਜ਼ਾ ਸਾਹਿਬ ਦੇ ਨਜ਼ਦੀਕ ਵੀ ਆਈ ਨੇ। ਮਿਰਜ਼ਾ ਸਾਹਿਬ ਦੇ ਨਜ਼ਦੀਕ ਤੇ ਇਹ ਨਹੀਂ ਹੈ ਕਿ ਪਹਿਲੇ ਆਦਮ ਜਿਹੜੇ ਨੇ ਉਹ ਹਜ਼ਰਤ ਆਦਮ ਅਲੈਹਿਸ ਸਲਾਮ ਜਿਨ੍ਹਾਂ ਦਾ ਜ਼ਿਕਰ ਮਿਲਦਾ ਕਿ ਉਹ ਪਹਿਲੇ ਨਬੀ ਨੇ। ਮੈਂ ਨਬੀ ਦੀ ਰਸੂਲ ਦੀ ਗੱਲ ਨਹੀਂ ਪਿਆ ਕਰਦਾ ਮੈਂ ਗੱਲ ਇਹ ਪਿਆ ਕਰਨਾ ਕਿ ਜਿਹੜਾ ਪਹਿਲਾ ਬੰਦਾ ਆਦਮ ਜਿਹਨੂੰ ਅੱਲਾਹ ਤਾਲਾ ਨੇ ਮਿੱਟੀ ਨਾਲ ਬਣਾਇਆ ਸੀ ਤੇ ਕਾਲ ਲਹੁ ਕੁਨ ਫਯਕੂਨ ਉਹਨੂੰ ਫਿਰ ਆਖਿਆ ਹੋ ਜਾ ਤੇ ਹੋ ਗਿਆ। ਮੈਂ ਉਸ ਆਦਮ ਦੀ ਗੱਲ ਨਾ ਮੈਂ ਆਖਿਆ ਉਹ ਨਬੀ ਹੈ ਨਾ ਮੈਂ ਆਖਿਆ ਉਹ ਰਸੂਲ ਹੈ ਨਾ ਮੈਂ ਆਖਿਆ ਉਹਦਾ ਬ੍ਰਿਟਿਸ਼ ਪਾਸਪੋਰਟ ਸੀ ਨਾ ਮੈਂ ਆਖਿਆ ਉਹਦੇ ਕੋਲ ਪਾਕਿਸਤਾਨੀ ਮੈਂ ਤੇ ਗੱਲਾਂ ਹੀ ਨਹੀਂ ਕੀਤੀਆਂ। ਮੈਂ ਸਿੰਪਲ ਤੁਸੀਂ ਗੱਲਾਂ ਕਰ ਰਹੇ ਹੋ ਇੱਕ ਅਹਿਮ ਦੀ ਗੱਲ ਕਰੇ ਤੇ ਗੁਸਤਾਖੀ ਹੋ ਜਾਂਦੀ ਹੈ। ਹੁਣ ਤੁਸੀਂ ਹੋਰ ਪਾਸੇ ਨਾ ਜਾਓ ਨਾ। ਤੁਸੀਂ ਨਬੀ ਰਸੂਲ ਦੀਆਂ ਗੱਲਾਂ ਵਿੱਚ ਕਿਉਂ ਪਹਿਲੇ ਆਉਂਦੇ ਹੋ? ਪਹਿਲਾ ਆਦਮ ਮੈਂ ਹੁਣ ਸਿੱਖਣ ਵਾਸਤੇ ਆਇਆ ਨਾ ਤੁਹਾਨੂੰ ਪਤਾ ਮੈਂ ਸਿੱਖਣਾ ਹੁੰਦਾ ਨਾ ਤੇ ਜਜ਼ਬਾਤੀ ਹੋਣ ਦੀ ਕੋਈ ਜ਼ਰੂਰਤ ਨਹੀਂ। ਮੈਂ ਤਾਂ ਵੈਸੇ ਪੁੱਛ ਰਿਹਾ ਜਜ਼ਬਾਤੀ ਨਹੀਂ ਮੈਂ ਤਾਂ ਕਹਿਣਾ ਕਿ ਉਹ ਆਦਮ ਜਿਹਨੂੰ ਅੱਲਾਹ ਤਾਲਾ ਨੇ ਮਿੱਟੀ ਨਾਲ ਬਣਾਇਆ ਤੇ ਆਖਿਆ ਹੋ ਜਾ ਤੇ ਹੋ ਗਿਆ। ਮੈਂ ਉਸੇ ਆਦਮ ਦੀ ਗੱਲ ਕਰ ਰਿਹਾ। ਤੁਹਾਡਾ ਕੀ ਇਤਰਾਜ਼ ਕੀ ਮਸਲਾ ਕੀ ਤੁਹਾਨੂੰ? ਮੇਰਾ ਕੋਈ ਇਤਰਾਜ਼ ਨਹੀਂ ਜੀ। ਤੁਹਾਨੂੰ ਕਿਉਂ ਨਹੀਂ ਗੱਲ ਵੀ ਸਮਝ ਆਉਂਦੀ ਕਿ ਈਸਾ ਦੀ ਮਿਸਾਲ ਆਦਮ ਦੀ ਮਿਸਾਲ ਹੈ? अच्छा मिर्जा साहब ये ज़ाहिर हो गया कि बगैर बाप तो आदम ही पैदा हुए और उस बाद की कहते ने हज़रत सल्लल्लाहु अलैहि वसल्लम ही पैदा हुए ना। क्या कह दे ईसा तो ही साबित हो गया ना। हाँ जी कि ईसा दी मिसाल जड़ी वो आदम वर्गी है ना। हाँ जी ताहिर साहब ना करो यार उत्ते आ जाओ ਤੁਹਾਡਾ ये 1 ਕਰੋੜ वाला मामला पता नहीं किधर ਨੂੰ जा रहा। मैं तो वेखण ਡਿਆ मैं तो अज भी तरले करदा रहा कि पता नहीं किधर आ जानी मैं करोड़ वेख लवां। कितने ने ताहिर साहब बुलाओ उन्होंने उत्ते। ताहिर साहब आ जाओ उत्ते आओ यार। सनैन साहब खुश आमदेद की फरमाओगे तुसी? नाले हजरत अब्दुल गफार जंबा अलैहिस्सलाम साहब भी तशरीफ ले आए ने। और तो बड़े चालू
ਨਹੀਂ ਕੋਈ ਚਾਲੂ ਨਹੀਂ, ਮੈਂ ਤਾਂ ਤੁਹਾਡੇ ਸਾਹਮਣੇ ਕਹਿ ਰਿਹਾ ਹਜ਼ਰਤ ਅਬਦੁਲ ਗਫਾਰ ਜੰਬਾ ਅਲੈਹਿਸਲਾਮ। ਤੇ ਆਣ ਦੇ, ਉਹਨਾਂ ਨੂੰ ਵੀ ਆਂਦੇ ਨੇ ਵੀ, ਉਹਨਾਂ ਨੇ ਵੀ ਆਪਣੇ ਟਾਈਮ ਤੇ ਆਣਾ ਹੀ ਹੈ। ਅਲਾਮਾ ਸਾਹਿਬ, ਜਿਹੜੀ ਹਦੀਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਜੀ ਜੀ ਇਹਦੇ ਵਿੱਚ ਜਿਹੜਾ ਚੰਦ ਗ੍ਰਹਿਣ ਹੈ ਉਹ ਤੇ ਸ਼ੁਰੂ ਦੀਆਂ ਤਾਰੀਖਾਂ 'ਚ ਹੈ ਨਾ? ਪਹਿਲੀ ਤਾਰੀਖ ਅਵਲ ਲੈਲਤ ਮਿਨ ਰਮਜ਼ਾਨ। ਹਾਂ, ਤੇ ਅਗਰ ਉਹਨੂੰ ਕਮਰ ਵੀ ਮੰਨ ਲਿਆ ਜਾਏ ਤੇ ਕਮਰ ਦਾ ਜਿਹੜਾ ਚੰਦ ਹੁੰਦਾ ਹੈ, ਪਹਿਲੇ ਔਰ ਦੂਜੇ ਦਿਨ ਦਾ ਜਿਹੜਾ ਚੰਦ ਹੁੰਦਾ ਉਹਨੂੰ ਹਲਾਲ ਕਹਿੰਦੇ ਨੇ, ਤੇ ਤੀਜੇ ਦਿਨ ਦੇ ਚੰਦ ਨੂੰ ਕਮਰ ਕਹਿੰਦੇ ਨੇ। ਨਹੀਂ, ਇਹੋ ਹੀ ਤੇ ਗੱਲ ਬਸ਼ੀਰੁদ্দিন ਮਹਿਮੂਦ ਅਹਿਮਦ ਸਾਹਿਬ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਹਿੰਦੇ ਨੇ ਦੇਖੋ, ਹਰ ਕਮਰ ਜਿਹੜਾ ਹੈ ਉਹ ਹਲਾਲ ਜਾਂ ਬਦਰ ਹੋ ਸਕਦਾ ਹੈ, ਲੇਕਿਨ ਹਰ ਹਲਾਲ ਕਮਰ ਨਹੀਂ ਹੋ ਸਕਦਾ ਨਾ। ਉਲਟ ਹੋ ਗਿਆ ਕੰਮ। ਹਰ ਹਲਾਲ ਕਮਰ ਹੈ ਪਰ ਹਰ ਕਮਰ ਹਲਾਲ ਨਹੀਂ। ਹਰ ਬਦਰ ਕਮਰ ਹੈ ਪਰ ਹਰ ਕਮਰ ਬਦਰ ਨਹੀਂ। ਕਮਰ ਕਦੇ ਬਦਰ ਹੁੰਦਾ, ਕਦੇ ਹਲਾਲ ਹੁੰਦਾ। ਮੈਨੂੰ ਇਹ ਦੱਸੋ, ਹਲਾਲ ਕਿਹੜੇ ਦਿਨਾਂ ਦੇ ਚੰਦ ਨੂੰ ਕਹਿੰਦੇ ਨੇ? ਪਹਿਲੀ ਔਰ ਦੂਜੇ ਦਿਨ ਦਾ ਜਿਹੜਾ ਚੰਦ ਹੁੰਦਾ ਉਹਨੂੰ ਹਲਾਲ ਕਹਿੰਦੇ ਨੇ ਸਾਰੀ। ਹਾਂਜੀ ਹਾਂਜੀ, ਮੈਂ ਤੁਹਾਨੂੰ ਅਲਫਾਜ਼ ਉਹਨਾਂ ਤੇ ਦੱਸਿਆ। ਤੀਸਰੇ ਦਿਨ ਦਾ ਜਿਹੜਾ ਚੰਦ ਹੁੰਦਾ ਉਹਨੂੰ ਕਮਰ ਕਹਿੰਦੇ ਨੇ। ਤੇ ਅਗਰ ਹਾਂਜੀ। ਸ਼ੁਰੂ ਦੀ ਤਾਰੀਖ ਮੰਨੀ ਜਾਏ ਤੇ 3 ਹੀ ਬਣੇਗੀ ਨਾ? ਨਹੀਂ, 3 ਗੱਲ 4 ਇਹ- 5। ਹਾਂਜੀ, ਉਹ 3-4 ਨਹੀਂ ਬਣਦੀ। ਪਹਿਲੀ ਰਾਤ ਦਾ ਜਿਹੜਾ ਰਮਜ਼ਾਨ ਦਾ ਚੰਨ ਹੈ ਨਾ, ਉਹਨੂੰ ਵੀ ਕਮਰ ਕਿਹਾ ਜਾਂਦਾ ਹੈ। ਸੁਣ ਲਓ, ਇਹ ਕਿੱਥੇ ਲਿਖਿਆ ਹੈ? ਮੈਂ ਦੱਸਣਾ ਨਾ। ਇਹ ਦਰਸੇ ਕੁਰਾਨ ਤਫਸੀਰ ਸੂਰਾ ਮੁਦੱਸਰ ਅਲ ਫਜ਼ਲ ਅਖਬਾਰ 17 ਜੁਲਾਈ 1928 बशीरुद्दीन महमूद अहमद साहब कहते हैं, हर कमर बदर नहीं होता लेकिन हर बदर कमर जरूर होता है। इसी तरह हर कमर हिलाल नहीं होता मगर हर हिलाल कमर जरूर होता है, क्योंकि चांद का आम नाम है कमर। ਅੱਛਾ, ਇਹਦਾ ਮਤਲਬ ਇਹ ਹੈ ਕਿ ਉਹਨਾਂ ਦੇ ਨਜ਼ਰੀਏ ਦੇ ਮੁਤਾਬਕ ਜਿਹੜਾ ਹਿਲਾਲ ਹੈ ਉਹ ਕਮਰ ਹੈ। वो कहते ने खा चांद पहले दिन का हो या दूसरे दिन का या तीसरे चौथे दिन का, खा 14वीं दिन का, 26वीं या 27वीं दिन का, इसको कमर कहते हैं। चांद बाज का फीतों के लिहाज से हलाल कहलाता है, लेकिन ये सारे कमर ही हैं। ਚਲੋ बदर भी ਅਗਰ कमर ਉਸ ਨਜ਼ਰੀਏ ਨੂੰ ਵੀ ਮੰਨ ਲਿਆ ਜਾਏ ਤੇ ਫਿਰ ਕਮਰ ਪਹਿਲੇ ਦਿਨ ਦਾ ਵੀ ਹੋਇਆ, ਦੂਜੇ ਦਾ ਵੀ ਹੋਇਆ, ਤੇ ਅਗਰ ਹਦੀਸ ਦੇ ਮੁਤਾਬਕ ਗ੍ਰਹਿਣ ਲੱਗਣਾ ਹੈ ਤੇ ਫਿਰ ਪਹਿਲੇ, ਦੂਜੇ, ਤੀਸਰੇ, ਚੌਥੇ, ਪੰਜਵੇਂ ਦਾ ਗੱਲ ਕਰ ਲਓ। ਇਹ ਤੇ ਸ਼ੁਰੂ ਦੀਆਂ ਤਾਰੀਖਾਂ ਹੋ ਸਕਦੀਆਂ, 15 ਤੇ ਜਾਂ 13, 14 ਤੇ ਸ਼ੁਰੂ ਦੀ ਤਾਰੀਖ ਨਹੀਂ ਹੋ ਸਕਦੀ, ਉਹ ਤੇ ਮਿਡਲ ਵਿੱਚ ਆ ਜਾਏਗੀ ਨਾ। हाँ जी हाँ जी, ਜਿਹੜੀ ਹਦੀਸ ਦੇ ਅਲਫਾਜ਼ ਨੇ ਉਹ ਹਦੀਸ ਦੇ ਤੇ ਅਲਫਾਜ਼ ਤੇ ਹੀ ਨੇ ਨਾ, ਰਮਜ਼ਾਨ ਦੀ ਪਹਿਲੀ ਰਾਤ। ਪਹਿਲੀ ਰਾਤ। ਤੇ ਇਹ ਤੇ ਕਦੀ ਹੋਣਾ ਹੀ ਨਹੀਂ ਜ਼ਿੰਦਗੀ 'ਚ, ਇਹ ਹੋ ਹੀ ਨਹੀਂ ਸਕਦਾ। ਹੋ ਵੀ ਨਹੀਂ ਜਿਸ ਸਕਦਾ। ਤਰ੍ਹਾਂ ਈਸਾ ਅਲੈਹਿਸਲਾਮ ਬਿਨ ਬਾਪ ਪੈਦਾ ਹੋਏ ਨੇ, ਤੇ ਪੈਦਾ ਤੇ ਬਿਨ ਬਾਪ ਬੰਦਾ ਹੋ ਹੀ ਨਹੀਂ ਸਕਦਾ। ਕੁਰਾਨ ਕਹਿੰਦਾ ਹੈ ਯਾ ਯੂਹन्नास ਇੰਨਾ ਖਲਕਨਾकुम ਮਿਨ ਜ਼ਕਰਿਨ व ਉਨਸਾ, ਐ ਨਸਲ ਇਨਸਾਨੀ, ਐ ਇਨਸਾਨੋ, ਅਸੀਂ ਤੁਹਾਨੂੰ ਇੱਕ ਮਰਦ ਔਰ ਇੱਕ ਔਰਤ ਤੋਂ ਪੈਦਾ ਕੀਤਾ ਹੈ। ਤੇ ਈਸਾ ਅਲੈਹਿਸਲਾਮ ਬਿਨ ਬਾਪ ਤੇ ਪੈਦਾ ਹੋ ਹੀ ਨਹੀਂ ਨਾ ਸਕਦੇ। ਤੇ ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਜਿਹੜਾ ਇਹ ਨਾ ਮੰਨੇ ਕਿ ਈਸਾ ਅਲੈਹਿਸਲਾਮ ਬਿਨ ਬਾਪ ਨੇ, ਉਹ ਮੁਰਦਾ ਖੁਦਾ ਦਾ ਪੁਜਾਰੀ ਹੈ। ਮੈਂ ਉਹਨੂੰ ਮੁਸਲਮਾਨ ਹੀ ਨਹੀਂ ਮੰਨਦਾ, ਨੇਚਰੀ ਹੈ। ਮੇਰਾ ਤੇ ਮਿਰਜ਼ਾ ਸਾਹਿਬ ਦਾ ਤੇ ਇਹੀ ਕੀਤਾ ਹੈ ਮਸਲੇ ਤੇ ਬੜੇ ਅਹਿਮ ਨੇ, ਇਹਦੇ ਵਾਸਤੇ ਕੋਈ ਬੰਦੇ ਢੂੰਡਨੇ ਪੈਣੇ ਨੇ ਜਿਹੜੇ ਕਿ ਇਹਨਾਂ ਮਸਾਇਲ ਦੇ ਉੱਤੇ ਕੁਝ ਇਹਨੂੰ ਸੁਲਝਾਣ। ਕੀ ਖਿਆਲ ਹੈ? ਬਿਸਮਿਲ੍ਲਾ, ਕੋਈ ਬੰਦਾ ਮਸਲੇ ਕੰਪਲਿਕੇਟਡ ਹੋ ਗਏ। ਤਲਾਸ਼ ਫਤਿਹ ਕਰੋ। ਇਸਲਾਮ ਸਾਹਿਬ ਨੂੰ ਅਗਰ ਰਿਕੁਐਸਟ ਕੀਤੀ ਜਾਏ ਜ਼ਰੂਰ ਜ਼ਰੂਰ ਜ਼ਰੂਰ। ਕਿ ਬਈ ਉਹ ਇਹ ਜਿਹੜੇ ਸਵਾਲ ਨੇ, ਤੁਹਾਡਾ ਇਹ ਸਵਾਲ ਵੀ ਬੜਾ ਅਹਿਮ ਹੈ, ਤੁਸੀਂ ਕਿਉਂਕਿ ਕੁਤਬ ਦਾ ਮੁਤਾਲਾ ਕਰਦੇ ਰਹਿੰਦੇ ਹੋ ਔਰ ਜਿਹੜੀਆਂ ਮੁਸ਼ਕਿਲਾਂ ਆਉਂਦੀਆਂ ਨੇ ਉਹ ਤੁਸੀਂ ਆਵਾਮ ਨਾਸ ਨੂੰ ਪੁੱਛਦੇ ਹੋ, ਔਰ ਉਹਦੇ ਨਾਲ ਇਹ ਹੈ ਕਿ ਲੋਕਾਂ ਦੇ ਇਲਮ ਵਿੱਚ ਇਜ਼ਾਫਾ ਹੁੰਦਾ। ਉਹਦੇ 'ਚ ਇਹ ਹੈ ਕਿ ਅਗਰ ਕੋਈ ਸਾਹਿਬ ਇਲਮ ਮਿਲ ਜਾਏ ਤੇ ਉਹਦੇ ਅੱਗੇ ਸਵਾਲ ਰੱਖੇ ਜਾਣ, ਆਵਾਮ ਦੀ ਸਾਹਬਾਰ ਦਾ ਕੋਈ ਬੰਦਾ ਮਿਲ ਜਾਏ ਤੇ ਇਹ ਮੁਸ਼ਕਿਲਾਂ ਦੂਰ ਹੋ ਸਕਦੀਆਂ ਨੇ। ਕੀ ਖਿਆਲ ਹੈ? हम तो माइल बेकरम है, कोई साइल ही नहीं। ਤੁਸੀਂ ਰਾਹ ਕੋਈ ਇਸਲਾਮ ਇੱਕ ਕਿਸੇ- ਚਿੱਠੀ ਲਿਖੋ ਫਤਿਹ ਇਸਲਾਮ ਸਾਹਿਬ ਨੂੰ ਕਿ ਇਹ ਕੁਛ ਮੇਰੇ ਇੱਕ ਦੋ ਅਸ਼ਕਾਲ ਨੇ ਤੇ ਇਹਨਾਂ ਦੇ ਉੱਤੇ ਕਿਸੇ ਵੇਲੇ ਟਾਈਮ ਦਿਓ। ਖੁੱਲੀ ਚਿੱਠੀ ਲਿਖਣੀ ਆ, ਤੁਸੀਂ ਰਿਕਾਰਡ ਕਰ ਲਓ, ਜਾ ਕੇ ਪਲੇ ਕਰ ਦਿਓ, ਪਹੁੰਚਾ ਦਿਓ ਉਹਨਾਂ ਨੂੰ। ਚਲੋ ਠੀਕ ਹੈ, ਉਹਨਾਂ ਨੂੰ ਇਹ ਤੁਸੀਂ ਪੈਗਾਮ ਰਿਕਾਰਡ ਕਰਕੇ ਤੇ ਦਿਓ। ਤੇ ਮੀਆਂ ਸਾਹਿਬ ਨੂੰ ਅੱਜ ਅਗਰ ਮੈਨੂੰ ਟਾਈਮ ਮਿਲਿਆ ਤੇ ਮੈਂ ਉਹਨਾਂ ਨੂੰ ਕਹਾਂਗਾ ਕਿ ਟਾਈਮ ਦਿਓ। ਆਮਨ ਨਜ਼ੀਰ ਸਾਹਿਬ ਦੇ ਕੁਝ ਸਵਾਲ ਨੇ ਤੇ ਉਹ ਅਗਰ
ਜਵਾਬ ਦੇਣ ਤੇ ਉਹਦੇ ਨਾਲ ਅਵਾਮ ਨਾਸ ਨੂੰ ਫਾਇਦਾ ਹੋਏਗਾ। ਅਸੀਂ ਤੇ ਤੁਹਾਨੂੰ ਪਤਾ ਸਾਮਈਨ ਹੀ ਚੋਂ ਜੀ ਜੀ ਤੇ ਅਕਸਰ ਸੁਣਨ ਆਉਂਦੇ ਆ ਤੁਹਾਨੂੰ ਵੀ, ਫਤਿਹ ਇਸਲਾਮ ਸਾਹਿਬ ਨੂੰ ਵੀ, ਹੋਰ ਵੀ ਮੁਖਤਲਿਫ ਬਰੋਡਸ ਦੇ ਉੱਤੇ ਲੋਕ ਇਲਮ ਬਖੇਰਦੇ ਨੇ, ਉਹਨਾਂ ਨੂੰ ਅਸੀਂ ਸੁਣੀਦਾ। ਜੀ ਜੀ ਜ਼ਰੂਰ, ਤੁਸੀਂ ਇਹ ਉਹਨਾਂ ਨੂੰ ਖੁੱਲੀ ਚਿੱਠੀ ਪਹੁੰਚਾ ਦਿਓ। ਮੇਰੀ ਤਰਫੋਂ ਫਤਿਹ ਇਸਲਾਮ ਸਾਹਿਬ ਦਾ ਨਾਮ ਹੈ ਅਸਲ 'ਚ ਅਨੀਸ ਸਾਹਿਬ ਨੇ। ਹਾਂਜੀ, ਅਨੀਸੁਰ ਰਹਿਮਾਨ ਸਾਹਿਬ ਨੇ ਖੁੱਲੀ ਚਿੱਠੀ ਪਹੁੰਚਾ ਦਿਓ ਕਿ ਅਨੀਸੁਰ ਰਹਿਮਾਨ ਸਾਹਿਬ, ਇਹ ਜਿਹੜੀ ਰਵਾਇਤ ਦਾਰੇ ਕੁਤਨੀ ਦੀ, ਇਹ ਸਾਡੇ ਮਹਿੰਦੀ ਦੇ ਦੋ ਨਿਸ਼ਾਨ ਨੇ। ਜਦੋਂ ਦੀ ਦੁਨੀਆ ਪੈਦਾ ਹੋਈ ਹੈ, ਜਦੋਂ ਦਾ ਜ਼ਮੀਨ ਅਸਮਾਨ ਪੈਦਾ ਹੋਇਆ, ਕਦੀ ਵੀ ਇਹ ਦੋ ਨਿਸ਼ਾਨ ਪਹਿਲੇ ਵਕੂ ਪਜ਼ੀਰ ਨਹੀਂ ਹੋਏ। ਪਹਿਲਾ ਇਹ ਵੇ ਕਿ ਯਨ ਕਸਿਫੁਲ ਕਮਰ ਲੇ ਅਵਲ ਲੈਲਤ ਮਿਨ ਰਮਜ਼ਾਨ ਦੀ ਪਹਿਲੀ ਰਾਤ ਨੂੰ ਕਸੂਫ ਕਮਰ ਹੋਏਗਾ, ਯਾਨੀ ਕਮਰ ਨੂੰ ਗ੍ਰਹਿਣ ਲੱਗੇਗਾ। ਬਿਲਕੁਲ। ਵਤਨ ਕਸਿਫੁ ਸ਼ਮਸ ਫਿਰ ਨਸਫ ਮਿਨ, ਔਰ ਉਹਦੇ ਨਿਸਫ ਯਾਨੀ 15ਵੇਂ ਰੋਜ਼ੇ ਜਾ ਕੇ ਸੂਰਜ ਨੂੰ ਗ੍ਰਹਿਣ ਲੱਗੇਗਾ। ਇਹ ਜਿਹੜੀ ਰਵਾਇਤ ਹੈ ਦਾਰੇ ਕੁਤਨੀ ਦੀ, ਪਹਿਲੀ ਤੇ ਗੱਲ ਇਹ ਵੇ ਕਿ ਇਹ ਰਵਾਇਤ ਮੌਜ਼ੂ ਔਰ ਮਨ ਘੜਤ ਹੈ। ਇਹਦੇ ਚ ਦੋ ਰਾਵੀ ਨੇ, ਅਮਰ ਬਿਨ ਸ਼ਿਮਰ ਤੇ ਜਾਬਰ ਜਾਫੀ। ਠੀਕ ਹੈ। ਉਹਨਾਂ ਦੇ ਬਾਰੇ ਇਮਾਮ ਬੁਖਾਰੀ ਤੋਂ ਲੈ ਕੇ ਇਮਾਮ ਇਬਨ ਹਬਾਨ ਤੱਕ तमाम ਆਇਮਾ ਨੇ, ਅਕਸਰ ਆਇਮਾ ਨੇ ਯਾਨੀ ਉਹਨਾਂ ਦੇ ਉੱਤੇ ਹੁਕਮ ਲਾਇਆ ਕਿ ਇਹ ਝੂਠੇ ਤੇ ਕਜ਼ਾਬ ਰਾਵੀ ਨੇ, ਇਹਨਾਂ ਦੀਆਂ ਹਦੀਸਾਂ ਨਹੀਂ ਲੀਆਂ ਜਾਣਗੀਆਂ। ਦੂਸਰੀ ਗੱਲ ਇਹ ਕਿ ਇਹ ਰਵਾਇਤ ਮੁਹੰਮਦ ਬਿਨ ਅਲੀ ਦਾ ਕੋਲ ਹੈ, ਔਰ ਉਹ ਮੁਹੰਮਦ ਬਿਨ ਅਲੀ ਵੀ ਪਤਾ ਨਹੀਂ ਕੌਣ ਹੈ। ਅਗਰ ਉਹ ਮੁਹੰਮਦ ਬਾਕਰ ਹੈ, ਜਿਸ ਤਰ੍ਹਾਂ ਕਿ ਮਿਰਜ਼ਾ ਸਾਹਿਬ ਦਾ ਦਾਅਵਾ ਹੈ ਕਿ ਮੁਹੰਮਦ ਬਿਨ ਅਲੀ ਤੋਂ ਮੁਰਾਦ ਮੁਹੰਮਦ ਬਾਕਰ ਹੈ, ਤੇ ਤਾਂ ਵੀ ਇਹ ਮੁਹੰਮਦ ਬਾਕਰ ਦਾ ਕੌਲ ਹੋ ਸਕਦਾ ਹੈ, ਨਬੀ ਪਾਕ ਦੇ ਕੌਲ ਨਹੀਂ ਹੈ। ਇਹਨੂੰ ਨਬੀ ਪਾਕ ਦਾ ਕੌਲ ਕਰਾਰ ਦੇ ਕੇ ਤੇ ਲੋਕਾਂ ਨਾਲ ਧੋਖਾ ਨਾ ਕਰੋ, ਤੇ ਨਾ ਕਹੋ ਕਿ ਨਬੀ ਅਲੈਹਿਸ ਸਲਾਮ ਦੀ ਹਦੀਸ ਪੂਰੀ ਹੋ ਗਈ। ਨਾ ਤੇ ਮਿਰਜ਼ਾ ਸਾਹਿਬ ਦੇ ਦੌਰ ਵਿੱਚ 1894 ਚ ਚਾਂਦ ਦੀ ਪਹਿਲੀ ਰਾਤ ਨੂੰ, ਰਮਜ਼ਾਨ ਦੀ ਪਹਿਲੀ ਰਾਤ ਨੂੰ ਨਾ ਤੇ ਗ੍ਰਹਿਣ ਲੱਗਾ, ਨਾ ਇਹ ਮਿਰਜ਼ਾ ਸਾਹਿਬ ਤੇ ਫਿੱਟ ਆਮਦੀ ਗੱਲ। ਤੇ ਧੋਖਾ ਨਾ ਕਰੋ, ਜ਼ਿਆਦਤੀ ਨਾ ਕਰੋ। ਇਹ ਪਹਿਲੀ ਗੱਲ ਹੈ ਕਿ ਰਵਾਇਤ ਹੀ ਸਹੀ ਨਹੀਂ ਹੈ। ਦੂਜੀ ਗੱਲ ਹੈ ਕੌਲ ਹੈ ਕਿਸੇ ਬੰਦੇ ਦਾ, ਮੁਹੰਮਦ ਬਿਨ ਅਲੀ ਦਾ, ਉਹਦੀ ਕੋਈ ਅਹਿਮੀਅਤ ਹੀ ਕੋਈ ਨਹੀਂ, ਕੋਈ ਨਬੀ ਪਾਕ ਦਾ ਕੌਲ ਹੀ ਹੈ ਨਹੀਂ। ਤੀਸਰੀ ਗੱਲ ਹੈ ਕਿ ਜੋ ਉਹਦੇ ਵਿੱਚ ਅਲਫਾਜ਼ ਨੇ ਉਹਦੇ ਮੁਤਾਬਕ 1894 ਵਿੱਚ ਗ੍ਰਹਿਣ ਵੀ ਨਹੀਂ ਲੱਗਾ, ਤੇ ਤੁਸੀਂ ਇਹਨੂੰ ਕਿਉਂ ਮਿਰਜ਼ਾ ਸਾਹਿਬ ਦੇ ਉੱਤੇ ਚਸ਼ਮਾ ਕਰਦੇ ਹੋ ਤੇ ਲੋਕਾਂ ਨਾਲ ਧੋਖਾ ਕਰਦੇ ਹੋ? ਇਹ ਮੇਰਾ ਸਵਾਲ। ਨਹੀਂ, 1894 ਚ ਗ੍ਰਹਿਣ ਲੱਗਾ ਹੈ, ਲੇਕਿਨ ਇਹਨਾਂ ਤਾਰੀਖਾਂ ਚ ਨਹੀਂ ਲੱਗਾ ਜਿਹੜੀਆਂ ਸ਼ੁਰੂ ਦੀਆਂ ਤਾਰੀਖਾਂ। ਹਾਂਜੀ, ਉਹੀ ਮੈਂ ਕਹਿ ਰਿਹਾ ਕਿ ਨਾ ਤੇ ਰਮਜ਼ਾਨ ਦੀ ਪਹਿਲੀ ਰਾਤ ਨੂੰ ਲੱਗਾ ਤੇ ਨਾ ਇਹ ਫਿਰ ਮਿਰਜ਼ਾ ਸਾਹਿਬ ਦੇ ਮੁਤਾਬਕ, ਉਹ ਦਾਅਵੇ ਦੇ ਮੁਤਾਬਕ ਹੋ ਸਕਦਾ ਹੈ ਕਿ ਭਾਈ ਮੈਂ ਇਮਾਮ ਮਹਿੰਦੀ ਹਾਂ ਤੇ ਮੇਰੇ ਦੌਰ ਚ ਲੱਗ ਗਿਆ। ਇਹ ਗੱਲ ਗਲਤ ਹੈ, ਕਿਉਂਕਿ ਉਹਦੇ ਵਾਸਤੇ ਤੇ ਦੇਖਣਾ ਪਏਗਾ ਨਾ ਕਿ ਅਗਰ ਅੱਜ ਫਰਜ਼ ਕਰੋ ਕੋਈ ਬੰਦਾ ਇਮਾਮ ਮਹਿਦੀ ਦਾ ਦਾਅਵਾ ਕਰਦਾ ਹੈ, तो ਇਹੋ ਹੀ ਐਲਾਨ ਕਰੇਗਾ ਨਾ ਕਿ ਮੈਂ ਉਹ ਇਮਾਮ ਮਹਿਦੀ ਹਾਂ ਜਿਹਦਾ ਅਹਾਦੀਸ ਦੇ ਜ਼ਿਕਰ ਹੈ, और मैं मबूस होया अल्लाह ताला दी तरफों, और मैं दावा करना कि मैं इमाम महदी हां। इंज ही कहेगा या नहीं कहेगा? खैर ਉਹਦੇ ਬਾਰੇ ਦਾਵਾ ਉਹਦੀ ਤਰਫੋਂ ਤੇ ਨਿਸ਼ਾਨੀ ਮੌਜੂਦ ਨਹੀਂ, ਬਲਕਿ ਇਹ ਮੌਜੂਦ ਹੈ ਕਿ ਲੋਕੀ ਉਹਨੂੰ ਕਹਿਣਗੇ ਕਿ ਸਾਡੀ ਬੈਤ ਲੈ, ਅਸੀਂ ਤੈਨੂੰ ਆਪਣਾ ਇਮਾਮ ਮੰਨਨੇ ਆ, ਔਰ ਉਹ ਉੱਥੇ ਹਰਮ ਚ ਬੈਤ ਹੋਏਗੀ, ਖਾਨਾ ਕਾਬਾ ਚ। नहीं, मैं कह रहा फर्ज करो कि आज अगर कोई इमाम महदी आंदा है ਤੇ ਸਾਨੂੰ ਕਿਵੇਂ ਪਤਾ ਲੱਗੇਗਾ ਉਹ ਇਮਾਮ ਮਹਿਦੀ? ਅਗਰ ਉਹ ਹਰਮ ਹੀ ਚਾਹੇ ਤਾਂ ਵੀ ਉਹ ਦਾਵਾ ਕਰੇਗਾ। ਅਗਰ ਉਹ ਕਿਸੇ ਵੀ ਜਗ੍ਹਾ ਦੁਨੀਆ ਦੇ ਕਿਸੇ ਵੀ ਖਿੱਤੇ ਤੇ ਆਂਦਾ, ਉਹ ਕਮ ਸੇ ਕਮ ਕਹੇਗਾ ਤੇ ਸਹੀ ਨਾ ਕਿ ਮੈਂ ਇਮਾਮ ਮਹਿਦੀ ਹਾਂ। ਉਹਦਾ ਕਹਿਣਾ ਕਿਰੇ ਦਲੀਲ ਮੌਜੂਦ ਨਹੀਂ ਕਿ ਉਹ ਖੁਦ ਕਹੇਗਾ, ਬਲਕਿ ਲੋਕ ਜਦੋਂ ਉਹਦੀ ਬੈਤ ਕਰ ਲੈਣਗੇ ਤੇ ਉਹ ਇਮਾਮ ਮਹਿਦੀ ਮਸ਼ਹੂਰ ਹੋ ਜਾਏਗਾ ਕਿ ਇਹ ਇਮਾਮ ਮਹਿਦੀ ਹੈ। ਨਹੀਂ, ਉਹਦੀ ਬੈਤ ਕਿਵੇਂ ਕਰਨਗੇ? ਕਿਸ ਤਰ੍ਹਾਂ ਪਤਾ ਲੱਗੇਗਾ ਇਮਾਮ ਮਹਿਦੀ? ਜਿਹੜੇ ਹਦੀਸ ਦੇ ਅਲਫਾਜ਼ ਨੇ ਇਮਾਮ ਮਹਦੀ ਦੀ ਬੈਤ ਦੇ ਬਾਰੇ, ਉਹ ਤੇ ਇਹੋ ਹੀ ਹੈ ਕਿ ਉਹ ਮਕਾਮ ਇਬਰਾਹਿਮ ਦੇ ਕੋਲ ਉੱਥੇ ਲੋਕਾਂ ਕੋਲ ਬੈਤ ਲੈਣਗੇ, ਲੋਕ ਉਹਨਾਂ ਨੂੰ ਕਹਣਗੇ ਤੁਸੀਂ ਸਾਡੀ ਬੈਤ ਲਓ। ਉਹੀ ਮੈਂ ਅਰਜ਼ ਕਰ ਰਿਹਾ ਨਾ, ਉੱਥੇ ਮਕਾਮ ਇਬਰਾਹਿਮ ਤੇ ਕੋਈ ਬੰਦਾ ਤਿਆਰ ਬੈਠਾ ਹੋਏਗਾ ਕਿ ਆਓ ਮੇਰੀ ਬੈਤ ਕਰੋ,
ਜਾਂ ਕੋਈ ਵੀ ਬੰਦਾ ਉੱਥੇ ਹੋਏਗਾ ਔਰ ਲੋਕ ਖੁਦ ਜਾ ਕੇ ਬੈਠ ਕਰਨਾ ਸ਼ੁਰੂ ਕਰ ਦੇਣਗੇ। ਬੰਦਾ ਤੇ ਅੱਜ ਰਾਤ ਵੀ ਉੱਥੇ 10 ਤੋਂ 15,000 ਮੌਜੂਦ ਹੈ, ਹਰ ਰਾਤ ਨੂੰ ਉੱਥੇ ਹੁੰਦੇ ਨੇ ਬੰਦੇ, ਤੇ ਹੱਲਾ ਦੇ ਘਰ ਤੇ ਕਦੇ ਖਾਲੀ ਹੋਇਆ ਹੀ ਨਹੀਂ। ਉਹ ਗੱਲ ਤੁਹਾਡੀ ਠੀਕ ਹੈ, ਮਤਲਬ ਇਹ ਹੈ ਕਿ ਅਗਰ ਉੱਥੇ 10-15,000 ਬੰਦੇ ਨੇ, ਉਹ 10-15,000 ਬੰਦਿਆਂ ਨੂੰ ਕਿਵੇਂ ਪਤਾ ਲੱਗੇਗਾ ਕਿ ਅਸੀਂ ਇਸ ਬੰਦੇ ਦੀ ਜਾ ਕੇ ਬੈਠ ਕਰੀਏ? ਹਾਂ, ਉਹ ਜਿਹੜੇ ਹਾਲਾਤ ਲਿਖੇ ਨੇ ਕਿ ਉਸ ਵਕਤ ਇਸ ਤਰ੍ਹਾਂ ਦੇ ਹਾਲਾਤ ਵਕੂ ਪਜ਼ੀਰ ਹੋਣਗੇ, ਉਹ ਇੱਕ ਇਮਾਮ ਹੋਣਗੇ, ਲੀਡਰ ਹੋਣਗੇ, ਤੇ ਲੋਕੀ ਉਹਨਾਂ ਨੂੰ ਜਾ ਕੇ ਕਹਿਣਗੇ ਕਿ ਅਸੀਂ ਤੁਹਾਡੀ ਬੈਤ ਕਰਨਾ ਚਾਹੁੰਦੇ ਹਾਂ, ਤੁਸੀਂ ਸਾਡੇ ਕੋਲ ਬੈਤ ਲਓ। ਉਹਨਾਂ ਦੇ ਬਾਰੇ ਇੰਨੀ ਹੀ ਗੱਲ ਲਿਖੀ ਹੈ। ਮੈਨੂੰ ਇਹ ਗੱਲ ਨਹੀਂ ਸਮਝ ਆਈ ਕਿ ਅਗਰ ਫਰਜ਼ ਕਰੋ ਕਿ ਦੁਨੀਆ ਦੇ ਵਿੱਚ ਕੋਈ ਵੀ ਆਦਮੀ ਇਮਾਮ ਮਹਿਦੀ ਆਂਦਾ ਹੈ, ਮੈਂ ਜਿਹੜੀ ਗੱਲ ਸਮਝ ਰਿਹਾ ਕਿ ਮੈਨੂੰ ਤੇ ਤਾਂ ਹੀ ਪਤਾ ਲੱਗੇ ਕਿ ਕੋਈ ਬੰਦਾ ਆਇਆ ਹੈ ਔਰ ਉਹਨੇ ਦਾਵਾ ਕੀਤਾ ਹੈ ਔਰ ਲੋਕ ਉਹਨੂੰ ਮਿਲੇ ਨੇ ਔਰ ਉਹਨਾਂ ਨੇ ਬੈਤ ਕੀਤੀ ਹੈ ਔਰ ਉਹ ਇਹ ਕਹਿੰਦੇ ਨੇ ਕਿ ਇਹ ਇਮਾਮ ਮਹਿਦੀ ਹੈ ਔਰ ਉਹਦੇ ਮੁਤਲਕ ਦਾਵਾ ਵੀ ਮੌਜੂਦ ਹੋਏਗਾ, ਤੇ ਅਸੀਂ ਕਹਾਂਗੇ ਜਨਾਬ ਇਹ ਇਮਾਮ ਮਹਿਦੀ ਹੈ। ਔਰ ਅਗਰ ਉਹਦੇ ਬਾਅਦ, ਉਹਦੇ ਦਾਅਵੇ ਦੇ ਬਾਅਦ ਸੂਰਜ ਔਰ ਚੰਦ ਨੂੰ ਗ੍ਰਹਿਣ ਲੱਗੇਗਾ, ਤੇ ਅਸੀਂ ਕਹਾਂਗੇ ਦੇਖੋ ਜੀ ਉਹਦਾ ਦਾਅਵਾ ਪਹਿਲੇ ਸੀਗਾ ਤੇ ਸੂਰਜ ਔਰ ਚੰਦ ਨੂੰ ਇਹ ਗ੍ਰਹਿਣ ਲੱਗ ਗਏ। ਤੇ ਇਹਨੂੰ ਕਹਿੰਦੇ ਨੇ ਕੰਡੀਸ਼ਨਸ ਦਾ ਫੁੱਲਫਿਲ ਹੋਣਾ। ਨਹੀਂ, ਪਹਿਲੀ ਤਾਂ ਗੱਲ ਇਹ ਹੈ ਕਿ ਅਸੀਂ ਤੇ ਇਸ ਰਵਾਇਤ ਨੂੰ ਹੀ ਸਹੀ ਨਹੀਂ ਮੰਨਦੇ, ਔਰ ਸਾਡੇ ਮੁਤਾਬਕ ਜਦੋਂ ਇਮਾਮ ਮਹਦੀ ਆਣਗੇ, ਲੋਕੀ ਉਹਨਾਂ ਦੀ ਬੈਤ ਕਰਨਗੇ, ਦੁਨੀਆ ਤੇ ਰੌਲਾ ਪੈ ਜਾਏਗਾ ਕਿ ਇਮਾਮ ਮਹਦੀ ਦੀ ਬੈਤ ਹੋ ਗਈ ਹੈ। ਖਾਣਾ ਚਲੋ ਉਹ ਤੇ ਜਦੋਂ ਆਏਗਾ ਤੇ ਦੇਖਾਂਗੇ, ਉਹ ਤੇ ਇੱਕ ਬੜੀ ਕੋਈ ਉਸ ਵਕਤ ਚੰਦ ਗ੍ਰਹਿਣ, ਸੂਰਜ ਗ੍ਰਹਿਣ ਵਾਲਾ ਵਾਕਿਆ ਨਹੀਂ ਹੋਏਗਾ ਸਾਡੇ ਨਜ਼ਦੀਕ। ਚੰਦ ਗ੍ਰਹਿਣ, ਸੂਰਜ ਗ੍ਰਹਿਣ ਵਾਲਾ ਵਾਕਿਆ ਜਿਹੜਾ ਕਿ ਮਿਰਜ਼ਾ ਸਾਹਿਬ ਦੇ ਮੁਤਲਕ ਬਿਆਨ ਕੀਤਾ ਜਾ ਰਿਹਾ ਹੈ, ਤੇ ਉਹਦੇ ਸਭ ਤੋਂ ਪਹਿਲੇ ਤੇ ਦੇਖਣਾ ਪਏਗਾ ਕਿ ਮਿਰਜ਼ਾ ਸਾਹਿਬ ਨੇ ਇਸ ਚੀਜ਼ ਦਾ ਦਾਵਾ ਕਦੋਂ ਕੀਤਾ ਹੈ ਕਿ ਉਹ ਇਮਾਮ ਮਹਿਦੀ ਹੈ। ਅਗਰ ਤੇ 1894 ਤੋਂ ਪਹਿਲੇ ਕੀਤਾ ਹੈ ਤੇ ਉਹ ਦੇਖਣਾ ਪਏਗਾ, ਕਿਉਂਕਿ ਉਹਨਾਂ ਨੇ ਤੇ ਹਰ ਗੱਲ ਆਪਣੀ ਤਹਿਰੀਰ ਵਿੱਚ ਲਿਆਂਦੀ ਹੋਈ ਹੈ, ਉਹਨਾਂ ਦੀ ਕੁਤਬ ਵਿੱਚ ਸ਼ਾਮਲ ਨੇ ਉਹ ਗੱਲਾਂ ਜਿਹੜੀਆਂ ਉਹਨਾਂ ਦੇ ਦਾਅਵੇ ਨੇ। ਕਦੋਂ ਮਿਰਜ਼ਾ ਸਾਹਿਬ ਨੇ ਦਾਵਾ ਕੀਤਾ ਮਹਦੀ ਹੋਣ ਦਾ, ਇਹ ਦੇਖਣਾ ਪਏਗਾ ਪਹਿਲੇ ਸਭ ਤੋਂ। ਉਹਨਾਂ ਨੇ ਤੇ ਸਿਰਫ ਆਪਣੇ ਆਪ ਨੂੰ 1891 ਚ ਮਸੀਹ ਮਊਦ ਆਖਿਆ ਬਸ। ਮੈਂ ਹੀ ਕਹਿ ਰਿਹਾ ਨਾ, ਜੇ ਤੇ ਉਹਨਾਂ ਦਾ ਦਾਵਾ ਮਿਲਦਾ ਹੈ ਕਿ ਉਹਨਾਂ ਨੇ ਇਮਾਮ ਮਹਿਦੀ ਹੋਣ ਦਾ ਦਾਵਾ ਕੀਤਾ ਹੈ, ਔਰ ਉਹ ਕਿਹੜੇ ਸਾਲ ਵਿੱਚ ਕੀਤਾ ਹੈ, ਲੈਟਸ ਸੇ ਕਿ ਅਗਰ ਉਹਨਾਂ ਨੇ 1891 ਵਿੱਚ ਦਾਵਾ ਕੀਤਾ ਹੈ ਔਰ 1894 ਵਿੱਚ ਕਸੂਫੋ ਖਸੂਫ ਹੋਇਆ ਤੇ ਕੰਡੀਸ਼ਨ ਫੁੱਲਫਿਲ ਹੁੰਦੀ ਹੋਈ ਨਜ਼ਰ ਆਂਦੀ ਹੈ, ਤੇ ਸਭ ਤੋਂ ਪਹਿਲੇ ਤਲਾਸ਼ ਕਰਨ ਵਾਲੀ ਚੀਜ਼ ਹੈ ਉਹਨਾਂ ਦਾ ਦਾਵਾ। ਹਾਂਜੀ, ਅਗਰ ਤੇ ਹੈ ਇਮਾਮ ਮਹਿਦੀ ਦਾ ਉਹਨਾਂ ਦਾ ਦਾਵਾ, ਕਿਉਂਕਿ ਤੁਸੀਂ ਕੁਤਬ ਪੜ੍ਹੀਆਂ ਨੇ, ਤੇ ਤੁਸੀਂ ਦੱਸੋ ਉਹਨਾਂ ਦਾ ਦਾਵਾ ਕਿਹੜੀ ਕਿਤਾਬ ਵਿੱਚ? ਤਾਰਕ ਸਾਹਿਬ ਦੱਸਣਗੇ, ਤਾਰਕ ਸਾਹਿਬ ਉਹਨਾਂ ਦੇ ਪੈਰੋਕਾਰ ਨੇ, ਜੱਟ ਸਾਹਿਬ ਦੱਸਣਗੇ ਉਹਨਾਂ ਦੇ ਪੈਰੋਕਾਰ ਨੇ। ਮਿਰਜ਼ਾ ਸਾਹਿਬ ਦਾ ਇਮਾਮ ਮਹਿਦੀ ਹੋਣ ਦਾ ਦਾਵਾ ਕਦੋਂ ਦਾ ਹੈ? ਕੋਈ ਵੀ ਦੱਸ ਦੇ, ਸਾਨੂੰ ਇਹਦੇ ਨਾਲ ਨਹੀਂ ਹੈ ਕਿ ਇਹ ਦੱਸੇ ਜਾਂ ਉਹ ਦੱਸੇ। ਜਿੰਨੇ ਵੀ ਅਗਰ ਕਿਸੇ ਨੇ ਪੜ੍ਹਿਆ ਇਹ ਤੇ ਇੱਕ ਤੁਸੀਂ ਜਿਹੜੀ ਬਰੋਡ ਲਗਾਈ ਹੈ, ਇਹ ਤੇ ਇੱਕ ਇਲਮੀ ਬਰੋਡ ਹੈ, ਕੋਈ ਨੌਲੇਜ ਤੁਸੀਂ ਸ਼ੇਅਰ ਕਰਦੇ ਹੋ, ਕੋਈ ਦੂਸਰੇ ਆ ਕੇ ਸ਼ੇਅਰ ਕਰਦੇ ਨੇ, ਕੋਈ ਸਵਾਲ ਪੁੱਛਦੇ ਨੇ। ਅਮਨ ਜੀ ਸਾਹਿਬ, ਮੈਂ ਤੁਹਾਨੂੰ ਪੁੱਛਣੀ ਸੀ ਇੱਕ ਗੱਲ, ਤੁਹਾਡੀ ਗੱਲ ਕੱਟ ਰਿਹਾ ਵਿੱਚ ਕਿ ਅਲੀ ਅਕਬਰ ਸਾਹਿਬ ਦਾ ਬਾਈਕਾਟ ਮੇਰੇ ਖਿਆਲ 2 ਦਿਨ ਕਾਫੀ ਹੈ, ਹੁਣ ਉਹਨਾਂ ਨੂੰ ਉੱਤੇ ਲੈ ਲਓ। ਫਿਲਹਾਲ ਜਿਹੜੀ ਗੱਲ ਪੇ ਕਰਨੇ ਕਰੋ, ਫਿਰ ਬਾਅਦ ਚ ਕਰ ਲਾਂਗੇ। ਫਿਲਹਾਲ ਉਹਨਾਂ ਨੂੰ ਰਹਿਣ ਦਿਓ। ਵੈਸੇ ਦੱਸ ਦਿਓ ਕਿ ਬਾਈਕਾਟ ਹੋਇਆ ਖਤਮ ਕਿ ਨਹੀਂ, ਕਿ ਕੱਲ ਹੋਏਗਾ, ਇਹ ਦੱਸ ਦਿਓ ਬਸ। ਸਾਨੂੰ ਨਹੀਂ ਪਤਾ ਜੱਟ ਸਾਹਿਬ ਕਦੋਂ ਉਹਨਾਂ ਸਾਡੇ ਨਬੀ ਨੂੰ ਗਾਲਾਂ ਕੱਢੀਆਂ ਨੇ, ਤੇ ਜਦੋਂ ਅਸੀਂ ਦੇਖਾਂਗੇ ਸਾਡੇ ਦਿਲ ਚ ਕੋਈ ਨਫ਼ਰਤ ਕੱਟੇਗੀ ਫਿਰ ਦੇਖਾਂਗੇ। ਫਿਲਹਾਲ ਤੇ ਉਹ ਫਿਲਹਾਲ ਮਤਲਬ ਬਾਈਕਾਟ ਹੈ ਨਾ, ਫਿਲਹਾਲ ਤੇ ਮਜ਼ੀਦ ਗਾਲਾਂ ਕੱਢ ਰਹੇ ਨੇ। ਅਲੀ ਅਕਬਰ ਸਾਹਿਬ ਤੇ ਐਸੇ ਬੰਦੇ ਨਹੀਂ ਨੇ, ਬੜੇ ਸਾਹਿਬ ਇਲਮ ਨੇ, ਉਹਨਾਂ ਨੇ ਇਹ ਵਾਕਿਆ ਐਸਾ ਕਦੋਂ ਹੋਇਆ, ਕੋਈ ਇਹ ਤੇ ਨਹੀਂ ਕਿ ਅਫਵਾਹ ਉਹਨਾਂ ਦੇ ਮੁਤਲਕ ਹੋਵੇ, ਕਿਉਂਕਿ ਉਹਨਾਂ ਨਾਲ ਤੇ ਅਕਸਰ ਮੇਰੀ ਗੱਲ ਹੁੰਦੀ ਹੈ, ਬੜੇ ਸ਼ਰੀਫ ਔਰ ਬੜੇ ਅੱਛੀ ਗੁਫ਼ਤਗੂ ਕਰਦੇ ਨੇ। ਕਈ ਬਰੋਡਸ ਤੇ ਮੇਰੀ ਗੱਲ ਹੋਈ ਉਹਨਾਂ ਨਾਲ। ਕਿਆ ਐਸਾ ਵਾਕਿਆ ਕੋਈ? ਮੇਰੇ ਸਾਹਮਣੇ ਉਹਨਾਂ ਨੇ ਮਾਰੀਆ ਕਿਪਟੀਆ ਦਾ ਨਾਮ ਲੈ ਕੇ ਬਹੁਤ ਗੰਦੀ ਗਾਲ ਨਬੀ ਪਾਕ ਨੂੰ ਕੱਢੀ ਹੈ, ਮੈਂ ਬਿਆਨ ਨਹੀਂ ਕਰ ਸਕਦਾ। ਤੇ ਅੱਗੇ ਵੀ ਇਹਨਾਂ ਨੇ ਗਾਲਾਂ ਕੱਢੀਆਂ, ਪਹਿਲੇ ਵੀ ਵਾਕਿਆ ਤੇ ਹੋਏ ਨੇ। ਇਸ ਤਰ੍ਹਾਂ ਦੇ ਲੋਕ ਨੇ, ਅੱਲਾਹ ਉਹਨਾਂ ਨੂੰ ਹਦਾਇਤ ਦੇ। ਇਹ ਕਦੋਂ ਦਾ ਵਾਕਿਆ? ਪਰਸਨ ਅੱਛਾ, ਇਹ ਰੀਸੈਂਟਲੀ ਕੋਈ ਹੈ? ਕਿਉਂਕਿ ਪਿਛਲੇ ਹਫਤੇ ਉਹਨਾਂ ਨਾਲ ਮੇਰੀ ਗੁਫ਼ਤਗੂ ਹੋਈ ਹੈ, ਬੜੀ ਅੱਛੀ ਗੱਲ ਕਰਦੇ ਨੇ, ਬੜੇ ਅੱਛੇ ਧੀਮੇ ਮਿਜ਼ਾਜ ਦੇ ਬੰਦੇ ਨੇ। ਤੁਸੀਂ ਆਪ ਧੀਮੇ ਮਿਜ਼ਾਜ ਦੇ ਹੋ ਤਾਂ ਤੁਹਾਡੇ ਨਾਲ ਲੋਕੀ ਧੀਮੇ ਮਿਜ਼ਾਜ ਦੇ ਜਿਸ ਵੇਲੇ ਅੱਗੋਂ ਕੋਈ ਸਾਡੇ ਆਪ ਦਾ ਬੰਦਾ ਹੋਵੇ ਤੇ ਉਹ ਗੁੱਸੇ ਨਾਲ ਗੱਲ ਕਰਦੇ ਨੇ। ਨਹੀਂ, ਤੁਹਾਡੇ ਮੁਤਲਕ ਤੇ ਅਕਸਰ ਬਰੋਡਸ ਉੱਤੇ ਹੁਸੈਨੀ ਸਾਹਿਬ ਬੜੀ ਤਾਰੀਫ ਕਰਦੇ ਨੇ ਤੁਹਾਡੀ।
ਕਿ ਅਲਾਮਾ ਸਾਹਿਬ ਆ ਕੇ ਖਾਮੋਸ਼ੀ ਨਾਲ ਬੈਠੇ ਰਹਿੰਦੇ ਨੇ, ਸੁਣਦੇ ਰਹਿੰਦੇ ਨੇ ਔਰ ਬਹੁਤ ਮੁਖਤਸਰ ਗੱਲ ਕਰਦੇ ਨੇ ਔਰ ਬੜੀ ਹੀ ਮੁਦੱਲਲ ਗੱਲ ਔਰ ਬਹੁਤ ਛੋਟੇ ਅਲਫਾਜ਼ ਵਿੱਚ ਗੱਲ ਬਿਆਨ ਕਰਦੇ ਨੇ। ਬਹੁਤ ਛੋਟੇ ਅਲਫਾਜ਼ ਵਿੱਚ ਬੜੀ ਤਫਸੀਲ ਨਾਲ ਗੱਲ ਕਰਦੇ ਨੇ। ਨਹੀਂ, ਬਹੁਤ ਥੋੜੀ ਗੱਲ ਵਿੱਚ ਗੱਲ ਸਮਝਾਉਂਦੇ ਨੇ ਅਲਾਮਾ ਸਵੇਰ ਦਾ ਅੱਲਾ ਦੇ ਬੰਦੇ ਉਹਦਾ ਗਲਾ ਸਾਹਿਬ। ਖਰਾਬ ਮੈਂ ਨਹੀਂ ਹੋ ਗਿਆ ਦੇਖਿਆ। ਤੁਸੀਂ ਕਹਿੰਦੇ ਵੀ ਉਹ ਗੱਲ ਬੜੀ ਥੋੜੀ ਕਰਦੇ, ਉਹਦਾ ਗਲਾ ਬਹਿ ਗਿਆ ਸਵੇਰ ਦਾ ਬੋਲ ਬੋਲ ਕੇ, ਤੁਸੀਂ ਕਹਿੰਦੇ ਉਹ ਗੱਲ ਹੀ ਬੜੀ ਥੋੜੀ ਕਰਦੇ। ਨਹੀਂ ਦੇ ਸੁਣ ਲਓ ਤੁਸੀਂ, ਇਹ ਹੁਣ ਕਿਸੇ ਨੋਟ ਕਰੋ ਜ਼ਰਾ। ਮੇਰਾ ਤੇ ਗਲਾ ਸਾਥ ਨਹੀਂ ਹੁੰਦੇ ਰਿਹਾ ਸਵੇਰ ਨਹੀਂ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਨੂੰ ਸਾਰਾ ਦਿਨ ਮੁਖਤਲਿਫ ਲੋਕਾਂ ਦੇ ਨਾਲ ਸਵਾਲੋ ਜਵਾਬ ਹੁੰਦੇ ਨੇ, ਉਹਨਾਂ ਦੇ ਗੱਲਬਾਤ ਸਵਾਲ ਜਵਾਬ ਦਿੰਦੇ ਨੇ। ਜੀ अस्सलाम वालेकुम रहमतुल्लाह अमन नज़ीर साहब। ਵਾਲੇਕੁਮ ਸਲਾਮ। ਅਮਨ ਨਜ਼ੀਰ ਸਾਹਿਬ, ਸਾਡੇ ਤੁਹਾਡੇ ਨਾਲ ਕਈ ਇਖਤਲਾਫ ਹੁੰਦੇ ਨੇ ਤੇ ਸਾਨੂੰ ਅਹਿਮਦ ਜੱਟ ਭਾਈ ਨੇ ਰਿਕੁਐਸਟ ਕੀਤੀ ਕਿ ਮੈਂ ਆ ਗਿਆ ਤੇ ਅਲੀ ਅਕਬਰ ਸਾਹਿਬ ਤੁਸੀਂ ਹੁਣ ਕੱਲ ਅਲੀ ਵਾਲਾ ਨੂੰ ਭਾਇਆ ਸੀ, ਉਹਨੇ ਹਜ਼ਰਤ ਅਲੀ ਨੂੰ ਗਾਲਾਂ ਕੱਢੀਆਂ ਨੇ, ਉਹਨੂੰ ਫਿਰ ਕਿਉਂ ਭਾਇਆ ਹਜੇ? ਉਹਦੇ ਨਾਲ ਕਿਉਂ ਨਹੀਂ ਤੁਸੀਂ ਬਾਈਕਾਟ ਕੀਤਾ? ਕਿੰਨੇ ਹਜ਼ਰਤ ਹਾਂਜੀ ਸੀ? ਬਿਲਕੁਲ। ਉਹ ਅਲੀ ਵਾਲੇ ਨੇ ਅਲੀ ਵਾਲਾ ਨੇ ਜਿੱਦਣ ਕਸ਼ਮੀਰੀ ਨੇ ਕੱਢੀਆਂ ਨੇ ਹਜ਼ਰਤ ਉਸਮਾਨ ਨੂੰ, ਠੀਕ ਹੈ, ਹਜ਼ਰਤ ਅਬੂ ਬਕਰ ਨੂੰ, ਹਜ਼ਰਤ ਉਮਰ ਨੂੰ, ਅੰਮਾ ਆਇਸ਼ਾ ਸਦੀਕਾ ਰਜ਼ੀ ਅੱਲਾਹ ਨੂੰ, ਜਵਾਬ ਦੇ ਵਿੱਚ ਉਹਨੇ ਗਾਲਾਂ ਕੱਢੀਆਂ ਨੇ। ਮੈਂ ਨਹੀਂ ਇਸ ਗੱਲ ਤੋਂ ਵਾਕਿਫ, ਜਦੋਂ ਮੇਰੇ ਸਾਹਮਣੇ ਕੋਈ ਕੱਢੇਗਾ ਤੇ ਮੈਂ ਉਹਦੇ ਨਾਲ ਵੀ ਉਨੀ ਹੀ ਨਫ਼ਰਤ ਨਹੀਂ ਕਹਿੰਦੇ ਤਾਂ ਮੈਂ ਰਿਕਾਰਡਿੰਗ ਸੁਣਾ ਦੇਣਾ। ਮੈਂ ਉਹਨੂੰ ਪੁੱਛ ਲਾਂਗਾ ਅਲੀ ਵਾਲਾ ਜ਼ਿੰਦਾ ਹੀ ਹੈ, ਕਿਹੜਾ ਕੋ ਫੌਤ ਹੋ ਗਿਆ। ਨਹੀਂ ਫਿਰ ਇੰਜ ਨਾ ਕਰਿਆ ਕਰੋ, ਫਿਰ ਜਾਂ ਤੇ ਫਿਰ ਬਰਾਬਰ ਰੱਖਿਆ ਕਰੋ ਬਾਈਕਾਟ। ਬਸ ਜੱਟ ਸਾਹਿਬ, ਮੈਂ ਕਹਿੰਦਾ ਕਿ ਇਹ ਬੰਦਾ ਕਿਹੜਾ ਕੋਈ ਫੌਤ ਹੋ ਗਿਆ, ਇੱਥੇ ਹੀ ਹੈ, ਜ਼ਿੰਦਾ ਪੁੱਛ ਲਾਂਗੇ। ਤੁਸੀਂ ਜਿਹੜੀ ਗੱਲ ਪੇ ਕਰਨੇ ਫਿਲਹਾਲ ਉਹ ਕਰੋ। ਦੱਸੋ ਮਾਂ ਮੈਂ ਜਿਹੜਾ ਦਾਵਾ ਮੈਂ ਤੇ ਅਹਿਮਦ ਭਾਈ ਨਾਲ ਹੀ ਆ ਨਾ, ਤੁਸੀਂ ਅਲੀ ਅਕਬਰ ਸਾਹਿਬ ਨੂੰ ਲਓ, ਗੱਲ ਕਰ ਲੈਨੇ ਆ, ਕੋਈ ਸਾਰਾ ਮਸਲਾ ਹੱਲ ਹੋ ਜਾਏਗਾ। ਦੂਜਾ ਤੁਸੀਂ ਜਿਹੜਾ ਕਹਿੰਦੇ ਹੋ ਨਾ ਗਾਲ ਉਹਨਾਂ ਨੇ ਕੱਢੀਆਂ ਨੇ, ਗਾਲ ਤੇ ਇਹਨੇ ਕੋਈ ਕੱਢੀ ਨਹੀਂ ਹੈ। ਇੰਜ ਨਾ ਕਰਿਆ ਕਰੋ, ਜਿਹੜਾ ਗਾਲ ਕੱਢਦਾ ਉਹਨੂੰ ਗਾਲ ਦਾ ਕਹੋ, ਜਿਹੜਾ ਕੋਈ ਹਵਾਲਾ ਪੇਸ਼ ਕਰ ਦੋ ਤਾਂ ਹਵਾਲਾ ਲਵੋ, ਜਿਹੜੀ ਉਹਨੇ ਗੱਲ ਕੀਤੀ ਉਹਦੇ ਕੋਲ ਹਵਾਲਾ ਲਵੋ। ਇਹ ਇੰਜ ਨਾ ਕਿਹਾ ਕਰੋ ਕਿ ਗਾਲਾਂ ਕੱਢੀਆਂ ਨੇ। ਜਿਹੜੇ ਲਫ਼ਜ਼ ਉਹਨੇ ਕਿਹਨੇ ਦੁਨੀਆ ਦੀ ਕਿਸੇ ਹਦੀਸ ਦੀ ਕਿਤਾਬ ਵਿੱਚ, ਕਿਸੇ ਤਫਸੀਰ ਦੀ ਕਿਤਾਬ ਵਿੱਚ ਅਗਰ ਹੋਣ ਨਾ, ਉਹਦਾ ਨਾਮ ਮੈਂ ਦਿਆਂਗਾ। ਆ ਵੀ ਨਹੀਂ ਸਕਦਾ ਜਿਹੜੇ ਨੇ ਲਫ਼ਜ਼, ਮੈਂ ਆਡੀਓ ਦੀ ਗੱਲ ਕਰੇ, ਜਿਹੜੇ ਨੇ ਲਫ਼ਜ਼ ਆਡੀਓ ਚ ਪਏ, ਕਿਤਾਬ ਕਿਸੇ ਚ ਨਹੀਂ ਲਿਖਿਆ ਨਾ ਇਹੋ ਜਿਹੇ ਲਫ਼ਜ਼। ਹੁਣ ਉੱਤੇ ਲਵੋ ਨਾ, ਹੁਣ ਬੈਠੇ ਆ ਪੁੱਛ ਲੈਨੇ ਆ। ਡਾਕਟਰ ਸਾਹਿਬ ਮੈਂ ਨਾ ਕਿਉਂ ਜ਼ਿੱਦ ਕਰਦੇ ਪਏ ਹੋ? ਟਾਈਮ ਉਂਝ ਮੁੱਕ ਗਿਆ, ਮੈਂ ਟਾਈਮ ਮੇਰਾ ਖਤਮ ਹੈ, ਮੈਂ ਚੱਲਾਂ ਵਾ ਪਲਾਨ ਲਗਾ ਸਾਡੇ ਬਸ ਹੋ ਗਿਆ। ਤੁਹਾਨੂੰ ਅਮਨ ਨਜ਼ੀਰ ਸਾਹਿਬ ਦਿਹਾੜੀ ਵੀ ਸਕਦੇ ਰਹੇ ਆ, ਤੁਸੀਂ ਆਏ ਨਹੀਂ, ਤੁਹਾਡੇ ਕੋਲ ਲੱਗਦਾ ਟਾਈਮ ਨਹੀਂ ਸੀ ਅੱਜ। ਹੁਕਮ ਕਰੋ ਤੁਸੀਂ। ਗਾਲਾਂ ਕੱਢੀਆਂ ਬਰਾਡ ਸ਼ੇਅਰ ਕੀਤੀ, ਆਏ ਨਹੀਂ ਤੁਸੀਂ ਅੱਜ ਨਾ, ਅੱਜ ਆ ਜਾਂਦੇ। ਤੁਸੀਂ ਗਾਲਾਂ ਕੱਢ ਕੇ ਗਏ ਸੀ, ਅੱਜ ਫਿਰ ਕੋਈ ਗਾਲਾਂ ਕੱਢੋਗੇ? ਨਹੀਂ, ਤੁਸੀਂ ਅਹਿਮਦ ਭਾਈ ਉੱਤੇ ਬੈਠੇ, ਤੁਸੀਂ ਤੁਹਾਨੂੰ ਇਹ ਪੁੱਛਿਆ ਵੀ ਲਾਈਵ ਕਾਲ ਤੁਸੀਂ ਕਿਉਂ ਚਲਾਈ? ਭਾਈ ਮੈਂ ਦੱਸਿਆ ਸੀ ਕਿ ਕਿਰੇ ਮਾਈਕ ਖੁੱਲਾ ਰਹਿ ਗਿਆ ਹੋਣਾ ਹੈ, ਗੱਲ ਮੈਂ ਤੇ ਤੁਸੀਂ ਫੋਨ ਤੇ ਗੱਲ ਪੇ ਕਰਦੇ ਸੀ, ਇੱਕ ਫੋਨ ਤੇ ਦੂਜੇ ਤੇ ਮੇਰਾ। ਲਓ ਜੀ ਅਹਿਮਦ ਭਾਈ, ਜੋ ਤੁਹਾਨੂੰ ਮੈਂ ਦੱਸਿਆ ਉਹੀ ਗੱਲ ਇਹਨਾਂ ਕਰਤੀ ਹੈ ਨਾ। ਇੱਕ ਕਾਲ ਤੇ ਮੈਂ ਫੋਨ ਤੇ ਗੱਲ ਪੇ ਮੈਂ ਤੇ ਫਿਰ ਮਾਸੂਮ ਹੀ ਆ ਨਾ, ਮੈਨੂੰ ਪਤਾ ਹੀ ਨਹੀਂ ਵੀ ਮੇਰੀ ਕੋਈ ਲਾਈਵ ਕਾਲ ਚਲਾਉਣ ਡਿਆ ਬੰਦਾ। ਇਹ ਹੁਣ ਤੁਸੀਂ ਮੈਨੂੰ ਕਾਲ ਦੂਜੇ ਫੋਨ ਤੇ ਹੁਣ ਕਰੋ ਹਵਾਲਾ, ਇੱਥੇ ਮਾਈਕ ਖੁੱਲਾ ਹੈ, ਇਧਰ ਆਵਾਜ਼ ਤੁਰ ਜੇ ਤੇ ਮੈਨੂੰ ਕੀ ਪਤਾ ਹੈ ਬਈ ਮੈਂ ਤੁਹਾਡੇ ਨਾਲ ਗੱਲ ਪੇ ਕਰਨਾ, ਆਵਾਜ਼ ਇਧਰ ਵੀ ਜਦ ਤੱਕ ਇਧਰ ਆਵਾਜ਼। ਚਲੋ ਇਹ ਗੱਲ ਤੁਸੀਂ ਕਹੋਗੇ ਫੋਨ ਮੈਂ ਅਮਨ ਨਜ਼ੀਰ ਸਾਹਿਬ ਪਲੀਜ਼ ਨਾ ਕਰੋ। ਹੁਣ ਇਹ ਮਿਸਾਲ ਦੇ ਤੌਰ ਤੇ ਤੁਸੀਂ ਕਿਸੇ ਆਪਣੇ ਭੈਣ ਭਾਈ ਨਾਲ ਗੱਲ ਕਰਨ ਡਏ ਹੋ, ਤੁਸੀਂ ਆਪਣਾ ਮਾਈਕ ਬੰਦ ਕਰਦੇ ਹੋ ਕਿ ਨਹੀਂ ਕਰਦੇ? ਉਹਨਾਂ ਦਾ ਕਦੀ ਨਹੀਂ ਤੁਹਾਡੀ ਇਸ ਤਰ੍ਹਾਂ ਕਾਲ ਓਪਨ ਰਹੀ ਨਾ। ਗਲਤੀ ਹੋ ਸਕਦੀ ਹੈ, ਕਿਉਂ ਨਹੀਂ ਹੋ ਸਕਦੀ? ਉਹ ਲਓ ਜੀ, ਫਿਰ ਬ੍ਰੇਕਿੰਗ ਨਿਊਜ਼ ਹੋ ਗਈ ਹੈ ਜੀ, ਅਮਨ ਨਜ਼ੀਰ ਸਾਹਿਬ ਨੇ ਗਲਤੀ ਚ ਮੇਰੀ ਲਾਈਵ ਕਾਲ ਚਲਾਤੀ। ਇਹਦਾ ਖਮਿਆਜ਼ਾ ਫਿਰ ਕੀ ਭੁਗਤਿਆ ਜਾ ਸਕਦਾ? ਮੈਂ ਕੱਲ ਹੀ ਕਿਹਾ ਵੀ ਕਿਰੇ ਮਾਈਕ ਖੁੱਲਾ ਰਹਿ ਗਿਆ ਹੋਣਾ, ਤੁਸੀਂ ਗਾਲਾਂ ਕੱਢਣੀ ਸ਼ੁਰੂ ਹੋ ਗਏ। ਕੱਲ ਤੁਹਾਨੂੰ ਮੈਂ ਕੀ ਆਖਿਆ ਸੀ? ਇਹ ਲਫ਼ਜ਼ ਨਹੀਂ ਮੈਂ ਕੱਲ ਆਖੇ, ਤੁਸੀਂ ਆਖਿਆ ਮੇਰੀ ਲਾਈਵ ਕਾਲ ਚਲਾਈ, ਮੈਂ ਕਿਹਾ ਕਿਹੜੀ? ਨਹੀਂ, ਫਿਰ ਤੁਸੀਂ ਵਿੱਚ ਬੱਟ ਸਾਹਿਬ ਦਾ ਵੀ ਜ਼ਿਕਰ ਕੀਤਾ ਤੇ ਬੱਟ ਸਾਹਿਬ ਨੂੰ ਮੈਂ ਕੀ ਕਿਹਾ ਸੀ? ਉਹ ਬਿਮਾਰ ਬੱਟ ਸਾਹਿਬ ਜਿਹੜੇ ਨੇ ਉਹ ਗਾਲਾਂ, ਉਹਨਾਂ ਤੁਹਾਨੂੰ ਅਹਿਮਦ ਭਾਈ ਸੁਣ ਲਓ ਬਿਆਨ, ਕਿਉਂਕਿ ਤੁਹਾਡੀ ਗੱਲ ਹੋ ਰਹੀ ਸੀ ਮੇਰੇ ਨਾਲ ਬੱਟ ਸਾਹਿਬ ਦੇ ਬਾਰੇ ਤੇ ਬੱਟ ਸਾਹਿਬ ਨੇ ਗਾਲਾਂ ਕੱਢੀਆਂ ਨੇ ਤੇ ਮੈਂ ਕਿਹਾ ਸੀ, ਬੱਟ ਸਾਹਿਬ ਨੇ ਵੀ ਕਿਹਾ ਸੀ, ਉਹਨਾਂ ਨੂੰ ਕਿਹਾ ਸੀ, ਪੈਗਾਮ ਦਿੱਤਾ ਸੀ ਵੀ ਘਰ ਦਾ ਐਡਰੈਸ ਦਿਓ। ਤੁਹਾਡੇ ਨਾਲ ਗੱਲ ਇਹ ਹੋਣ ਰਹੀ ਸੀ।
ਨਹੀਂ ਅਮਨ ਨਜ਼ੀਰ ਸਾਹਿਬ, ਫਿਰ ਤੁਸੀਂ ਉਸ ਤੋਂ ਬਾਅਦ ਇੱਥੇ ਬਰਾੜ ਤੇ ਇੱਕ ਬੰਦੇ ਨੇ ਹੁਣੇ ਮੈਨੂੰ ਫੋਨ ਕਰਕੇ ਦੱਸਿਆ ਕੋਈ ਤੁਸੀਂ ਉਹ ਬਾਅਦ ਚ ਵੀ ਕਿਹਾ ਜੇ ਲੋ ਜੀ ਤਾਹਿਰ ਦੀ ਗੱਲ ਸੁਣ ਲਈ ਜੇ ਇਹ ਗੱਲ ਕਹੀ ਹੈ ਤੁਸੀਂ? ਮੈਂ ਗੱਲਾਂ ਕਈ ਕੀਤੀਆਂ ਨੇ, ਇੱਕ ਗੱਲ ਕੀਤੀ ਨਹੀਂ, ਤੁਸੀਂ ਕਹਿ ਰਹੇ ਹੋ ਕਿ ਮੇਰਾ ਅਚਾਨਕ ਫੋਨ ਜਿਹੜਾ ਸੀ ਉਹ ਮਾਈਕ ਬੰਦ ਕਰਨਾ ਮੈਨੂੰ ਯਾਦ ਨਹੀਂ ਰਿਹਾ ਨਾ। ਆਹੋ, ਜਿਸ ਵੇਲੇ ਮੈਂ ਕਾਲ, ਫਿਰ ਉਸ ਤੋਂ ਬਾਅਦ ਤੁਸੀਂ ਕਿਹਾ ਲੋ ਸੁਣ ਲਈ ਜੇ ਨਾ ਫਿਰ ਤਾਹਿਰ ਦੀ ਗੱਲ। ਜਿਸ ਵੇਲੇ ਕਾਲ ਮੈਂ ਕੱਟੀ ਹੈ ਨਾ ਉਧਰੋਂ, ਇਹਨਾਂ ਨੂੰ ਮੈਂ ਇਹ ਗੱਲ ਕਹੀ ਹੋਣੀ ਹੈ, ਜਿਸ ਮੈਂ ਵੇਖਿਆ ਮਾਈਕ ਖੁੱਲਾ ਤੇ ਮੈਂ ਕਿਹਾ ਵੀ ਸੁਣੀ ਜੇ ਗੱਲ ਤਾਹਿਰ ਸਾਹਿਬ ਦੀ, ਹਾਂਜੀ ਹੋਣੀ। ਚਲੋ ਅਗਰ ਅਲੀ ਅਕਬਰ ਸਾਹਿਬ ਮੌਜੂਦ ਨੇ ਥੱਲੇ ਤੇ ਉਹਨਾਂ ਨੂੰ ਬੁਲਾ ਲਓ ਤੇ ਉਹਨਾਂ ਦਾ ਮੌਕਫ ਪੁੱਛ ਲਓ ਕੀ ਅਹਿਮਦ ਕਹਿਣਾ ਸਿਆਲ ਭਾਈ ਉਹਨਾਂ ਨੂੰ ਅਨਬਲਾਕ ਕਰੋ ਨਾ, ਫਿਰ ਉਹ ਅਲੀ ਅਕਬਰ ਭਾਈ ਆ ਜਾਂਦੇ ਨੇ। ਨਹੀਂ, ਉਹ ਅਗਰ ਉਹ ਬੁਲਾ ਆਉਣਾ ਕੇ ਚਾਹੁੰਦੇ ਥੱਲੇ ਨੇ ਬੈਠੇ ਨੇ, ਥੱਲੇ ਬੈਠੇ ਨੇ, ਲਾ ਲਓ ਚਾਹੁੰਦੇ ਨੇ ਕਿ ਆ ਜਾਣ ਔਰ ਉਹਨਾਂ ਨੂੰ ਬਿੱਲੋ ਅਸੀਂ ਜੀ ਬੈਠੇ ਆ। ਮੈਂ ਖੁੱਲੀ ਚਿੱਠੀ ਲਿਖਾਣ ਲੱਗਾ ਸੀ ਇਤਨਾਨ ਭਾਈ ਨੂੰ, ਮੈਂ ਲਿਖਾਤੀ ਏ ਤੇ ਮੈਂ ਇਜਾਜ਼ਤ ਲੈਣ ਲੱਗਾ, ਮੇਰੇ ਕੋਲ ਟਾਈਮ ਪੋਣੇ ਜਾ ਰਿਹਾ। ਤੁਸੀਂ ਗੱਲਬਾਤ ਕਰਨੀ ਵੇਖ ਲਓ, ਤੁਸੀਂ ਲੈਣਾ ਲੈ ਲਿਆ, ਜੇ ਨਹੀਂ ਲੈਣਾ ਨਾ ਲਿਓ, ਲੇਕਿਨ ਮੈਨੂੰ ਇਜਾਜ਼ਤ ਦੇ ਦਿਓ। ਪੌਣੇ 11 ਵਜੇ ਨੇ, ਗੱਲ ਇੰਨੀ ਹੈ। अस्सलाम वालेकुम। ਵਾਲੇਕੁਮ ਬੁਲਾ ਲਓ, ਉਹਨਾਂ ਦਾ ਵੀ ਮੌਕਫ ਲੈ ਲਓ, ਕੀ ਕਹਿਣਾ ਚਾਹੁੰਦੇ ਨੇ, ਕੀ ਮਸਲਾ ਮੈਨੂੰ ਤੇ ਪਤਾ ਕੋਈ ਨਹੀਂ, ਮੈਂ ਤੇ 2-3 ਦਿਨ ਤੋਂ ਬ੍ਰੌਡਸ ਤੇ ਹੈ ਹੀ ਨਹੀਂ ਹੈ। ਅੱਛਾ, ਤੁਹਾਡੇ ਟਾਪਿਕ ਤੇ ਜਿਹੜਾ ਪਹਿਲੇ ਮੇਨ ਟਾਪਿਕ ਸੀ ਅਮਰ ਭਾਈ, ਅਗਰ ਉਹਦੇ ਤੇ ਕੋਈ ਇੱਕ ਅੱਧ ਵਰਡ ਮੈਂ ਕਰੋ। ਅੱਛਾ, ਉਹ ਪਤਾ ਨਹੀਂ ਤੁਸੀਂ ਕਿੰਨਾ ਇਹਨੂੰ ਕਵਰ ਕੀਤਾ। ਇਹ ਗੱਲ ਸ਼ੁਰੂ ਹੋਈ ਸੀ 7-8 ਦਿਨ ਪਹਿਲੇ, ਮੇਰੇ ਖਿਆਲ ਜਵਾਦ ਸਾਹਿਬ ਦੀ ਬਰਾੜ ਦੇ ਉੱਤੇ ਨਾਈਟ ਰਾਈਡਰ ਦੇ ਤੇ ਉਹਨਾਂ ਦੇ ਦਰਮਿਆਨ ਕੋਈ 2-2.5 ਘੰਟੇ ਇਸ ਮੌਜੂ ਤੇ ਗੁਫ਼ਤਗੂ ਹੋਈ। ਅੱਛਾ, ਉਸ ਬਰਾੜ ਤੇ ਇੱਕ ਗੱਲ ਡਿਸਕਸ ਨਹੀਂ ਹੋਈ ਜਿਹੜੀ ਸੀ ਕਿ ਜਦੋਂ ਇਹ ਗ੍ਰਹਿਣ ਹੋਏਗਾ ਉਦੋਂ ਦਾਅਵੇਦਾਰ ਵੀ ਮੌਜੂਦ ਹੋਏਗਾ। ਉਸ ਬਰਾੜ ਤੋਂ ਬਾਅਦ ਰਾਦਰ ਉਹਦੇ ਦੌਰਾਨ ਹੀ ਮੈਂ ਇਹਦੇ ਤੇ ਰਿਸਰਚ ਕੀਤੀ ਕਿ ਹਾਊ ਮੈਨੀ ਟਾਈਮਸ ਇਟ ਹੈਜ਼ ਹੈਪਨਡ ਬਿਫੋਰ। ਇੱਕ ਤਾਂ ਉਹ ਕਹਿੰਦੇ ਨੇ ਕਿ ਹੋਇਆ ਨਹੀਂ ਕਦੀ ਇਹ ਚੰਦ ਗ੍ਰਹਿਣ, ਸੂਰਜ ਗ੍ਰਹਿਣ। ਰਿਸਰਚ ਕੀਤੀ, ਨੰਬਰ ਪੁੱਲ ਕੀਤੇ ਨੇ ਨਾਸਾ ਦੀ ਵੈਬਸਾਈਟ ਤੋਂ, ਜਿੱਥੇ 5000 ਸੋਲਰ ਔਰ 5000 ਲੂਨਰ ਡਾਟਾ ਪਿਆ 5000 ਸਾਲ ਦਾ, 2000 ਸਾਲ ਬਿਫੋਰ ਕ੍ਰਾइस्ट और 3000 साल आफ्टर क्राइस्ट, यानी 2000 साल अप टू नाउ और 1000 साल इन एडवांस प्रेडिक्शंस। सो ये 5000 एंट्रीज ने 5000 साल का डाटा नासा की वेबसाइट ਉਹਦੇ ਚ ਸਰਚ ਕੀਤੀ, ਉਹਦੇ ਚ ਫਾइंड आउट ਕੀਤਾ। ਮੇਰੀ ਪੋਸਟ ਵੀ ਪਈ ਉਹਦੀ, ਮੈਂ ਵੀਡੀਓ ਰਿਕਾਰਡਿੰਗ ਜਿਹੜੀ ਲਾਈ ਉਹਦੀ ਸਕਰੀਨਸ਼ਾਟ ਵੀਡੀਓ, ਜਿਸ ਤਰੀਕੇ ਨਾਲ ਮੈਂ ਰਿਸਰਚ ਔਰ ਡਾਟਾ ਪੁੱਲ ਕੀਤਾ ਉਹ ਵੇਖ ਸਕਦੇ ਹੋ ਕਿਤੇ ਹੈ ਪਹਿਲੀ ਪੋਸਟ। ਜਦੋਂ ਡਾਟਾ ਪੁੱਲ ਕਰਕੇ ਇਹ ਐਸਟੈਬਲਿਸ਼ ਕੀਤਾ ਹੈ ਕਿ 1894 ਤੋਂ ਪਹਿਲਾਂ 7 ਰੀਡਿੰਗਸ ਤੇ ਮੈਂ ਵੀ ਪੁੱਲ ਕੀਤੀਆਂ ਨੇ, ਜਿਹੜੀਆਂ ਕਿ ਮੈਂ ਵੀਡੀਓ ਸ਼ਾਟ ਜਦੋਂ ਜਾ ਕੇ ਉਹਨਾਂ ਨੂੰ ਪੇਸ਼ ਕੀਤੇ ਨੇ ਰੀਡਿੰਗਸ ਕਿ ਇਸ ਰਵਾਇਤ ਬਜ਼ਾਹਿਰ ਫੈਬਰਿਕੇਟਡ ਮਨ ਗੜਤ ਰਵਾਇਤ ਹੈ ਆਬਵੀਅਸਲੀ, ਲੇਕਿਨ ਉਹਦੇ ਵਿੱਚ ਚਲੋ ਫੇਸ ਵੈਲੀ ਤੋਂ ਵੀ ਲੈ ਲਵੋ। ਪਹਿਲੀ ਤਾਰੀਖ ਜਿਸ ਤਰ੍ਹਾਂ ਤੁਸੀਂ ਕਿਹਾ ਹਲਾਲ ਦੀ ਡੇਟ ਹੈ ਜਿਹੜੀ ਮੈਂਸ਼ਨ ਹੋਈ ਹੈ, ਉਹ ਕਹਿੰਦੇ ਨੇ ਨਹੀਂ ਇਹ 13 ਹੈ। ਚਲੋ ਉਹਨਾਂ ਦਾ ਇਹ ਕਲੇਮ ਹੀ ਮੰਨ ਲਓ ਫਰਜ਼ ਕਰਕੇ ਕਿ 13 ਹੀ ਹੈ। ਹੁਣ 13 ਦੇ ਹਿਸਾਬ ਨਾਲ ਤੇ 28 ਤਾਰੀਖ ਚੰਦ ਦੇ ਹਿਸਾਬ ਨਾਲ ਇਹਨਾਂ ਦੋਨਾਂ ਡੇਟਾਂ ਦੇ ਉੱਤੇ 7 ਰੀਡਿੰਗਸ ਮੌਜੂਦ ਨੇ ਪਿਛਲੇ 1500 ਸਾਲ ਦੇ ਵਿੱਚ, ਕਿ ਇਹ ਰਮਜ਼ਾਨ ਦੀ ਤਾਰੀਖਾਂ ਦੇ ਵਿੱਚ 13 ਔਰ 28 ਤੇ ਚੰਦ ਸੂਰਜ ਗ੍ਰਹਿਣ ਰਿਸਪੈਕਟਿਵਲੀ ਲੱਗੇ ਨੇ। ਉਹਨੂੰ ਆਦੇ ਨੇ ਜੀ ਉੱਥੇ ਦਾਅਵੇਦਾਰ ਹੀ ਹੋਣਾ ਚਾਹੀਦਾ। यानी हर डिमांड पूरी करने तो बाद एक नवी तावील है, एक नवी ताबीर है, एक नवी स्टोरी है, एक नवी कहानी है। ये बिल्कुल अकल माउफ है और अकल फेल है। ਜਿਹੜੀ ਲੇਆਊਟ ਕੰਡੀਸ਼ਨ ਕੀਤੀ ਗਈ ਹੈ ਉਸ ਦਾਰੇ ਕੁਤਨੀ ਦੀ ਰਵਾਇਤ ਦੇ ਵਿੱਚ, ਉਹਦੇ ਅਕੋਰਡਿੰਗ ਐਬਸੋਲੂਟਲੀ ਕੋਈ ਦਾਅਵੇਦਾਰ ਰਿਕੁਆਇਰਡ ਨਹੀਂ ਹੈ। हमारे महदी की 2 निशानियां ਜਿਹੜੀਆਂ ਲੇਆਊਟ ਕਰ ਦਿੱਤੀਆਂ ਤੁਸੀਂ ਆਲਰੇਡੀ ਪੜੀਆਂ ਨੇ। 2 ਵਾਰੀ ਪਹਿਲੇ ਸੈਂਟੈਂਸ ਔਰ ਆਖਰੀ ਸੈਂਟੈਂਸ ਤਰਾਈ ਉਹਦੇ ਫਿਕਰੇ ਨੇ ਉਸ ਰਵਾਇਤ ਦੇ। पहले भी वो कह रहे हैं जब से ज़मीन आसमान बनया नहीं हुआ, फिर आखिर से भी कह रहे हैं जब से ज़मीन आसमान तख्लीक किए ये नहीं हुआ। हूँ हो गया। इट मीन्स कि साइंटिफिकली नाउ इट इज प्रूवन कि ये नबी पाक सल्लल्लाहु अलैहि वसल्लम का कौल हो ही नहीं सकता, क्योंकि अगर आप सल्लल्लाहु अलैहि वसल्लम ने फरमाया है तो वो हो ही नहीं सकता कोई चीज़ हो के रवे ना। लिहाजा ये जी रिवायत है ये साबित हो गई बाय साइंटिफिक एविडेंस कि ये रवायत झूठी मन गढ़त और आई मीन नबी पाक सल्लल्लाहु अलैहि वसल्लम नाल जबरदस्ती मनसूब की जा रही। सो दैट इज इनकरैक्ट। एक गल मैं तो चूंकि साइंस का बंदा वा, मैं साइंटिफिकली तुसी आलम हो अपना अमर भाई, तुसी ते इल्मी तौर पर भी ये लोगों ने बेशुमार उलमा ने ऑलरेडी प्रूव किया है कि ये एक फैब्रिकेटेड मन गढ़त रवायत है। लेकिन मैं साइंटिफिकली इन्हें प्रूव किया है इन रिवर्स ऑर्डर कि साइंस कह रही है 7 मिनिमम वेरीफाइड रीडिंग्स मौजूद ने
ਇਸ ਡੂਅਲ ਐਕਲਿਪਸ ਦੀ in the month of Ramadan on the 13th and 28th respectively lunar or solar eclipses. लिहाजा मिर्जा साहब का एक क्लेम जो एब्सोल्युटली प्रूव हो गया कि एक फाल्स महदी ने एक फाल्स क्लेम ने फ्रॉम एवरी एंगल। ये अमर भाई मैं थोड़ी जी रिसर्च की थी तो सबमिशन की है, लेकिन उन्होंने आंदे ने जी दावेदार लियाओ, दावेदार भी मौजूद ने मेरा ख्याल एक को जौनपुरी बहावला का भी दावा विद इन सच डेट्स फॉल करता, बट दैट्स नॉट माय सब्जेक्ट। थैंक यू जी, थैंक यू। ਬਹੁਤ ਬਹੁਤ ਸ਼ੁਕਰੀਆ ਵੜੈਚ ਸਾਹਿਬ। ਜਿਸ ਵੇਲੇ ਗੱਲ ਅਸਲ ਦੇ ਵਿੱਚ ਇਹਨਾਂ ਲੋਕਾਂ ਨਾਲ ਕਰੀਦੀ ਹੈ ਨਾ, ਤੇ ਜੇ ਤੇ ਉਹ ਗੱਲ ਤਰਤੀਬ ਨਾਲ ਹੋ ਰਹੀ ਹੋਵੇ ਨਾ, 1 ਬਾਈ 1 ਤੁਸੀਂ ਸਟੈਪ ਬਾਈ ਸਟੈਪ ਚੱਲੋ, ਤੇ ਸ਼ਾਇਦ ਕੋਈ ਗੱਲ ਕੋਈ ਨਤੀਜਾ ਖੇਜ਼ ਸਾਬਤ ਹੋਵੇ। ਤੇ ਜੇ ਅੰਨੇਵਾਹ ਗੱਲ ਜਿਹੜੀ ਹੈ ਉਹਦੇ ਵਿੱਚ ਹੀ ਹਦੀਸ ਦੀ ਸਨਦ, ਉਹਦੇ ਵਿੱਚ ਹੀ ਹਦੀਸ ਦੇ ਮਤਨ ਉੱਤੇ ਗੁਫ਼ਤਗੂ, ਉਹਦੇ ਵਿੱਚ ਹੀ ਨਾਸਾ ਦੀ ਵੈਬਸਾਈਟ ਲੈ ਵੀ ਉਹਦੇ ਵਿੱਚ ਹੀ ਅਸੀਂ ਸਾਰਾ, ਤੇ ਉਹ ਮਤੰਜਣਾ ਜਿਹਾ ਬਣ ਜਾਂਦਾ ਹੈ, ਔਰ ਗੱਲ ਕਿਸੇ ਨੂੰ ਨਾ ਹੀ ਸਮਝ ਆਉਂਦੀ ਨਾ ਉਹ ਕਿਸੇ ਪਾਸੇ ਲੱਗਦੀ। ਤੁਸੀਂ ਦੁਆ ਕਰੋ ਹੈ ਜਿਹੜੀ ਅਸੀਂ ਖੁੱਲੀ ਚਿੱਠੀ ਲਿਖੀ ਹੈ ਅਲੀ ਅਹਿਮਦ ਸਾਹਿਬ ਇਹ ਲੈ ਕੇ ਚੱਲ ਜਾਣ ਅੱਜ ਰਾਤੀ ਮੀਆਂ ਉਹਨਾਂ ਦੀ ਬਰਾੜ ਤੇ ਜੇ ਉਹਨਾਂ ਨੇ ਇਹ ਖੁੱਲੀ ਚਿੱਠੀ ਪੜ੍ਹ ਲਈ ਤੇ ਤੁਹਾਨੂੰ ਦੱਸਾਂਗੇ ਇਨਸ਼ਾਅੱਲਾ ਵੀ ਗੱਲ ਕਿਸ ਤਰਤੀਬ ਨਾਲ ਇਹਨਾਂ ਨਾਲ ਕਰਨੀ ਚਾਹੀਦੀ ਹੈ। ਨਾ ਇਹ ਹਦੀਸ ਨਬੀ ਪਾਕ ਦੀ ਹੈ, ਨਾ ਇਸ ਹਦੀਸ ਦੇ ਮੁਤਾਬਕ ਕੋਈ ਚੰਨ ਗ੍ਰਹਿਣ ਸੂਰਜ ਗ੍ਰਹਿਣ ਲੱਗਾ ਹੈ, ਨਾ ਹੀ ਇਹ ਕੋਈ ਧੋਖਾ ਖਾਣ ਵਾਲੀ ਗੱਲ ਹੈ। ਲੇਕਿਨ ਇਹਨਾਂ ਨੇ ਅਲਬੱਤਾ ਉਹਦੇ ਉੱਤੇ ਬਹੁਤ ਜ਼ਿਆਦਾ ਜ਼ਿਆਦਤੀ ਕੀਤੀ ਹੈ, ਬਹੁਤ ਜ਼ਿਆਦਾ ਉਹਦੇ ਵਿੱਚ ਗੱਲਾਂ ਵਧਾ ਚੜਾ ਕੇ ਤੇ ਲੋਕਾਂ ਨਾਲ ਧੋਖਾ ਫਰਾਡ ਕੀਤਾ। ਅਗਰ ਸਾਡੀ ਚਿੱਠੀ ਹੈ ਕਬੂਲ ਹੋ ਜਾਂਦੀ ਹੈ, ਅਗਰ ਅਲਾਮਾ ਸਾਹਿਬ ਤੁਸੀਂ ਇੱਕ ਚੀਜ਼ ਐਡ ਕਰ ਲਓ ਕਿ ਮਿਰਜ਼ਾ ਸਾਹਿਬ ਦਾ ਅਗਰ ਦਾਵਾ ਮੌਜੂਦ ਹੈ ਇਸ ਗ੍ਰਹਿਣ ਤੋਂ ਪਹਿਲੇ, ਤੇ ਉਹ ਦੇਖ ਲਿਆ ਜੇ ਕਿਹੜੀ ਕਿਤਾਬ ਵਿੱਚ ਹੈ। ਕੋਈ ਦਾਵਾ ਵੀ ਨਹੀਂ ਹੈ। ਅਗਰ ਹੈ ਤੇ ਉਹ ਵੀ ਇਹਦੇ ਚਿੱਠੀ ਸ਼ਾਮਲ ਕਰ ਲਓ ਕਿ ਫਤਿਹ ਇਸਲਾਮ ਸਾਹਿਬ ਦੇ ਅੱਗੇ 3 ਬੁਨਿਆਦੀ ਸਵਾਲ ਰੱਖ ਦਿੱਤੇ ਜਾਣ ਕਿ ਇੱਕ ਤੇ ਇਹਨੂੰ ਹਦੀਸ ਸਾਬਤ ਕਰ ਦਿੱਤਾ ਜਾਏ, ਦੂਸਰਾ ਇਸ ਹਦੀਸ ਦੀਆਂ ਕੰਡੀਸ਼ਨਸ ਅਗਰ ਫੁੱਲਫਿਲ ਹੋਈਆਂ ਨੇ ਤੇ ਉਹ ਦੱਸ ਦਿੱਤੀਆਂ ਜਾਣ, ਚੌਥਾ ਇਹ ਹੈ ਕਿ ਅਗਰ ਮਿਰਜ਼ਾ ਸਾਹਿਬ ਦਾ ਦਾਵਾ ਮੌਜੂਦ ਹੈ ਇਸ ਚੰਨ ਔਰ ਸੂਰਜ ਗ੍ਰਹਿਣ ਤੋਂ ਪਹਿਲੇ ਤੇ ਉਹ ਦੇਖ ਲਿਆ ਜਾਏ। ਚਲੋ ਉਹਦੇ ਨਾਲ ਇਹ ਕਿ ਪੂਰਾ ਮਜ਼ਮੂਨ ਜਿਹੜਾ ਇਹਨਾਂ 4 ਸਵਾਲਾਂ 'ਚ ਕਵਰ ਹੋ ਜਾਏਗਾ। ਹਾਂਜੀ, ਤੁਸੀਂ ਐਸੇ ਸ਼ਕਲ 'ਚ 3 ਸਵਾਲ ਉਹਨਾਂ ਦੇ ਅੱਗੇ ਸਾਡੀ ਤਰਫੋਂ ਪੇਸ਼ ਕਰ ਦਿਓ ਕਿ ਅਗਰ ਇਸ ਹਦੀਸ ਨੂੰ ਤੁਸੀਂ ਨਬੀ ਅਲੈਹਿਸਲਾਮ ਦੀ ਹਦੀਸ ਸਾਬਤ ਕਰ ਦਿਓ ਔਰ ਇਹਦੇ ਮੁਤਾਬਕ ਹਦੀਸ ਦੇ ਲਫ਼ਜ਼ਾਂ ਦੇ ਮੁਤਾਬਕ ਉੱਥੇ ਕੋਈ ਚੰਨ ਗ੍ਰਹਿਣ ਸੂਰਜ ਗ੍ਰਹਿਣ ਲੱਗਾ ਹੋਵੇ 1894 ਨੂੰ, 1 2 ਔਰ ਤੀਸਰੀ ਗੱਲ ਹੈ ਕਿ ਮਿਰਜ਼ਾ ਸਾਹਿਬ ਦਾ ਦਾਅਵਾ ਮਹਦੂਵੀਅਤ ਉਸ ਵੇਲੇ ਮੌਜੂਦ ਹੋਵੇ। ਇਹ ਤਿੰਨੇ ਗੱਲਾਂ ਸਾਬਤ ਕਰ ਦਿਓ, ਸਾਨੂੰ ਹੁਕਮ ਕਰੋ, ਅਸੀਂ ਤੁਹਾਡੀ ਬਰਾੜ ਤੇ ਆ ਜਾਂਦੇ ਹਾਂ। ਜਿਸ ਵੇਲੇ ਇਹ ਹੁਣ ਇਹ ਕੰਪਰੀਹੈਂਸਿਵ ਹੋ ਗਈ ਗੱਲ, ਇਹਦੇ 'ਚ ਤਹਿਕੀਕ ਮੁਕੰਮਲ ਹੋ ਜਾਂਦੀ। ਅਗਰ ਇਹਨਾਂ 3 ਸਵਾਲਾਂ ਦੇ ਜਵਾਬ ਮਿਲ ਜਾਣ ਕਿ ਉਹਨਾਂ ਦਾ ਦਾਅਵਾ ਮਹਦੂਵੀਅਤ ਇਸ ਤੋਂ ਪਹਿਲੇ ਮਿਲ ਜਾਏ ਔਰ ਉਹਦੇ ਬਾਅਦ ਇਹਨਾਂ ਤਾਰੀਖਾਂ ਦੇ ਵਿੱਚ ਗ੍ਰਹਿਣ ਮਿਲ ਜਾਏ ਔਰ ਤੀਸਰਾ ਇਹ ਹਦੀਸ ਸਾਬਤ ਹੋ ਜਾਏ। ਆਮਰ ਭਾਈ ਚਾਂਦ ਗ੍ਰਹਿਣ ਤੇ ਸੂਰਜ ਗ੍ਰਹਿਣ ਲੱਗਿਆ ਕਿਹੜੇ ਸਾਲ ਸੀ? 1894 ਲੱਗਿਆ ਨਾ, ਤੇ 1894 ਵਿੱਚ ਹੀ ਮਿਰਜ਼ਾ ਸਾਹਿਬ ਦਾ ਮਹਦੂਦੀਅਤ ਦਾ ਦਾਅਵਾ ਹੈ, ਉਸ ਤੋਂ ਪਹਿਲਾਂ ਦਾ ਕੋਈ ਨਹੀਂ। ਸੂਰਜ ਗ੍ਰਹਿਣ ਤੋਂ ਪਹਿਲੇ ਦਾ ਅਗਰ ਉਹ ਹੈ ਅਬੂ ਬਕਰ ਮੀਰ ਸਾਹਿਬ ਤੇ ਉਹ ਕਿਹੜੀ ਕਿਤਾਬ ਵਿੱਚ ਹੈ? ਪਹਿਲੇ ਦਾ ਕੋਈ ਦਾਵਾ ਨਹੀਂ। ਨਹੀਂ, ਮੈਂ ਕਹਿ ਰਿਹਾ 1894 ਜਦੋਂ ਇਹ ਗ੍ਰਹਿਣ ਲੱਗਾ ਉਹਦੇ ਬਾਅਦ ਦਾਵਾ ਉਹਨਾਂ ਦਾ ਹੈ ਜਾਂ ਪਹਿਲੇ ਹੈ? ਜੀ ਇਹ ਦਾਵਾ ਬਾਅਦ ਵਿੱਚ ਹੈ ਸਰ, ਇਹਦੇ ਤੇ ਬੜੀ ਐਕਸਟੈਂਸਿਵ ਰਿਸਰਚ ਕੀਤੀ ਹੈ। ਐਬਸੋਲੂਟਲੀ ਮਹਿਦੀਅਤ ਦਾ ਕੋਈ ਦਾਵਾ ਨਹੀਂ 1894 ਦੇ ਇਸ ਗ੍ਰਹਿਣ ਲੱਗਣ ਤੋਂ ਪਹਿਲਾਂ। ਅੱਛਾ, ਚਲੋ ਇੱਕ ਕੁਐਸਚਨ ਦਾ ਧਿਆਨ ਸਰਾਂਗੇ ਬਾਅਦ। ਇਸ ਤੋਂ ਪਹਿਲੇ ਤੇ ਉਹਨਾਂ ਦੇ ਜਿੰਨੇ ਵੀ ਦਾਅਵੇ ਮਿਲਦੇ ਨੇ ਨਾ ਉਹ ਇਹੀ ਮਿਲਦੇ ਨੇ ਕਿ ਮਹਿਦੀ के बारे में जितनी भी हदीसें हैं वो सारी ज़ईफ ते मन कढ़ाते ने ते ना काबिल इतबार ने। ਇਹ ਤੇ 1905 ਦੇ ਚ ਉਹਨਾਂ ਨੇ ਗੱਲ ਕਹੀ ਹੈ, ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ। ਨਹੀਂ, ਉਹ ਮਤਲਬ 94 ਵਿੱਚ ਉਹਨਾਂ ਮਹਿਦੀ ਦਾ ਜਿਹੜਾ ਦਾਅਵਾ ਕੀਤਾ ਹੈ ਨਾ, ਇਹ ਇਸ ਤੋਂ ਪਹਿਲੇ ਉਹਨਾਂ ਦੀਆਂ ਗੱਲਾਂ ਇਹੀ ਮਿਲਦੀਆਂ ਨੇ ਮਹਿਦੀ ਦੇ ਬਾਰੇ ਚ। ਅੱਛਾ, ਮਤਲਬ ਆਪਣਾ ਉਹਨਾਂ ਦਾ ਦਾਅਵਾ ਕੋਈ ਨਹੀਂ। ਇਹ ਸੂਰਜ ਗ੍ਰਹਿਣ ਚੰਨ ਗ੍ਰਹਿਣ ਹੋਣ ਤੋਂ ਬਾਅਦ ਹੀ ਉਹਨਾਂ ਦਾ ਦਾਅਵਾ ਜਿਹੜਾ ਉਹ ਨਜ਼ਰ ਆਉਂਦਾ ਹੈ। ਚਲੋ ਫਿਰ ਇਹ 3 ਸਵਾਲ ਵੈਲਿਡ ਨੇ ਜਿਹੜੇ ਅਲਾਮਾ ਸਾਹਿਬ ਨੇ ਰੱਖੇ ਨੇ, ਮੁਖਤਸਰ ਤਿੰਨਾਂ ਦੇ ਵਿੱਚ ਹੀ ਗੱਲ ਮੇਰੇ ਖਿਆਲ ਪੂਰੀ
ਉਹਦੀ ਜਾਣਕਾਰੀ ਮਿਲ ਸਕਦੀ ਹੈ। ਆਓ ਤੇ ਜ਼ਾਹਿਰ ਹੈ ਅਮਰ ਭਾਈ, ਅਗਰ ਗੱਲ ਇਹਨਾਂ ਦੀ ਹੋ ਜਾਂਦੀ ਹੈ ਤੇ ਫਿਰ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ। ਅਮਰ ਭਾਈ ਆਓ। ਅਮਰ ਭਾਈ ਲੱਗਦਾ ਬਿਜ਼ੀ ਹੋ ਗਏ, ਕਿਉਂਕਿ ਇਹ ਜਿਹੜਾ ਇਹਨਾਂ ਦਾਵਾ ਕੀਤਾ ਨਾ, ਇਹਦੇ ਪਿੱਛੇ ਵੀ ਇੱਕ ਕਹਾਣੀ ਹੈ। ਲੇਕਿਨ ਉਹ ਅਗਰ ਗੱਲਬਾਤ ਹੋਏਗੀ ਤੇ ਫਿਰ ਹੀ ਉਹ ਗੱਲ ਖੁੱਲੇ ਤੇ ਮੇਰਾ ਖਿਆਲ ਹੈ ਜ਼ਿਆਦਾ ਬਿਹਤਰ ਹੈ, ਕਰਨਾ ਮੁਨਾਸਿਬ ਨਹੀਂ। ਠੀਕ, ਦਾਵਾ ਕਰਨ ਦੇ ਪਿੱਛੇ ਵੀ ਇੱਕ ਕਹਾਣੀ ਹੈ। ਜੀ ਅਬੂ ਬਕਰ ਮੀਰ ਸਾਹਿਬ, ਤੁਸੀਂ ਸਾਨੂੰ ਕਹਾਣੀ ਦੱਸ ਦਿਓ, ਸਾਨੂੰ ਵੀ ਚਲੋ ਪਤਾ ਲੱਗ ਜਾਏਗਾ ਕੀ ਕਹਾਣੀ। ਨਹੀਂ, ਪਰਚਾ ਤੇ ਕੋਈ ਵੀ ਆਪਣਾ ਲੀਕ ਆਊਟ ਨਹੀਂ ਕਰਦਾ ਨਾ। ਨਹੀਂ ਚਲੋ ਅਸੀਂ ਵੀ ਫਿਰ ਰਿਸਰਚ ਕਰ ਦਾਂਗੇ ਨਾ ਕਹਾਣੀ ਨੂੰ। ਨਹੀਂ ਇਹ ਤੇ ਅਸੂਲ ਹੈ ਨਾ ਕਿ ਪਰਚਾ ਕੋਈ ਵੀ ਲੀਕ ਆਊਟ ਨਹੀਂ ਕਰਦਾ। ਅਗਰ ਤੇ ਦੇਖੋ ਤੁਸੀਂ ਅੱਜ ਅਗਰ ਗੱਲ ਉਹਨਾਂ ਦੇ ਨਾਲ ਹੋ ਜਾਂਦੀ ਹੈ, ਪਰਚੀ ਅਮਰ ਭਾਈ ਦੀ ਉੱਥੇ ਹੱਥ ਜਿਹੜਾ ਉਹ ਖੁੱਲੀ ਚਿੱਟੀ ਜਿਹੜੀ ਪੇਸ਼ ਹੋ ਜਾਂਦੀ ਹੈ ਔਰ ਕਬੂਲ ਕਰ ਲਈ ਜਾਂਦੀ ਹੈ। ਇੰਸ਼ਾਅੱਲਾ ਤਾਲਾ ਪਹੁੰਚ ਜਾਏਗੀ, ਉਹ ਤੇ ਗੱਲ ਵੀ ਕਰ ਲਾਂਗੇ ਫਾਤਿਹਾ ਸਲਾਮ ਭਾਈ। ਹਾਂ, ਮਸਲਾ ਕੋਈ ਨਹੀਂ, ਕਿਉਂਕਿ ਉਹ ਇਲਮੀ ਸ਼ਖਸੀਅਤ ਨੇ, ਉਹ ਕਰ ਵੀ ਸਕਦੇ ਨੇ। ਅਸੀਂ ਤੇ ਜਾਂਦੇ ਹੁਣੇ ਗੱਲ ਅਕਬਰ ਭਾਈ ਨੂੰ ਸੱਦ ਲਓ ਤੇ ਹੁਣੇ ਅਸੀਂ ਗੱਲ ਕਰ ਲੈਂਦੇ ਹਾਂ। ਕੋਈ ਹਾਂ ਤੇ ਫਿਰ ਤਾਹਿਰ ਸਾਹਿਬ ਥੋੜਾ ਜਿਹਾ ਇੰਤਜ਼ਾਰ ਕਰ ਲਓ ਨਾ। ਉਹ ਆਪਣਾ ਅਲੀ ਅਹਿਮਦ ਭਾਈ ਕੋਈ ਜਵਾਬ ਉੱਥੋਂ ਲਿਆਉਣਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਦੱਸ ਦਿਆਂਗੇ ਇਹਦੇ ਪਿੱਛੇ ਕਹਾਣੀ ਕਿਹੜੀ ਹੈ। ਨਹੀਂ, ਉਹ ਤੇ ਅਲੀ ਅਹਿਮਦ ਸਾਹਿਬ ਨੇ ਖੜਨਾ ਨਾ, ਸਾਡੇ ਅਲੀ ਅਕਬਰ ਸਾਹਿਬ ਥੱਲੇ ਬੈਠੇ ਨੇ, ਉਹਨਾਂ ਨੂੰ ਸੱਦ ਲਓ। ਨਹੀਂ, ਉਹਨਾਂ ਨੂੰ ਛੋੜੋ। ਇਹ ਤਾਂ ਨਹੀਂ ਨਾ ਅਬੂ ਬਕਰ ਮੀਰ ਸਾਹਿਬ, ਇਹ ਹੁਣ ਗੱਲ ਕੀ ਹੋਈ? ਤੁਸੀਂ ਹੁਣ ਸਾਡੀ ਰਿਕੁਐਸਟ ਵੀ ਨਹੀਂ ਮੰਨਦੇ ਤੇ ਫਿਰ ਸਾਨੂੰ ਆਂਦੇ ਜੇ ਵੀ ਤੁਸੀਂ ਨਹੀਂ, ਉਹਨਾਂ ਵਾਲਾ ਮਾਮਲਾ ਜਿਹੜਾ ਨਾ ਉਹ ਸਾਡੇ ਵੱਸੋਂ ਬਾਹਰ ਹੋ ਗਿਆ। ਚਲੋ ਠੀਕ ਹੈ, ਫਿਰ ਅਸੀਂ ਵੀ ਚੱਲਦੇ ਹਾਂ। ਫਿਰ ਸਾਡਾ ਬਹਿਣ ਦਾ ਇੱਥੇ ਕੀ ਫਾਇਦਾ? ਬਿਲਕੁਲ, ਬਹੁਤ ਸ਼ੁਕਰੀਆ। ਅਗਰ ਤੁਸੀਂ ਜਾਣਾ ਚਾਹੋ ਤੇ ਅਗਰ ਬਹਿਣਾ ਚਾਹੋ ਤੇ ਕੁਝ ਚਾਹ ਪਾਣੀ ਲਿਆਉਣੇ ਆ ਤੁਹਾਡੇ ਸੇ। ਆਖੋ ਤੇ ਕੋਈ ਸਪਰਾਈਟ, ਫਾਂਟਾ, ਕੋਕੋ ਕੋਲਾ ਆਖੋ ਤੇ ਉਹ ਵੀ ਲੈ ਆਉਨੇ। ਜੀ ਅਲੀ ਅਹਿਮਦ ਭਾਈ। ਹਾਂਜੀ ਠੀਕ ਹੈ। ਉਹਨਾਂ ਦੇ ਅੱਗੇ ਸਵਾਲ ਜਿਹੜੀ ਹੈ ਇਹ ਰੱਖਣਾ ਚਾਹੀਦਾ ਫਤਿਹ ਇਸਲਾਮ ਸਾਹਿਬ ਕਿ ਉਹਨਾਂ ਦੀ ਵੀ ਮੁਤਾਲਾ ਬਹੁਤ ਹੈ, ਕੁਤਬ ਦਾ ਹਵਾਲੇ ਵਗੈਰਾ ਲਿਆਂਦੇ ਨੇ, ਜਮਾ ਨੇ ਉਹਨਾਂ ਦੇ ਕੋਲ ਬੜੀ ਲਾਇਬ੍ਰੇਰੀ ਹੈ ਤੇ ਉਮੀਦ ਹੈ ਕਿ ਉਹ ਇਹਨੂੰ ਇਹਦੇ ਬਾਰੇ ਕੁਝ ਵਜ਼ਾਹਤ ਦੇ ਦੇਣਗੇ ਅਲਾਮਾ ਸਾਹਿਬ ਨੂੰ। ਹਾਂਜੀ ਬਿਲਕੁਲ, ਅਸਲ ਵਿੱਚ ਅਗਰ ਗੱਲ ਹੋ ਜਾਏਗੀ ਤੇ ਮੇਰਾ ਹਾਲੇ ਜ਼ਿਆਦਾ ਬਿਹਤਰ ਹੈ। ਵੈਸੇ ਮਿਰਜ਼ਾ ਸਾਹਿਬ ਨੇ ਦਾਅਵਾ ਕੀਤੇ ਹੈ ਇਹਦੇ ਬਾਰੇ ਚ ਕਿ 16 ਸਾਲ ਪਹਿਲੇ ਉਹਨਾਂ ਨੇ ਕੋਈ ਪੇਸ਼ਗੋਈ ਕੀਤੀ ਸੀ ਬਰਾਨੇ ਅਹਿਮਦੀਆ ਦੇ ਵਿੱਚ, ਤੇ ਅਸੀਂ ਤੇ ਉਹ ਵੀ ਢੂੰਡ ਕੇ ਥੱਕ ਗਏ ਹਾਂ, ਸਾਨੂੰ ਕੋਈ ਨਹੀਂ ਮਿਲੀ। ਬਰਾਨੇ ਅਹਿਮਦੀਆ ਦੇ ਵਿੱਚ ਕੋਈ ਹਸੂਫ ਖਸੂਫ ਦਾ ਜ਼ਿਕਰ ਹੀ ਨਹੀਂ ਮਿਲਦਾ 16 ਸਾਲ ਪਹਿਲੇ। ਇਹ 1902 ਵਿੱਚ ਮਿਰਜ਼ਾ ਸਾਹਿਬ ਨੇ ਗੱਲ ਕੀਤੀ ਹੈ ਤੇ ਉਹ ਜ਼ਿਕਰ ਸਾਨੂੰ ਤਾਂ ਨਹੀਂ ਕਿਧਰੇ ਮਿਲਿਆ। ਸ਼ਾਇਦ ਫਾਤਿਹ ਇਸਲਾਮ ਸਾਹਿਬ ਕੋਲੋਂ ਮਿਲ ਜਾਏ। ਤੇ ਦੂਸਰਾ ਇਹ ਕਿ ਜਿਸ ਤਰ੍ਹਾਂ ਹਕੀਮ ਨੂਰਦੀਨ ਸਾਹਿਬ ਨੇ ਇਹਨਾਂ ਨੂੰ ਆਖਿਆ ਸੀ ਨਾ ਕਿ ਦਮਿਸ਼ਕੀ ਹਦੀਸ ਅਲੀ ਵਾਕਿਆ ਤਾਂ ਸੁਣਿਆ ਹੋਣਾ। ਇਹ ਵਾਟਰ ਸਾਹਿਬ ਕਹਿ ਰਹੇ ਨੇ ਮੈਨੂੰ ਉੱਤੇ ਕਾਲ ਤੇ ਲਵੋ ਤੇ ਮੇਰੇ ਵਾਟਰ ਸਾਹਿਬ ਨੂੰ ਹੁਣ ਅੱਲਾ ਹੀ ਚੁੱਕੇ ਜੀ, ਅਸੀਂ ਤੇ ਨਹੀਂ ਚੁੱਕ ਸਕਦੇ ਕਿਉਂਕਿ ਉਹਨਾਂ ਦੀ ਆਈਡੀ ਪ੍ਰਾਈਵੇਟ ਹੈ ਤੇ ਉਹ ਹੋਸਟ ਹੀ ਚੁੱਕ ਸਕਦਾ ਹੈ। ਤੇ ਹੋਸਟ ਕੌਣ ਨੇ? ਹੋਰ ਕੋਈ ਗੱਲ ਵੀ ਕਰਨ ਲੈਣੀ ਕਿ ਤੁਸੀਂ ਆਪਾਂ ਵੀ ਕਰਨੀ ਤੇ ਫਿਰ ਆ ਕਰੋ ਜੀ, ਅਲੀ ਅਹਿਮਦ ਸਾਹਿਬ ਬੈਠੇ ਨੇ, ਬਿਸਮਿਲ੍ਲਾ ਕਰੋ। ਉਹ ਅਲੀ ਅਹਿਮਦ ਸਾਹਿਬ ਬਾਰ-ਬਾਰ ਫਤਿਹ ਇਸਲਾਮ ਸਾਹਿਬ ਦਾ ਫਰਮਾ ਰਹੇ ਨੇ। ਫਤਿਹ ਇਸਲਾਮ ਸਾਹਿਬ ਉਹਨਾਂ ਦੀ ਜਿਹੜੀ ਬਰਾੜ ਹੈ ਉਹ ਕੁਝ ਵਕਤ ਵਾਸਤੇ ਜਿਹੜਾ ਨਾ ਉਹ ਇੱਕ ਸਵਾਲ ਦੇ ਇਰਦ ਗਿਰਦ ਘੁੰਮ ਰਹੀ ਹੈ। ਇੱਕ ਉਹਨਾਂ ਦਾ ਮੁਤਾਲਬਾ ਹੈ, ਉਹ ਆਪਣੀ ਬਰਾੜ ਤੇ ਵੀ ਉਹੀ ਕਰਦੇ, ਮੀਆਂ ਸਾਹਿਬ ਕੋਲ ਬਹਿ ਕੇ ਵੀ ਉਹੀ ਕਰਦੇ ਕਿ ਜਿਸ ਫਿਰਕੇ ਨਾਲ ਤੁਸੀਂ ਤਲਕ ਰੱਖਦੇ ਹੋ ਉਹਦੀਆਂ 5 ਐਸੀਆਂ ਖਸੂਸੀਅਤ ਜਾਂ ਖੂਬੀਆਂ ਪੇਸ਼ ਕਰੋ ਜਿਹੜੀਆਂ ਦੂਸਰੇ ਕਿਸੇ ਨਾ ਸਿਰਫ ਉਸੇ ਤੋਂ ਜਿਹੜਾ ਫੋਲੋ ਕਰ ਰਹੇ। ਅੱਛਾ, ਵੈਸੇ ਸਟੇਰੀਅਲ ਸਾਹਿਬ ਤੁਸੀਂ ਗੱਲ ਕੋਈ ਥੋੜੀ ਜਿਹੀ ਚੇਂਜ ਨਹੀਂ ਕਰ ਰਹੇ? ਮੈਨੂੰ ਕਿਧਰੇ ਗੱਲ ਸੁਣੀ ਸੁਣਾਈ ਲੱਗਦੀ ਹੈ ਵੀ। ਨਹੀਂ ਇਹ ਚੇਂਜ ਮੈਂ ਨਹੀਂ ਕੀਤਾ। ਨਹੀਂ ਹੋ ਸਕਦਾ ਹੈ, ਥੋੜਾ ਯਾਦ ਕਰੋ ਹਾਂ, ਕੋਸ਼ਿਸ਼ ਕਰੋ ਹਾਂ, ਜ਼ਹਿਨ ਤੇ ਜ਼ਰਾ ਜ਼ੋਰ ਦਿਓ ਹਾਂ, ਸ਼ਾਇਦ ਕੋਈ ਗੱਲ ਹੋਰ ਹੋਵੇ ਤੇ ਤੁਸੀਂ ਕੋਈ ਹੋਰ ਕਰਦੇ ਹੋ। ਮੈਂ ਇਹੀ ਕਹਿ ਰਿਹਾ ਕਿ ਉਹਨਾਂ ਦੀ ਬਰਾੜ ਅੱਜ ਕੱਲ ਇਸ ਟੌਪਿਕ ਤੇ ਜਿਹੜਾ ਹੈ, ਇਸ ਟੌਪਿਕ ਤੇ ਉਹਨਾਂ ਦੀ ਬਰਾੜ ਜਿਹੜੀ ਉਹ ਇਹਦੇ ਤੇ ਹੀ ਲੱਗ ਰਹੀ ਹੈ, ਉਹ ਗੱਲ ਹੀ ਨਹੀਂ ਕਰ ਰਹੀ। ਯਾਨੀ ਕਿ ਫਾਤਿਹ ਇਸਲਾਮ ਸਾਹਿਬ ਜਿਹੜੇ ਨੇ ਉਹਨਾਂ ਦਾ ਇਹ ਮੁਤਾਲਬਾ ਹੈ ਕਿ 5 ਜਿਹੜੇ ਨੇ ਉਹ ਖਸੂਸੀਅਤ ਉਹ ਸਾਬਤ ਕਰਨੀਆਂ ਨੇ। ਇਹ ਫਾਤਿਹ ਇਸਲਾਮ ਸਾਹਿਬ ਦਾ ਕਹਿਣਾ। 5 ਐਸੀਆਂ ਖਸੂਸੀਅਤ ਉੱਥੇ
ਮੀਆਂ ਸਾਹਿਬ ਹੁੰਦੇ ਨੇ ਉੱਥੇ, ਰਾਜਾ ਤੌਲ ਮਨਾਨ ਸਾਹਿਬ ਵੀ ਹੁੰਦੇ ਨੇ, ਹੋਰ ਵੀ। ਨਹੀਂ ਮੈਂ ਇਹ ਪੁੱਛ ਰਿਹਾ ਕਿ ਇਹ ਫਤਿਹ ਇਸਲਾਮ ਸਾਹਿਬ ਦਾ ਮੁਤਾਲਬਾ ਹੈ। ਬਿਲਕੁਲ ਉਹਨਾਂ ਦੇ ਪੂਰੇ ਗਰੁੱਪ ਦਾ ਨਾ, ਜਿੰਨੇ ਉਹ ਲੋਕ ਬਹਿੰਦੇ ਨੇ, ਮਤਲਬ 5 ਐਸੀਆਂ ਚੀਜ਼ਾਂ ਤੁਸੀਂ ਆਪਣੀਆਂ ਖਸੂਸੀਅਤ। ਮਾਸ਼ਾਅੱਲਾ 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 ਮਾਸ਼ਾਅੱਲਾ। ਵੈਸੇ ਕੱਲ ਹੀ ਹਾਲੇ ਮੇਰਾ ਹਾਲ ਹੈ ਆਮਰ ਹੱਕ ਦੀ ਗੱਲ ਹੋਈ ਏ ਫਤਿਹ ਇਸਲਾਮ ਸਾਹਿਬ ਨਾਲ, ਤੇ ਤੁਸੀਂ ਵੀ ਉਹ ਸਾਰੀ ਗੱਲ ਸੁਣੀ ਹੋਵੇਗੀ, ਤੇ ਉਹ ਗੱਲ ਬੜੀ ਫੈਲੀ ਏ। ਤੇ ਇਹ ਮੁਤਾਲਬਾ ਜਿਹੜਾ ਨਾ ਇਹ ਰੱਖਿਆ ਸੀ ਆਮਰ ਹੱਕ ਸਾਹਿਬ ਨੇ ਉਹਨਾਂ ਦੇ ਸਾਹਮਣੇ ਕਿ 5 ਹਸੂਸੀਆਤ ਨੇ ਮੇਰੇ ਫਿਰਕੇ ਦੀਆਂ, ਜਿਹੜਾ ਉਹਨਾਂ ਆਪਣਾ ਫਿਰਕਾ ਦੱਸਿਆ ਸੀ, ਆਪਣੀ ਜਮਾਤ ਉਹਨਾਂ ਉੱਥੇ ਦੱਸੀ ਏ ਆਮਰ ਹੱਕ ਸਾਹਿਬ ਨੇ, ਔਰ ਉਹ 5 ਹਸੂਸੀਆਤ ਉਹਨਾਂ ਨੇ ਬਿਆਨ ਕਰਨੀਆਂ ਨੇ। ਇਹ ਉਹਨਾਂ ਨੇ ਦਾਵਾ ਕੀਤਾ ਹੈ ਕਿ ਮੇਰੀਆਂ 5 ਖੂਬੀਆਂ ਨੇ ਜਿਹੜੀਆਂ ਤੁਸੀਂ ਦੂਸਰੇ ਕਿਸੇ ਵੀ ਫਿਰਕੇ ਦੇ ਵਿੱਚ ਸਾਬਤ ਕਰ ਦਿਓ। ਅੱਛਾ, ਹੁਣ ਮੈਂ ਉਹਦੀ ਗੱਲ ਉਹਨਾਂ ਦੇ ਵਿੱਚ ਉਹਨਾਂ ਨੇ ਇੱਕ ਖੂਬੀ ਬਿਆਨ ਕੀਤੀ ਹੈ, ਤੇ ਫਤਿਹ ਇਸਲਾਮ ਸਾਹਿਬ ਜਿਹੜੇ ਨੇ ਉਹ ਟੈਂਪਟਾਸ ਹੋ ਗਏ ਨੇ। ਬਸ ਕਰਦੇ ਅਬੂ ਬਕਰ ਮੀਰ ਲੰਮੀਆਂ ਨਾ ਛੱਡਿਆ ਕਰੋ, ਲੰਬੀਆਂ ਨਾ ਛੱਡਿਆ ਕਰੋ। ਇੱਕ ਮਿੰਟ, ਮੈਨੂੰ ਵੀ ਪਤਾ ਲੰਬੀ ਹੋ ਗਿਆ ਤੁਸੀਂ ਛੱਡੀ ਜਿਹੜੀ, ਤੇ ਉਹ ਛੱਡੀ ਕੋਈ ਸਾਡੀ ਛੱਡੀ ਹੈ। ਇਹ ਸ਼ੋਰ ਪਾ ਕੇ ਨਾ ਕੰਮ ਕਰਿਆ ਕਰੋ। ਨਹੀਂ ਤੁਹਾਡੀ ਲੰਬੀ ਛੱਡੀ ਨਹੀਂ, ਤੇ ਸਾਡੀ ਛੱਡੀ ਹੈ। ਵਾਹ ਵੀ ਵਾਹ। ਅਸੀਂ ਵੀ ਐਸਾ ਦੁਨੀਆ 'ਚ, ਉਹਨਾਂ ਨੇ ਬੜਾ ਵਾਜ਼ੇ ਅਲਫਾਜ਼ ਫਰਮਾਇਆ ਕਿ ਜਿਹੜਾ ਵਾਹ ਮਾ ਅਨਾ ਅਲੈਹ व असहाब, ਵਾਹ ਮਾਂ ਆਨਾ ਨਹੀਂ ਹੈ, ਮਾਂ ਆਨਾ ਨਹੀਂ ਵਾ ਸਹਾਬੀ। ਅੱਛਾ ਠੀਕ ਹੈ, ਹੁਣ ਮੇਰੀ ਜਮਾਂਦਰੂ ਜ਼ਬਾਨ ਅਰਬੀ ਨਹੀਂ ਹੈਗੀ, ਤੇ ਮੈਂ ਉਹਦਾ ਕੀ ਕਰਾਂ? ਮੇਰਾ ਤੇ ਇਹਸਾਨ ਹੈ ਕਿ ਮੈਂ ਜਿਹੜਾ ਇਹ ਮੰਨੀ ਹੈ ਫਿਰ ਵੀ। ਅੱਛਾ, ਔਰ ਉਹਦਾ ਤਰਜਮਾ ਪੜ੍ਹ ਦੇਣਾ ਕਿ ਉਹ ਮੇਰੇ ਔਰ ਮੇਰੇ ਅਸਹਾਬ ਦੇ ਨਕਸ਼ੇ ਕਦਮ ਤੇ ਹੋਣਗੇ। ਬਿਲਕੁਲ ਮੇਰਾ ਉਸ ਤਰੀਕ ਤੇ ਹੋਣਗੇ, ਇਹੀ ਗੱਲ ਹੈ ਕਿ ਕੋਈ ਹੋਰ ਹੈ। ਬਿਲਕੁਲ ਉਹਨਾਂ ਇਹ ਨਾਲ ਫਰਮਾਇਆ ਕਿ ਇਸ ਚੀਜ਼ ਤੇ ਸ਼ੀਆ ਸੁन्नी ਦੇਵਬੰਦੀ ਵਹਾਬੀ ਕੋਈ ਵੀ ਪੂਰਾ ਨਹੀਂ ਉਤਰਦਾ। ਅੱਛਾ ਵੇਖੋ ਨਾ, ਹੁਣ ਇੱਥੇ ਵੀ ਤੁਸੀਂ ਛੱਡੀਏ, ਹੁਣ ਮੈਂ ਵੀ ਇਹੀ ਆਖਾਂਗਾ ਤੁਸੀਂ ਛੱਡੀਏ। ਉਹਨਾਂ ਦੀ ਜਾ ਕੇ ਰਿਕਾਰਡਿੰਗ ਵੇਖ ਲਓ। ਹਾਂ ਮੈਂ ਰਿਕਾਰਡਿੰਗ ਇੱਥੇ ਆਖੋਗੇ ਤੇ ਇੱਥੇ ਚਲਾ ਦਿਆਂਗਾ। ਇੱਥੇ ਹੁਣ ਮੈਂ ਤੁਹਾਨੂੰ ਦੱਸਣ ਲਗਾਵਾਂ ਤੁਸੀਂ ਕੀ ਛੱਡੀਏ। ਹਾਂ ਛੱਡੋ, ਦੱਸੋ। ਆ ਵੇਖਿਆ, ਹੁਣ ਮੇਰੀ ਛੱਡੀ ਵੇਖਿਆ ਜੇ। ਹਾਂ ਉਹ ਸ਼ੁਰੂ ਸੁਣੋ ਤੇ ਸਹੀ, ਸੁਣ ਤੇ ਲਵੋ ਸਟੇਰੀਅਲ ਸਾਹਿਬ। ਉਹ ਛੱਡੀ ਇੰਜ ਕਿ ਉੱਥੇ ਗੱਲ ਇਸ ਤਰ੍ਹਾਂ ਹੋਈ ਕਿ ਆਮਰ ਹੱਕ ਸਾਹਿਬ ਨੇ ਆਪਣਾ ਇਹ ਜਮਾਤ ਦਾ ਨਾਂ ਦੱਸਿਆ ਕਿ ਮੇਰੀ ਜਮਾਤ ਦਾ ਨਾਂ ਹੈ ਮਾਨ ਅਲੈਹਿ व असहाबी, ਔਰ ਇਹਦੀਆਂ 5 ਹਸੂਸੀਆਤ ਨੇ ਜਿਹੜੀਆਂ ਤੁਸਾਂ ਵਹਾਨੀਆਂ ਨੇ ਦੂਸਰੇ ਕਿਸੇ ਵੀ ਫਿਰਕੇ ਚੋਂ, ਜਿਹੜਾ ਕੋਈ ਇਹਦਾ ਮਦਈ ਹੈ ਉਹਨੂੰ ਲਿਆਵੇ ਜੇ ਸਾਹਮਣੇ। ਉਹਨਾਂ ਨੇ ਉਹਦੇ ਵਿੱਚੋਂ ਇੱਕ ਖੂਬੀ ਉਹਨਾਂ ਦੇ ਸਾਹਮਣੇ ਰੱਖੀ, ਸੂਰਾ ਨਿਸਾ ਦੀ ਆਇਤ ਰੱਖੀ, ਫਰਦੂ ਅਲੱਲਾਹ व रसूल। ਉਹਨਾਂ ਆਖਿਆ ਜੀ ਇਹ ਇੱਕ ਖੂਬੀ ਹੈ, ਲਿਆਓ ਪੇਸ਼ ਕਰੋ ਕਿਹੜੇ ਨੇ ਮਦਈ ਤੇ ਕਮਾਲਾਤ। ਫਤਿਹ ਇਸਲਾਮ ਸਾਹਿਬ ਜਿਹੜੇ ਨੇ ਨਾ, ਜਿਨ੍ਹਾਂ ਆਖਿਆ ਸੀ ਮੈਂ ਕਿਸੇ ਫਿਰਕੇ ਦੂਸਰੇ ਦਾ ਨਾਂ ਨਹੀਂ ਲਵਾਂਦਾ, ਸਿਰਫ ਤੁਹਾਡੀ ਗੱਲ ਹੋਵੇਗੀ ਤੇ ਮੇਰੀ ਗੱਲ ਹੋਵੇਗੀ, ਤੇ ਜਿਹੜਾ ਤੁਸੀਂ ਫਿਰਕਾ ਦੱਸੋਗੇ ਉਹਦੀ ਗੱਲ ਹੋਵੇਗੀ, ਤੇ ਖਸੂਸੀਆਤ ਤੁਸੀਂ ਦੱਸੋਗੇ ਉਹਦੀ ਗੱਲ ਹੋਵੇਗੀ। ਮੈਂ ਕਿਸੇ ਦਾ ਨਾਂ ਨਹੀਂ ਲਵਾਂਦਾ, ਨਾ ਜਮਾਤ ਅਹਿਮਦੀਆ ਦਾ ਨਾਂ ਲੈਣਾ ਤੇ ਨਾ ਕਿਸੇ ਹੋਰ ਦਾ। ਇਹ ਉਹਨਾਂ ਗੱਲ ਕੀਤੀ ਸੀ ਕਿ ਕਿਸੇ ਦਾ ਨਾਂ, ਲੇਕਿਨ ਉਹ ਆਪਣੀ ਗੱਲ ਤੋਂ ਫਿਰ ਗਏ, ਔਰ ਉਹਨਾਂ ਆਖਿਆ ਕਿ ਇਹ ਦਾਵਾ ਤੇ ਬਰੇਲਵੀ ਵੀ ਕਰਦੇ ਨੇ, ਇਹ ਦਾਵਾ ਤੇ ਦਿਓਬੰਦੀ ਵੀ ਕਰਦੇ ਨੇ। ਆਮਰ ਹੱਕ ਸਾਹਿਬ ਨੇ ਆਖਿਆ ਕਿ ਜਿਹੜਾ ਦਾਵਾ ਕਰਦਾ ਹੈ ਲਿਆਓ ਮੇਰੇ ਸਾਹਮਣੇ, ਤੇ ਉਹਨੂੰ ਆਖੋ ਆਪਣੇ ਦਾਅਵੇ ਦੀ ਦਲੀਲ ਪੇਸ਼ ਕਰੇ, ਚਾਹੇ ਉਹ ਬਰੇਲਵੀ ਹੋਵੇ, ਦਿਓਬੰਦੀ ਹੋਵੇ, ਸ਼ੀਆ ਹੋਵੇ। ਅਗਰ ਉਹਦਾ ਦਾਵਾ ਹੈ ਤੇ ਆਪਣੇ ਦਾਅਵੇ ਦੀ ਦਲੀਲ ਪੇਸ਼ ਕਰੇ। ਤੇ ਫਤਿਹ ਇਸਲਾਮ ਸਾਹਿਬ ਉੱਥੋਂ ਫਿਰ ਚੱਡੀ ਜਿਹੜੀ ਅੱਲਾਹ ਕੇ ਉਹਨਾਂ ਦੌੜ ਲਾਈ, ਤੇ ਉਹਨਾਂ ਆਖਿਆ ਜੀ ਸਾਡਾ ਜਮਾਤ ਅਹਿਮਦੀਆ ਦਾ ਵੀ ਇਹੀ ਦਾਵਾ ਹੈ। ਉਹਨਾਂ ਆਖਿਆ ਅਗਰ ਤੁਹਾਡਾ ਦਾਵਾ ਹੈ ਤੇ ਤੁਸੀਂ ਆਪਣਾ ਦਾਵਾ ਪੇਸ਼ ਕਰੋ, ਮੈਂ ਤੁਹਾਡੇ ਦਾਅਵੇ ਦਾ ਰੱਦ ਕਰਨਾ ਵਾ ਕਿ ਜਮਾਤ ਅਹਿਮਦੀਆ ਦੇ ਵਿੱਚ ਮਿਰਜ਼ਾ ਸਾਹਿਬ ਹਾਕਮ ਔਰ ਆਦਲ ਨੇ। ਔਰ ਉਹਨਾਂ ਨੇ ਕਮਾਲਾਤੇ ਉਹਦਾ ਕਿਹੜਾ ਕਮਾਲਾਤੇ ਹਾਂ ਮੇਰੇ ਨਾਲ ਕਿਤਾਬ ਦਾ ਉਹਨਾਂ ਹਵਾਲਾ ਵੀ ਉੱਥੇ ਪੜ੍ਹ ਕੇ ਸੁਣਾਇਆ। ਉਹਨਾਂ ਆਖਿਆ ਮਿਰਜ਼ਾ ਸਾਹਿਬ ਆਂਦੇ ਨੇ ਕਿ ਮੈਨੂੰ ਜਿਹੜਾ ਹਕਮ ਆਦਲ ਨਹੀਂ ਮੰਨਦਾ ਉਹ ਤੇ ਉਂਝ ਹੀ ਨਿਕਲ ਗਿਆ, ਫਾਰਗ ਹੈ, ਟਾਈਮ ਪਟਾਸ ਦਿਓ। ਤੇ ਹਕਮ ਆਦਲ ਤੇ ਤੁਹਾਡੇ ਮਿਰਜ਼ਾ ਸਾਹਿਬ ਨੇ, ਤੇ ਤੁਹਾਡਾ ਦਾਵਾ ਤੇ ਇੱਥੇ ਮਤਲਬ ਟਾਈਮ ਪਟਾਸ ਹੋ ਜਾਂਦਾ, ਪਟਾਸ ਹੋ ਜਾਂਦਾ। ਤੇ ਉੱਥੇ ਫਿਰ ਫਤਿਹ ਇਸਲਾਮ ਸਾਹਿਬ ਇੱਧਰ ਸਿਰ ਮਾਰਨ ਤੇ ਕਦੀ ਉਧਰ ਸਿਰ ਮਾਰਨ, ਤੇ ਕਦੀ ਆਖਣ ਤੁਸੀਂ ਬਰੇਲੀਆਂ ਨੂੰ ਕਾਫਰ ਆਖ ਦਿੱਤਾ, ਤੇ ਕਦੀ ਆਖਣ ਤੁਸੀਂ ਸ਼ੀਆ ਨੂੰ ਕਾਫਰ ਆਖ ਦਿੱਤਾ। ਆਮਰ ਹੱਕ ਨੇ ਆਖਿਆ ਓਏ ਜਿਹੜਾ ਦਾਵਾ ਕਰਦਾ ਹੈ, ਮੇਰਾ ਇਹ ਦਾਵਾ ਹੈ ਕਿ ਉਹ ਮੇਰੇ ਸਾਹਮਣੇ ਆਵੇ ਤੇ ਦਲੀਲ ਆਪਣੇ ਦਾਅਵੇ ਦੀ ਪੇਸ਼ ਕਰੇ। ਮੈਂ ਤੇ ਇਹ ਦਲੀਲ ਰਾਹ ਦਿੱਤੀ ਕਿ ਮੇਰੀ ਇਹ ਮੁਸਤਨਦ ਕਿਤਾਬ ਹੈ ਕੁਰਾਨ, ਔਰ ਸਭ ਤੋਂ ਜ਼ਿਆਦਾ ਮੁਸਤਨਦ ਕਿਤਾਬ ਮੇਰੇ ਫਿਰਕੇ ਦੀ, ਮੇਰੀ ਜਮਾਤ ਦੀ ਇਹੀ ਹੈ, ਔਰ ਇਹ ਮੇਰਾ ਦਾਵਾ ਹੈ। ਲਿਆਓ ਕੋਈ ਹੈ ਮੇਰੇ ਸਾਹਮਣੇ ਜਿਹੜਾ ਦਾਵਾ ਕਰਦਾ ਹੈ ਕਿ ਅਸੀਂ ਵੀ ਐਸੇ ਜਮਾਤ ਦੇ ਹਾਂ। ਦਾਵਾ ਤੇ ਹਰ ਕੋਈ ਕਰ ਸਕਦਾ ਹੈ ਨਾ, ਦਲੀਲ ਦੇਣੀ ਜੇ। ਤੇ ਜਮਾਤ ਅਹਿਮਦੀਆ ਫਰਦੂ ਅਲੱਲਾਹ व रसूल, ਇਹਦੇ ਵਿੱਚ ਤਨਾਜ਼ੇ ਦੇ ਸੂਰਤ ਦੇ ਵਿੱਚ ਰਸੂਲ ਆ ਜਿਹੜਾ ਅਸਾਂ ਲੁਟਾਣਾ ਹੈ, ਉਹ ਰਸੂਲ ਕੌਣ ਹੈ? ਰਸੂਲੇ ਅਰਬੀ ਜਾਂ ਰਸੂਲੇ ਕਦਨੀ? ਕਿਹੜਾ ਰਸੂਲ ਹੈ?
ਉਹ ਰਸੂਲੇ ਅਰਬੀ ਹੈ, ਤੁਸੀਂ ਲਫਾਜ਼ਾਂ ਨਾਲ ਖੇਡਣਾ ਜਾਣਦੇ ਉਹ ਜਿਹੜੇ ਰਸੂਲੇ ਕਦਰੀ ਸਾਹਿਬ ਆਂਦੇ ਨੇ ਕਿ ਜਿਹੜਾ ਮੈਨੂੰ ਹਕਮ ਅਦਲ ਨਹੀਂ ਮੰਨਦਾ ਉਹ ਫਾਰਗ ਹੈ, ਉਹ ਕਿੱਥੇ ਜਾਣਾ ਹੈ? ਹੁਣ ਹਾਕਮ ਅਦਲ ਵੀ ਹਜ਼ੂਰ ਨਬੀ ਪਾਕ ਨੇ ਬਣਾਇਆ ਨਾ, ਅਗਰ ਉਹਨੂੰ ਕਹਿਣਗੇ ਨਹੀਂ ਮੈਂ ਓਏ ਉਹ ਤੇ ਬਾਅਦ ਦੀਆਂ ਗੱਲਾਂ ਨੇ ਨਾ, ਪਹਿਲੇ ਤੇ ਇਸ ਗੱਲ ਨੂੰ ਤੁਸੀਂ ਝੂਠਿਆ ਆਖਣਾ ਨਾ ਕਿ ਇਸ ਮਿਆਰ ਦੇ ਉੱਤੇ ਜਾਂ ਇਸ ਖਸੂਸੀਅਤ ਦੇ ਉੱਤੇ ਤੁਸੀਂ ਪੂਰੇ ਨਹੀਂ ਉਤਰਦੇ ਪਏ। ਪਹਿਲੇ ਅਬੂ ਬਕਰ ਮੀਰ ਤੂੰ ਸਿਰਫ ਖੱਪ ਪਾਣੀ ਜਾਣਨਾ, ਹੋਰ ਤੇਰੇ ਪੱਲੇ ਕੁਝ ਵੀ ਨਹੀਂ ਹੁੰਦਾ। ਓਹੋ ਤੁਸੀਂ ਮਤਲਬ ਉਲਟੀਆਂ ਗੱਲਾਂ ਇੱਥੇ ਆ ਕੇ ਸੁਣਾਉਂਦੇ ਰਹੋ। ਨਹੀਂ ਹੁਣ ਗੱਲ ਵੀ ਸੁਣਨੀ ਕਿ ਤੂੰ ਕਰੀ ਜਾਣੀ ਫਕਰਦਾ ਰਿਹਾ ਸੀ, ਸੁਣਦੇ ਰਹਿੰਦੇ ਸਵੇਰ ਦੇ 3 ਦਿਨ ਹੋ ਗਏ ਤੁਹਾਨੂੰ ਲੱਗੇ ਗੱਲ ਤੁਹਾਡੇ ਕੋਲ। ਸੁਣਾਓ ਉਹਨੇ ਮਤਲਬ ਦਿਓਬੰਦੀ ਬਰੇਲਵੀ ਸੁन्नी ਸ਼ੀਆ ਸਾਰੇ ਭਾਬੀ ਫਰਕ ਕਰਤੇ ਨੇ, ਤੇ ਤੁਸੀਂ ਕਹਿੰਦੇ ਵੀ ਉਹ ਬੱਲੇ ਬੱਲੇ ਹੋ ਗਈ। ਹਾਂ ਬਿਲਕੁਲ ਫਿਰ ਕਿਉਂ ਕਹਿੰਦੇ ਕਿ ਅਸੀਂ ਇਹ ਹੁਣ ਸਟੇਰੀਅਲ ਸਾਹਿਬ ਉਹਨਾਂ ਜਿਹੜੀ ਇਹ ਗੱਲ ਕੀਤੀ ਹੈ ਤੁਹਾਨੂੰ ਸਮਝ ਆਈ ਸੀ ਉਹਨਾਂ ਨੇ ਉਹ ਕਿਉਂ ਗੱਲ ਕੀਤੀ ਹੈ? ਇਹਨਾਂ ਨੂੰ ਨਹੀਂ ਸਮਝ ਆਉਣੀ। ਸਟੇਰੀਅਲ ਸਾਹਿਬ ਇਹਨੂੰ ਖੇਡਣਾ ਨਹੀਂ, ਇਹ ਖੇਡ ਨਹੀਂ ਹੈਗੀ, ਇਹ ਸਟੇਰੀਅਲ ਸਾਹਿਬ ਅਗਰ ਬਰੇਲਵੀ ਇਹ ਦਾਵਾ ਕਰਦੇ ਨੇ, ਅਗਰ ਸ਼ੀਆ ਇਹ ਦਾਵਾ ਕਰਦੇ ਨੇ, ਅਗਰ ਅਹਿਲੇ ਹਦੀਸ ਇਹ ਦਾਵਾ ਕਰਦੇ ਨੇ ਤੇ ਉਹ ਆਪਣੇ ਦਾਅਵੇ ਦੀ ਦਲੀਲ ਦੇਣਗੇ। ਉਹਨਾਂ ਚੋਂ ਜਿਹੜਾ ਵੀ ਦਾਵਾ ਕਰਦਾ ਹੈ ਜਦੋਂ ਉਹਦੇ ਨਾਲ ਗੱਲ ਹੋਏ, ਸੁਣੋ ਤੇ ਸਹੀ, ਉਹ ਸੁਣੋ ਤੇ ਸਹੀ, ਸੁਣ ਤੇ ਲਵੋ। ਉਹਨਾਂ ਨਾਲ ਜਦੋਂ ਗੱਲ ਹੋਏਗੀ ਨਾ, ਜਦੋਂ ਕੋਈ ਬਰੇਲਵੀ ਹੈ ਇਤਰਾਜ਼ ਕਰਕੇ ਸਾਹਮਣੇ ਆਵੇਗਾ ਜਾਂ ਸ਼ੀਆ ਕੋਈ ਇਤਰਾਜ਼ ਕਰਕੇ ਸਾਹਮਣੇ ਆਵੇਗਾ ਤੇ ਉਹ ਦਾਵਾ ਕਰੇਗਾ, ਅਸੀਂ ਉਹਦੇ ਕੋਲੋਂ ਦਲੀਲ ਪੁੱਛ ਲਵਾਂਗੇ। ਫਿਲਹਾਲ ਤੇ ਫਾਤਿਹ ਇਸਲਾਮ ਸਾਹਿਬ ਨੇ ਦਾਵਾ ਕੀਤਾ ਕਿ ਜੀ ਸਾਡਾ ਵੀ ਇਹੀ ਦਾਵਾ ਹੈ, ਤੇ ਉਹਦੇ ਮੁਹਾਲਫ ਉਹਨਾਂ ਨੇ ਰੱਖ ਦਿੱਤੀ ਦਲੀਲ। ਉਹਨਾਂ ਆਖਿਆ ਜੀ ਤੁਹਾਡਾ ਦਾਵਾ ਹੈ ਤੇ ਇਹ ਪਈ ਜੇ ਦਲੀਲ, ਤੇ ਆਓ ਮੈਦਾਨ ਵਿੱਚ। ਫਾਤਿਹ ਇਸਲਾਮ ਸਾਹਿਬ ਨੂੰ ਉਹਨਾਂ ਨੇ ਬਰਾਡਾਂ ਲੱਗੀਆਂ ਹੋਈਆਂ ਨੇ ਆਮਰ ਹੱਕ ਸਾਹਿਬ ਦੀ ਇਸ ਗੱਲ ਤੇ ਵੀ ਇਹਨਾਂ ਨੇ ਕਿਹਾ ਕੀ ਹੈ। ਉਹ ਤੁਹਾਡੀਆਂ ਹੀ ਬਰਾਡਾਂ ਲੱਗੀਆਂ ਨੇ ਨਾ, ਸਾਡੀਆਂ ਤੇ ਨਹੀਂ ਨਾ ਲੱਗੀਆਂ। ਅੱਲਾ ਦੇ ਬੰਦੇ ਅਸੀਂ ਕਿ ਤੁਹਾਨੂੰ ਹਾਲੇ ਵੀ ਚੈਲੰਜ ਵੀ ਕਰਨੇ ਆ ਕਿ ਜਿਹੜਾ ਵੀ ਜਿਹਦੇ ਵੀ ਅੰਦਰ ਹਿੰਮਤ ਹੈ ਵੇ, ਜਿਹਦੇ ਵੀ ਗੋਡਿਆਂ ਦੇ ਵਿੱਚ ਪਾਣੀ ਹੈ ਵੇ, ਉਹ ਆ ਕੇ ਤੇ ਆਪਣਾ ਦਾਵਾ ਪੇਸ਼ ਕਰਕੇ ਸਾਬਤ ਕਰੇ। ਹੁਣ ਮੈਂ ਇੱਕ ਜੁਮਲਾ ਬੋਲਾਂਗਾ ਤੇ ਚਲੋ ਮੇਰਾ ਚੈਲੰਜ ਤੁਸੀਂ ਕਬੂਲ ਕਰਦੇ ਹੋ, ਆਪਣਾ ਇਹ ਦਾਵਾ ਸਾਬਤ ਕਰ ਸਕਦੇ ਹੋ। ਮੇਰੀ ਗੱਲ ਤੇ ਸੁਣੋ ਨਾ, ਤੁਸੀਂ ਗੱਲ ਸੁਣਦੇ ਨਹੀਂ, ਤੁਹਾਡੇ ਚ ਮਸਲਾ ਇਹ ਹੈ। ਗੱਲ ਸੁਣ ਮੈਨੂੰ ਇਹ ਦੱਸੋ ਕਿ ਜਿਹੜੇ ਅਹਿਲ ਹਦੀਸ ਨੇ ਉਹਨਾਂ ਦਾ ਇਹ ਦਾਵਾ ਨਹੀਂ ਕਿ ਅਸੀਂ ਅੱਲਾ ਦੇ ਰਸੂਲ ਔਰ ਉਹਨਾਂ ਦੇ ਅਸਹਾਬ ਦੇ ਨਕਸ਼ੇ ਕਦਮ ਤੇ ਹੈ। ਜਿਹੜੇ ਉਹਨਾਂ ਦਾ ਦਾਵਾ ਹੈ ਯਾਰ ਮੈਨੂੰ ਜੇ ਪੂਰਾ ਕਰਨ ਦੇ, ਯਾਨੀ ਉਹ ਇਹਦਾ ਮਤਲਬ ਹੈ ਕਿ ਅੱਲਾ ਔਰ ਰਸੂਲ ਦੇ ਨਕਸ਼ੇ ਕਦਮ ਤੇ ਨਹੀਂ ਚੱਲ ਰਹੇ ਔਰ ਉਹਨਾਂ ਦੇ ਜਿਹੜੇ ਅਸਹਾਬ ਨੇ। ਸਭ ਇਹ ਸਮਝ ਆਈ ਹੈ? ਨਹੀਂ ਤੇ ਹੋਰ ਮੈਂ ਇਹਦੇ ਚ ਕੀ ਸਮਝਾਂ ਜਿਹੜੀ ਗੱਲ ਤੁਸੀਂ। ਅੱਛਾ ਚਲੋ ਠੀਕ ਹੈ, ਜਿਹੜੀ ਤੁਹਾਨੂੰ ਸਮਝ ਆਈ ਹੈ ਕਿ ਉਹਨਾਂ ਦਾ ਅਹਿਲੇ ਹਦੀਸਾਂ ਦਾ ਜਾਂ ਦਿਓਬੰਦੀਆਂ ਦਾ ਦਾਵਾ ਹੈ। ਤੁਹਾਡੇ ਤੇ ਉਹ ਕਸਮ ਨਾਲ ਵਾਕਈ ਅੱਲਾਹ ਪਾਕ ਕੇ ਬਹੁਤ ਅੱਲਾ ਦੇ ਹੁਕਮ ਦਿਓ। ਤੁਸੀਂ ਮਿਰਜ਼ਾ ਸਾਹਿਬ ਨੇ ਦਾਵਾ ਕੀ ਕੀਤਾ, ਉਹਨਾਂ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿੱਚ ਛੱਡੀ ਹੋਈ। ਜਿਹੜੇ ਪਾਸੇ ਉਹਨਾਂ ਸਟੇਜ ਸਾਹਿਬ ਲਿਆਉਣਾ ਸੀ ਅਮਰ ਹੱਕ ਸਾਹਿਬ ਨੇ, ਉਹਨਾਂ ਲੈਣ ਦਾ ਵੇ ਤੇ ਉਸ ਤੋਂ ਬਾਅਦ ਜਵਾਬ ਉਹਨਾਂ ਕੋਲ ਕੋਈ ਨਹੀਂ ਰਿਹਾ। ਉਹਨਾਂ ਜਿਹੜਾ ਉਹਨਾਂ ਸਨੋਕਰ ਲਾ ਕੇ ਤੇ ਅੱਗੇ ਚੈਲੰਜ ਵੀ ਕਰ ਦਿੱਤਾ ਹੈ ਨਾ, ਚੈਲੰਜ ਕਰ ਦਿੱਤਾ। ਉਹਨਾਂ ਆਖਿਆ ਕਿ ਇਹ ਜਿਹੜਾ ਤੁਸੀਂ ਦਾਵਾ ਪਹਿਲਾਂ ਪੇਸ਼ ਕੀਤਾ ਹੈ, ਇਸ ਦਾਅਵੇ ਦੇ ਉੱਤੇ ਇਹ ਐਸਾ ਮਿਆਰ ਔਰ ਅਸੂਲ ਪੇਸ਼ ਕਰ ਦਿੱਤਾ ਹੈ, ਇਸ ਅਸੂਲ ਨੂੰ ਫਲਾਂਗ ਕੇ ਤੇ ਫਿਰ ਅਗਲਾ ਅਸੂਲ ਆਵੇਗਾ। ਜਿਹੜਾ ਤੁਸੀਂ ਆਂਦੇ ਹੋ ਨਾ 5 ਮਿਆਰ ਨੇ, 5 ਉਹ 5 ਅਮਰ ਹੱਕ ਨੇ ਪੇਸ਼ ਕੀਤੇ ਨੇ, ਫਾਤਿਹ ਇਸਲਾਮ ਨੇ ਨਹੀਂ। ਤੁਸੀਂ ਉਹਦੇ ਚ ਐਸੇ ਹੀ ਖੁਸ਼ ਹੋ ਕਿ 4 ਮਸਲਕ ਜਿਹੜੇ ਨੇ ਉਹਨਾਂ ਦੇ ਕਾਬਰ ਕਰਾ ਕੇ ਇਸ ਲਈ ਨੇ, ਤੁਹਾਨੂੰ ਇਹ ਸਮਝ ਆਈ ਹੈ? ਉਹ ਜਦੋਂ ਤੁਸੀਂ ਸਾਡੇ ਸਾਹਮਣੇ ਆਓਗੇ ਨਾ ਤੇ ਅਸੀਂ ਇਨਸ਼ਾਅੱਲਾ ਤਾਲਾ ਤੁਹਾਨੂੰ ਉਹ ਮਿਆਰ ਪੇਸ਼ ਕਰਾਂਗੇ ਕਿ ਸੁਣ ਤੇ ਲਵੋ ਨਾ, ਅਸੀਂ ਤੁਹਾਨੂੰ ਇਨਸ਼ਾਅੱਲਾ ਤਾਲਾ ਉਹ ਮਿਆਰ ਪੇਸ਼ ਕਰਾਂਗੇ ਕਿ ਆਇਮਾਏ ਅਰਬਾ ਉਹਨਾਂ ਦਾ ਇਹ ਕੋਲ ਮੌਜੂਦ ਹੈ ਕਿ ਸਾਡੀ ਕੋਈ ਰਾਏ ਅਗਰ ਸਹੀ ਹਦੀਸ ਮਿਲ ਜਾਵੇ ਤੇ ਸਾਡੀ ਰਾਏ ਨੂੰ ਦੀਵਾਰ ਤੇ ਮਾਰ ਦਿਆ ਜੇ, ਅਸੀਂ ਉਹ ਤੁਹਾਨੂੰ ਮਿਆਰ ਪੇਸ਼ ਕਰ ਦਿਆਂਗੇ। ਕਿਉਂਕਿ ਜਿਹੜਾ ਫਿਰਕੇ ਦਾ ਜਾਂ ਮਸਲਕ ਦਾ ਜਾਂ ਜਮਾਤ ਦਾ ਇਮਾਮ ਹੁੰਦਾ ਉਹਦੇ ਕੋਲ ਸਾਨੂੰ ਚਾਹੀਦਾ ਨਾ। ਅਸੀਂ ਤੁਹਾਨੂੰ ਇਹਨਾਂ ਇਮਾਮਾਂ ਦਾ ਇਮਾਮ ਆਇਮਾ ਅਰਬਾ ਦਾ ਅਸੀਂ ਕੋਲ ਪੇਸ਼ ਕਰ ਦਿਆਂਗੇ ਕਿ ਅਗਰ ਸਾਡੀ ਰਾਏ ਸਹੀ ਹਦੀਸ ਦੇ ਆਪੋਜ਼ਿਟ ਹੋਵੇ, ਮੁਖਾਲਫ ਹੋਵੇ ਤੇ ਉਹਨੂੰ ਦੀਵਾਰ ਤੇ ਦੇ ਮਾਰਿਆ ਜੇ। ਠੀਕ ਹੈ, ਤੇ ਸਾਡੇ ਕੋਲ ਤਾਂ ਦਲੀਲ ਮੌਜੂਦ ਹੈ। ਤੇ ਤੁਹਾਡੀ ਦਲੀਲ ਕਿੱਥੇ? ਮਿਰਜ਼ਾ ਸਾਹਿਬ ਤੇ ਆਂਦੇ ਜਿਹੜਾ ਮੈਨੂੰ ਹਕਮ ਮੁਅੱਦਲ ਨਹੀਂ ਮੰਨਦਾ, ਉਹ ਮੁਰਦਾ ਇਸਲਾਮ ਪੇਸ਼ ਕਰਦਾ ਹੈ।
ਮਿਰਜ਼ਾ ਤੁਸੀਂ ਸਾਹਿਬ ਆਪਣੇ ਤਨਾਜ਼ਿਆਂ ਦਾ ਫੈਸਲਾ ਮੇਰੇ ਕੋਲੋਂ ਕਰਾਣਾ ਹੈ। ਇਹ ਤੇ ਹਜ਼ੂਰ ਨਬੀ ਪਾਕ ਦਾ ਫਰਮਾਨ ਹੈ ਕਿ ਉਹ ਹਕਮ ਅਦਲ ਹੋਏਗਾ। ਉਹ ਤੇ ਅਗਲਾ ਸਟੈਪ ਹੈ ਨਾ, ਪਹਿਲੇ ਤੇ ਕਲੀਅਰ ਕਰੋ। ਤੁਸੀਂ ਰਿਕਾਰਡਿੰਗ ਸਾਡੀ ਸਟੇਲੀ ਸਾਹਿਬ ਬੜੇ ਮਾਸੂਮ ਹੋ ਤੁਸੀਂ, ਸਾਰੀ ਰਿਕਾਰਡਿੰਗ ਸੁਣੋ ਜੇ ਤੁਹਾਡੇ ਕੋਲ ਹੈ। ਉਹਦੇ 'ਚ ਵੇਖੋ ਅਮਰ ਹੱਕ ਸਾਹਿਬ ਨੇ ਕੁਰਾਨ ਦੀ ਆਇਤ ਕਿਉਂ ਪੜ੍ਹੀ ਹੈ, ਜੇ ਤੁਹਾਨੂੰ ਤੁਸੀਂ ਜਵਾਬ ਲੱਭ ਜਾਣਾ। ਮੇਰਾ ਗੱਲ ਹੈ ਕਿ ਤੁਸੀਂ ਓਏ ਸੁਣ ਤੇ ਲਵੋ ਨਾ, ਜਿਹੜਾ ਪਹਿਲਾ ਮਿਆਰ ਪੇਸ਼ ਹੋਇਆ ਨਾ ਫਰੁੱਦੂ ਅਲੱਲਾਹਿ व रसूल, ਇਹ ਮਿਆਰ ਦੇ ਉੱਤੇ ਤੁਸੀਂ ਪੂਰਾ ਉਤਰਨਾ ਹੈ ਜਾਂ ਇਹਦਾ ਇਨਕਾਰ ਕਰਨਾ ਹੈ। ਤੁਸੀਂ ਕਿਹੜੇ ਰਸੂਲ ਵਾਲ ਆਪਣੇ ਤਨਾਜ਼ੇ ਨੂੰ ਮੋੜ ਦਿਓ, ਚਾਹੇ ਉਹ ਰਸੂਲ ਸੱਲਮ ਦੇ ਕਹਿਣ ਤੇ ਮੋੜ ਦਿਓ, ਉਹ ਅਗਲਾ ਸਟੈਪ। ਲੇਕਿਨ ਪਹਿਲਾ ਸਟੈਪ ਕਲੀਅਰ ਕਰੋ ਔਰ ਕਿ ਇੱਥੇ ਜਿਹੜਾ ਫਰੁੱਦੂ ਅਲੱਲਾਹਿ व रसूल, ਇਹ ਰਸੂਲ ਕੌਣ ਹੈ? ਰਸੂਲ ਅਰਬੀ ਜਾਂ ਰਸੂਲ ਕਦਰੀ? ਔਰ ਐਸੀ ਹਵਾਲੇ ਦੇ ਨਾਲ ਉਹਨਾਂ ਨੇ ਮਿਰਜ਼ਾ ਸਾਹਿਬ ਦੀ ਜਿਹੜੀ ਹੈ ਨਾ ਉਹਦਾ ਹਵਾਲਾ ਵੀ ਪੜਿਆ ਹੋਵੇ ਕਿ ਉੱਥੇ ਇਹ ਪਹਿਲਾ ਮਿਆਰ ਅੱਗੇ ਤੁਸੀਂ ਕਲੀਅਰ ਕਰੋਗੇ ਤੇ ਅਗਲੇ ਦੂਸਰੇ ਜਵਾਬ ਲੱਭ ਜਾਣਾ। ਮਿਆਰ ਤੁਸੀਂ ਤੇ ਪਹਿਲੇ ਮਿਆਰ 'ਚ ਫੇਲ ਹੋ ਰਹੇ ਹੋ। ਹੁਣ ਸਾਰੇ ਬੋਲੋ ਸ਼ਾਬਾਸ਼। ਪਹਿਲੇ ਮਿਆਰ ਜੀ ਤੁਹਾਡਾ ਜਿਹੜੀ ਬਾਹ ਹੋ ਗਈ ਹੈ ਤੇ ਅਗਲਾ ਮਿਆਰ ਕਿਹਨੇ ਪੇਸ਼ ਕਰਨਾ? ਪਹਿਲਾ ਮਿਆਰ ਤੇ ਪੇਸ਼ ਕਰੋ ਨਾ ਕਿ ਤੁਸੀਂ ਕਿਹੜੇ ਰਸੂਲ ਨਾਲ ਆਪਣਾ ਤਨਾਜ਼ਾ ਮੋੜ ਦਿਓ। ਸਾਡੀ ਬਾਵਾ ਕਿੱਥੋਂ ਹੋਈ? ਅੱਛਾ, ਕਿਹੜਾ ਰਸੂਲ ਹੈ ਜਿਹਦੇ ਨਾਲ ਆਪਣਾ ਤੁਸੀਂ ਤਨਾਜ਼ਾ ਮੋੜ ਦਿਓ? ਰਸੂਲ ਦਾ ਨਾਮ ਦੱਸੋ। ਅਸੀਂ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ। ਤੇ ਉਹ ਜਿਹੜੇ ਮਿਰਜ਼ਾ ਸਾਹਿਬ ਆਂਦੇ ਨੇ ਕਿ ਹਾਕਮ ਜਿਹੜਾ ਮੈਨੂੰ ਨਹੀਂ ਮੰਨਦਾ ਉਹ ਇਸਲਾਮ ਤੇ ਫਾਰਗ ਹੈ, ਉਹ ਕਿੱਥੇ ਜਾਏਗਾ? ਉੱਥੇ ਜਵਾਬ ਕੀ ਦੇਣਾ? ਮਿਰਜ਼ਾ ਸਾਹਿਬ ਜਿਹੜਾ ਅੱਲਾਹ ਦੇ ਰਸੂਲ ਦੇ ਫਰਮਾਨ ਤੇ ਕਹਿ ਰਹੇ ਨੇ। ਉਹ ਦੂਸਰਾ ਸਟੈਪ ਹੈ, ਇਹ ਪਹਿਲਾ ਕ੍ਰਾਸ ਕਰਨਾ ਜੇ। ਹਾਂ ਤੇ ਇਹ ਪਹਿਲਾ ਸਟੈਪ ਹੀ ਉਹ ਹੋਏਗਾ। ਹਜ਼ੂਰ ਨੇ ਤੁਸੀਂ ਆਪਣਾ ਤਨਾਜ਼ਾ ਕਿਹਦੇ ਵੱਲ ਮੋੜ ਦਿਓ ਪਹਿਲੇ ਉਹ ਦੱਸੋ। ਆਪਣੇ ਤਨਾਜ਼ੇ ਦਾ ਫੈਸਲਾ ਕਿਹਦੇ ਕੋਲੋਂ ਕਰਾਉਂਦੇ ਹੋ? ਰਸੂਲੇ ਅਰਬੀ ਤੋਂ ਜਾਂ ਰਸੂਲੇ ਕਦਰੀ ਕੋਲੋਂ? ਇਹ ਜਿਹੜੀ ਨਾ ਤੇਰਾ ਮਕਸਦ ਅਬੂ ਬਕਰ ਮੀਰ ਸਾਹਿਬ ਹਾਸਲ ਨਹੀਂ ਹੁੰਦਾ, ਇਹ ਜ਼ੁਬਾਨ ਇਹ ਹੀ ਉਹਨਾਂ ਕਿਹਾ ਸੀ ਉੱਥੇ ਜਿਹਦਾ ਜਵਾਬ ਨਹੀਂ ਸਟੇਡੀਅਮ ਸਾਹਿਬ ਲੱਭਾ ਉਹਨਾਂ ਨੂੰ। ਇਹਦਾ ਜਵਾਬ ਕੋਈ ਜੇ। ਇਹਦਾ ਜਵਾਬ ਕੋਈ ਨਹੀਂ। ਮੈਂ ਤਾਂ ਕਹਿ ਰਿਹਾ ਕਿ ਪਹਿਲਾ ਹੁਕਮ ਹਜ਼ੂਰ ਦਾ। ਉਹ ਤੇ ਇਹ ਪਹਿਲਾ ਮਿਆਰ ਤੇ ਕ੍ਰਾਸ ਕਰੋ ਨਾ, ਅਗਲਾ ਮਿਆਰ ਤੇ ਫੇਰ ਆਵੇਗਾ। ਪਹਿਲਾ ਮਿਆਰ ਕ੍ਰਾਸ ਕਰੋ ਕਿ ਤੁਸੀਂ ਆਪਣਾ ਤਨਾਜ਼ਾ ਕਿਹੜੇ ਰਸੂਲ ਕੋਲੋਂ ਕਰਾਣਾ ਹੈ, ਰਸੂਲੇ ਕਦਨੀ ਕੋਲੋਂ ਜਾਂ ਰਸੂਲੇ ਅਰਬੀ ਕੋਲੋਂ? ਤੇ ਉਹਦਾ ਜਵਾਬ ਸਿੱਧਾ ਮਿਰਜ਼ਾ ਸਾਹਿਬ ਦੇ ਗਏ ਨੇ ਕਿ ਮੈਨੂੰ ਹਕਮ ਮੰਨਣਾ ਜੇ। ਰਸੂਲੁल्लाह सल्लल्लाहु अलैहि वसल्लम ਨੂੰ ਵੀ ਤੁਸੀਂ ਤਾਂ ਮੰਨਦੇ ਹੋ ਕਿ ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਇਹ ਰਸੂਲ ਨੇ, ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਇਹ ਕੁਰਾਨ ਹੈ, ਮਿਰਜ਼ਾ ਸਾਹਿਬ ਕਹਿੰਦੇ ਨੇ ਕਿ 1,24,000 ਪੈਗੰਬਰ ਨੇ, ਤੇ ਤਾਂ ਤੁਸੀਂ ਉਹਨਾਂ ਨੂੰ ਮੰਨਦੇ ਹੋ। ਮਿਰਜ਼ਾ ਸਾਹਿਬ ਨੂੰ ਵਿੱਚੋਂ ਕੱਢ ਦਿਓ ਤੇ ਇਸਲਾਮ ਹੀ ਮੁਰਦਾ ਹੈ। ਨਾ ਮੁਹੰਮਦ ਰੇ, ਨਾ ਕੁਰਾਨ ਰਿਹਾ, ਨਾ 1,24,000 ਪੈਗੰਬਰ ਰੇ। ਇਹ ਤੁਸੀਂ ਕਹਿ ਰਹੇ ਹੋ ਮਿਰਜ਼ਾ ਸਾਹਿਬ ਨੇ ਨਹੀਂ ਕਿਹਾ। ਉਹ ਮਿਰਜ਼ਾ ਸਾਹਿਬ ਕਹਿ ਰਹੇ ਨੇ ਜਦੋਂ ਉਹ ਐਸਨ ਅਮਰੋਹੀ ਵਗੈਰਾ ਨੇ ਜਦੋਂ ਉਹ ਮਜ਼ਮੂਨ ਲਿਖਣੇ ਸ਼ੁਰੂ ਕੀਤੇ ਸਨ ਨਾ ਇੰਗਲਿਸ਼ ਵਿੱਚ, ਤੇ ਉਹਨਾਂ ਆਖਿਆ ਕਿ ਮਿਰਜ਼ਾ ਸਾਹਿਬ ਦੇ ਮਜ਼ਮੂਨ ਜਿਹੜੇ ਨੇ ਨਾ ਇਹਨਾਂ ਨੂੰ ਅਲੱਗ ਛਾਇਆ ਕਰੀਏ ਕਿ ਲੋਕੀ ਜਿਹੜੇ ਨੇ ਉਹ ਇਤਰਾਜ਼ ਕਰਦੇ ਨੇ। ਤੇ ਮਿਰਜ਼ਾ ਸਾਹਿਬ ਗੁੱਸੇ ਨਾਲ ਲਾਲ ਸੂਏ ਹੋ ਗਏ ਔਰ ਉਹਨਾਂ ਆਖਿਆ ਕਿ ਮੈਨੂੰ ਛੋੜ ਕੇ ਤੁਸੀਂ ਮੁਰਦਾ ਇਸਲਾਮ ਪੇਸ਼ ਕਰਨਾ ਚਾਹੁੰਦੇ ਹੋ। ਔਰ ਫਿਰ ਮਿਰਜ਼ਾ ਸਾਹਿਬ ਆਂਦੇ ਨੇ ਕਿ ਪੁਰਾਣੇ ਜਿਹੜੇ ਅੰਬੀਆ ਨੇ ਨਾ ਉਹਨਾਂ ਦੇ ਕਿੱਸੇ ਔਰ ਕਹਾਣੀਆਂ ਹਸਤਾ ਹੋ ਚੁੱਕੇ ਨੇ, ਉਹ ਕਿਸੇ ਕਹਾਣੀਆਂ ਹੋ ਚੁੱਕੇ ਨੇ। ਹੁਣ ਜੋ ਕੁਝ ਵੀ ਬਿਆਨ ਕਰਾਂਗਾ, ਜਿਹੜਾ ਮਿਆਰ ਮੈਂ ਪੇਸ਼ ਕਰਾਂਗਾ, ਉਹੀ ਮਿਆਰ ਪੁਰਾਣੇ ਪਹਿਲੇ ਨਬੀਆਂ ਦੇ ਹੋਣਗੇ, ਉਹੀ ਕਿੱਸੇ ਪਹਿਲੇ ਦੇ ਪੁਰਾਣੇ ਨਬੀਆਂ ਦੇ ਹੋਣਗੇ। ਮੈਂ ਮਿਆਰ ਹਾਂ, ਮੈਨੂੰ ਵੇਖ ਕੇ ਤੁਸੀਂ ਪੁਰਾਣੇ ਨਬੀਆਂ ਨੂੰ ਪਹਿਚਾਨਣਾ ਹੈ। ਇਸ ਗੱਲ ਦਾ ਜਵਾਬ ਇਸ ਗੱਲ ਦਾ ਜਵਾਬ ਫਤਿਹ ਸਲਾਮ ਸਾਹਿਬ ਕਿਆਮਤ ਤੱਕ ਨਹੀਂ ਦੇ ਸਕਦੇ ਜਿਹੜਾ ਉਹਨਾਂ ਪੁੱਛ ਲਿਆ ਸੀ। ਇਹ ਉਹ ਦੀਵਾਰ ਹੈ ਕਿ ਜਿਹਨੂੰ ਤਾਂ ਫਲਾਂਗ ਕੇ ਅੱਗੇ ਟੱਪਣਾ ਤੇ ਫਿਰ ਗੱਲ ਬੰਨੀ। ਜਿਆ ਉੱਥੇ ਮਿਰਜ਼ਾ ਸਾਹਿਬ ਦੇ ਵਿਚਾਰੀ ਹੋਣਾ ਨੇ। ਪਹਿਲਾ ਸੂਲ ਜਿਹੜਾ अस्सलाम वालेकुम। ਵਾਲੇਕੁਮ ਸਲਾਮ। अबू बकर भाई ਇਹਨੂੰ ਕਿੰਜ ਫਲਾਂਗਣਗੇ? ਇਹਨੂੰ ਫਲਾਂਗਣਗੇ ਤੇ ਜ਼ਾਹਿਰੀ ਗੱਲ ਹੈ ਮਿਰਜ਼ਾ ਸਾਹਿਬ ਰਸੂਲਾਂ ਦੀ ਲਾਈਨ ਚੋਂ ਨਿਕਲ ਕੇ ਤੇ ਉਲੁਲ ਅਮਰ ਚ ਟੁੱਟ ਜਾਣਗੇ। ਬਿਲਕੁਲ ਜਿਹੜਾ ਦੂਸਰਾ ਸਟੈਪ ਹੈ ਤੇ ਯਾਨੀ ਇਹ ਪਹਿਲੇ ਸਟੈਪ ਦਾ ਜਵਾਬ ਦੇਣਗੇ ਤੇ ਇਹ ਮਿਰਜ਼ਾ ਸਾਹਿਬ ਨੂੰ ਫਾਰਗ ਕਰ ਦੇਣਗੇ। ਅੱਛਾ, ਉਹ ਐਸੇ ਜੀ ਖੁਸ਼ ਹੋ ਗਿਆ। ਇਹ ਸਵਾਲ ਤੋਂ ਬਾਅਦ ਉੱਥੇ ਜੋ ਹਾਲਤ ਹੋਈ ਹੈ ਇਸਲਾਮ ਦੀ ਉਹ ਸਭ ਨੇ ਵੇਖ ਲਈ ਹੈ। ਉਹ ਸਾਰੇ ਉੱਥੇ ਖੁਸ਼ੀਆਂ ਲੱਗੇ ਨੇ ਮਨਾਉਣ ਕੇ, ਓਹ ਅਮਰ ਹੱਕ ਨੇ ਇਹ ਕਰ ਦਿੱਤਾ, ਅਮਰ ਹੱਕ ਚਾਰੇ ਪਸਲਗੀ ਇਹਨੂੰ ਫਰਕ ਕਰਾਰ ਦਿੱਤੇ ਨੇ। ਅਮਰ ਹੱਕ ਨੇ ਸਲੋਕਰ ਲਾ ਦਿੱਤਾ ਕਿ ਨਹੀਂ। ਇਹ ਗੱਲ ਦੀ ਸ਼ੱਕ ਕੋਈ ਨਹੀਂ। ਫਤਿਹ ਸਲਾਮ ਸਾਹਿਬ ਨੂੰ ਸਮਝ ਬਾਅਦ ਚ ਆਈ ਹੈ ਤਦ ਉਹ ਫੈਸਲਾ ਬਦਲਿਆ। ਨਹੀਂ ਆਮਰ ਭਾਈ ਸਭ ਤੋਂ ਪਹਿਲੇ ਸਮਝ ਉਹਨੂੰ ਆਈ ਹੈ। ਉਹ ਤਾਂ ਹੀ ਤੇ ਚੁੱਪ ਕਰਕੇ ਗੁੱਠੇ ਲਾ ਕੇ ਸੀ। ਉਹ ਤਾਂ ਬੋਲੇ ਹੀ ਨਹੀਂ ਨਾ। ਉਹ ਤਾਂ ਬਾਕੀ ਕਿਸੇ ਨੂੰ ਹੁਣ ਤੱਕ ਵੀ ਨਹੀਂ ਸਮਝ ਆਈ। ਪੂਰੀ ਜਿਹੜੀ ਕੱਲ ਬਰਾੜ ਲੱਗੀ ਰਹੀ ਹੈ ਨਾ, ਬਾਕੀ ਸਾਰੇ ਆਪਣੀਆਂ ਉੱਥੇ ਮਾਰਦੇ ਰਹੇ ਨੇ। ਫਤਿਹ ਇਸਲਾਮ ਦੇ ਮੂੰਹ ਚੋਂ ਤਾਂ ਗੱਲ ਹੀ ਨਹੀਂ ਸੀ ਨਿਕਲਦੀ ਵੀ। ਉਹਦਾ ਖੂਨ ਹੀ ਖੁਸ਼ਕ ਹੋ ਗਿਆ, ਉਹਦਾ ਗਲਾ ਹੀ ਖੁਸ਼ਕ ਹੋ ਗਿਆ।
ਇਹ ਆਮਰ ਹੱਕ ਸਾਹਿਬ ਉਹ ਤੋਂ ਬਾਅਦ ਚ ਉਹਨੇ ਕੋਸ਼ਿਸ਼ ਕੀਤੀ ਹੈ ਕਿ ਮੈਂ ਕਿਸੇ ਹੋਰ ਨਾਲ ਗੱਲ ਕਰਕੇ ਨਾ ਕਿ ਟੈਂਪਰ ਕੰਟਰੋਲ ਕਰ ਲਾ। ਇੱਕ ਮਿੰਟ ਆਬੂ ਬਕਰ ਉਹ ਹੀ ਪੈਨ ਕਰਾਈ ਜਾਂ ਆਮਰ ਹੱਕ ਸਾਹਿਬ ਨੇ ਜਿਹੜਾ ਵੀ ਉੱਥੇ ਚਲਾਇਆ ਨਾ, ਤੇ ਮੁਰਸ਼ਦ ਨੇ ਤਾਉਲ ਮਨਾਰ ਦੀ ਬਾੜ ਦੇ ਉੱਤੇ ਜਿਹੜਾ ਮਹੱਲਾ ਪੇਸ਼ ਕੀਤਾ ਤਾਂ ਸਾਰੇ ਕੰਨ ਬੰਦ ਹੋ ਗਿਆ ਸਾਰਿਆਂ ਦੇ, ਇਹ ਕਿੱਥੋਂ ਨਿਕਲਿਆ ਵਾਲਾ। ਬਹੁਤ ਮਾੜੀ ਲਾ ਉਹ ਇਹ ਤੇ ਇਹਨਾਂ ਦਾ ਪੁਰਾਣਾ ਵਤੀਰਾ ਨਾ, ਸ਼ਾਇਦ ਕੋਈ ਸਾਨੂੰ ਇੱਥੋਂ ਜਗ੍ਹਾ ਲੱਭ ਜੇ ਬਹਿਣ ਦੀ, ਸ਼ਾਇਦ ਇੱਕ ਚੀਜ਼ ਆਬੂ ਬਕਰ ਨੋਟ ਕੀਤੀ ਹੈ, ਇੱਕ ਚੀਜ਼ ਨੋਟ ਕੀਤੀ ਹੈ, ਬਾਕੀ ਕਸਮ ਨੇ ਬੜੇ ਮਾਸੂਮ ਨੇ, ਇਹਨਾਂ ਨੂੰ ਸਹੀ ਧੋਖਾ ਦਿੱਤੀ ਹੈ। ਓਏ ਇਹਨਾਂ ਨੂੰ ਤੇ ਬਸ ਜਿਹੜੇ ਪਾਸੇ ਲਾਓ ਕੀ ਆਂਦੇ ਨੇ, ਜਿੱਥੇ ਵੇਖੀ ਰਾਤ ਤੇ ਉੱਥੇ ਕੱਢੀ ਰਾਤ, ਇਹਨਾਂ ਦਾ ਉਹ ਹਾਲ ਬਹੁਤ ਮਾਸੂਮ ਨੇ ਇਸ ਮਾਮਲੇ ਆਮਰ ਭਾਈ ਕੁਝ ਪਤਾ ਨਹੀਂ ਹੈ। आमिर भाई ने और दूसरे मसाले का ना ही ता लिया ताकि अपने आप में बिच वाड़े क्या वो तो आमिर भाई को पता है कि जिस वक्त किसी प्रेमी ने लिया कर सड़े ने चारे मसले की तुसा चारे फिरके ही फारग किस तरह फारग हो गए, ये नहीं पता कि अगली गल की हो लगी और तुसी किथे हो लगे हो। नहीं दूसरे फिरके भी दूसरे मसलक जेड़े ने देवबंदी बरेलवी अहले जेड़ा भी आवेगा जिस नु सवाल होगा वो भी आकेगा, जान मैं वही के कोई भी तनाज़ा होगा ते ਅਸੀਂ ਤੇ रसूलुल्लाह ਦੀ तरफ मोड़ांगे। ओए हल्की लेकिन जी जिस ਇਹਨਾਂ ਨਾਲ ਗੱਲ ਆਵੇਗੀ ਤੇ ਇਹ ਆਖਣਗੇ ਨਹੀਂ ਅਸੀਂ ਤੇ ਤਨਾਜ਼ਾ ਜਿਹੜਾ ਉਹ ਮੇਰੇ ਤਾਂ ਕਦੇ ਨਹੀਂ ਹਲ ਮੋੜਾਂਗੇ। ਓਏ ਇਹਨਾਂ ਨੂੰ ਹਲਕਾ ਜਿਹਾ ਇਸ਼ਾਰਾ ਦੇ ਦਿੱਤਾ ਨਾ ਕਿ ਅਗਰ ਤੁਸੀਂ ਆਇਮਾ ਅਰਬਾ ਜਾਓਗੇ ਨਾ ਤੇ ਆਇਮਾ ਅਰਬਾ ਦਾ ਕੋਲ ਸਾਡੇ ਕੋਲ ਮੌਜੂਦ ਹੈ, ਕਿਉਂਕਿ ਜਿਹੜਾ ਫਿਰਕੇ ਦਾ ਬਾਨੀ ਹੁੰਦਾ ਹੈ ਜਾਂ ਜਿਹਦੇ ਵੱਲ ਤੁਸੀਂ ਆਪਣੇ ਫਿਰਕੇ ਨੂੰ ਜਾਂ ਜਮਾਤ ਨੂੰ ਮਨਸੂਬ ਕੀਤੇ ਹੈ, ਅਗਰ ਉਸ ਫਿਰਕੇ ਦਾ ਬਾਨੀ ਆਪਣਾ ਇਹ ਸਟੇਟਮੈਂਟ ਦਿੰਦਾ ਪਿਆ ਕਿ ਮੇਰੀ ਰਾਏ ਅਗਰ ਸਹੀ ਹਦੀਸ ਦੇ ਮੁਖਾਲਫ ਹੋਵੇ ਤੇ ਮੇਰੀ ਰਾਏ ਨੂੰ ਛੋੜ ਦਿਆ ਜੇ, ਤੇ ਗੱਲ ਤਾਂ ਖਤਮ ਹੋ ਗਈ। ਤੇ ਅਗਰ ਤੁਹਾਡੇ ਫਿਰਕੇ ਦਾ ਜਾਂ ਜਮਾਤ ਦਾ ਬਾਨੀ ਇਹ ਆਖੇ ਕਿ ਹਰ ਸੂਰਤ ਵਿੱਚ ਤੁਸੀਂ ਮੈਨੂੰ ਹਕਮੋ ਅਦਲ ਮੰਨਣਾ ਹੈ, ਕੁਰਾਨ ਦੇ ਜਿਹੜੇ ਮਾਨੀ ਮੈਂ ਬਿਆਨ ਕਰਾਂਗਾ ਉਹ ਹੀ ਸਹੀ ਹੋਣਗੇ, ਜਿਹੜੀ ਹਦੀਸ ਨੂੰ ਮੈਂ ਹਦੀਸ ਆਖਾਂਗਾ ਉਹੀ ਸਹੀ ਹਦੀਸ ਹੋਵੇਗੀ, ਬਾਕੀ ਰੱਦੀ ਕੀ ਟੋਕਰੀ में, ਤੇ ਉਸ ਬਾਨੀ ਦੇ ਇਸ ਕੋਲ ਨੂੰ ਕਿੱਥੇ ਲੈ ਕੇ ਜਾਵੋਗੇ? ਇਹ ਵੇਓ ਫਾ ਜਿਹੜਾ ਗਲੇ ਪੈ ਗਿਆ। पहले से वो स्टेप का जवाब देंगे तो मिर्जा ऑटोमेटिकली रसालत दी कैटेगरी को बाहर कर देंगे। ओली मर्च ले आके खड़ा करन दे ते ओली मर्च और ले आके खड़ा करन दे तो कुरान करीम का फैसला है कि तनाज़ा हो सकता है। मिर्जा साहब ਦਾ ਕੋਲ ਮੌਜੂਦ ਹੈ ਨਾ ਕਿ ਜਿਹੜੀ ਹਦੀਸ ਨੂੰ ਮੈਂ ਚਾਹਾਂ ਉਹਨੂੰ ਹਦੀਸ ਆਖਾਂ ਤੇ ਜਿਹੜੀ ਹਦੀਸ ਨੂੰ ਮੈਂ ਰੱਦ ਕਰਾਂ ਮੇਰੀ ਮਰਜ਼ੀ ਹੈ, ਮੇਰੇ ਜਿਸਮ ਮੇਰੀ ਮਰਜ਼ੀ। ਆਮਰ ਹੱਕ ਦੇ ਤੇ ਪਹਿਲੀ ਗੱਲ ਹੀ ਕੀਤੀ ਇਹਨਾਂ ਨੂੰ ਕਿਸੇ ਤਾਂ ਆਂਦੇ ਕਿ ਕੁਰਾਨ ਤੇ ਗੱਲ ਕਰੋ, ਲੋ ਜੀ ਪਹਿਲਾਂ ਕੁਰਾਨ ਹੀ ਖੋਲ ਲੈਣੇ ਆ। ਉਹ ਜਿਹੜੇ ਕੁਰਾਨ ਦੀਆਂ ਨਿੱਕੀਆਂ ਦਿਮਾਗੀਆਂ ਨੇ, ਕਿਉਂਕਿ ਮਿਰਜ਼ਾ ਸਾਹਿਬ ਨਿੱਕੀਆਂ ਕੋਪਰੀਆਂ ਨੇ ਤੇ ਦਿਮਾਗੀਆਂ ਨੇ, ਇਹਨਾਂ ਨੂੰ ਗੱਲ ਸਮਝ ਨਹੀਂ ਆਈ, ਗੱਲ ਉਹਨੇ ਕੀਤੀ ਆ ਆਮਰ ਹੱਕ। ਮਿਰਜ਼ਾ ਸਾਹਿਬ ਦਾ ਤੇ ਪਹਿਲਾ ਨਾਰਾ ਹੀ ਮੇਰਾ ਜਿਸਮ ਮੇਰੀ ਮਰਜ਼ੀ ਵਾਲਾ ਨਾ, ਕਿ ਜਿਹੜੀਆਂ ਹਦੀਸਾਂ ਨੂੰ ਮੈਂ ਚਾਹਾਂ ਹਦੀਸ ਆਖਾਂ ਤੇ ਕੁਰਾਨ ਦੇ ਜਿਹੜੇ ਮਾਨੀ ਮੈਂ ਕਰਾਂ ਉਹੀ ਮਾਨੀ ਲੈ ਜਾਣਗੇ। बिल्कुल तो बाकी पीछे की बचा? पहले रसूल थे, मिर्जा साहब पूरे नहीं उतरे। फरुद्दु अल्लाह व रसूल, ए थे जड़ा रसूल मुराद है केड़ा? रसूल अरबी या रसूल कदरी? बिल्कुल जी, फ्रीडम ऑफ स्पीच आए जी। अस्सलाम वालेकुम आमर भाई। यार अब्दुल्ला, एक पासे तुसी मतलब कि अपने इस्लाम दी यानी तुसी प्रचार करते हो ਤੇ ਤੁਸੀਂ ਉਹਨੂੰ ਮਿਰਜ਼ਾ ਕਿਉਂ ਨਹੀਂ ਕਹਿੰਦੇ, ਨਾਲ ਸਾਹਿਬ ਕਿਉਂ ਲਾਉਂਦੇ ਹੋ? ਅਸੀਂ ਸੀਨ ਅਲੀ ਬੇ ਵਾਲਾ ਸਾਹਿਬ ਲਾਣੇ, ਉਹਦਾ ਮਤਲਬ ਹੁੰਦਾ ਗਾਲੀ ਪਾਸ। ਨਹੀਂ ਗੱਲ ਖੁੱਲ ਕੇ ਕਰੋ ਹੈ ਕਿ ਮੇਰੇ ਨਹੀਂ ਇਹਦਾ ਕਿਤਾਬ ਵਿੱਚ ਮਿਰਜ਼ਾ ਸਾਹਿਬ ਹੀ ਲਿਆ ਵੇ, ਮਿਰਜ਼ਾ ਜੀ ਵੀ ਨਹੀਂ। ਇਹਦਾ ਨਾਲੇ ਸਾਦਾ ਜਿਹਾ ਜਵਾਬ ਹੈ ਵੇ ਨਾ ਕਿ ਤੁਸੀਂ ਆਪਣੀ ਬਰਾੜ ਦੇ ਬਹਿ ਕੇ ਉਹਨੂੰ ਜੋ ਮਰਜ਼ੀ ਆਖੋ ਤੇ ਅਸੀਂ ਆਪਣੀ ਬਰਾੜ ਦੇ ਬਹਿ ਕੇ ਜੋ ਮਰਜ਼ੀ ਆਖੀਏ। ਸਾਰਿਆਂ ਦੀ ਆਪਣੀ ਮਰਜ਼ੀ ਹੈ ਜਾਂ ਤੁਹਾਡੀ ਮਰਜ਼ੀ ਨਾਲ ਹੈ ਚੱਲਣਾ? ਇਹ ਤਾਂ ਫਿਰ ਇੱਥੇ ਡਬਲ ਸਟੈਂਡਰਡ ਹੋ ਗਿਆ ਨਾ। ਫਿਰ ਨਹੀਂ, ਡਬਲ ਸਟੈਂਡਰਡ ਨਹੀਂ ਹੋ ਗਿਆ ਨਾ, ਹਰ ਬੰਦੇ ਦੀ ਦਾਵਤ ਦਾ ਤਰੀਕੇਕਾਰ ਆਪਣਾ ਹੁੰਦਾ ਹੈ। ਇਹ ਤਾਂ ਨਹੀਂ ਹੁੰਦਾ ਨਾ ਕਿ ਜਿਹੜਾ ਤਰੀਕਾ ਤੁਹਾਡਾ ਵੇ ਕਿ ਸਾਰੀ ਦੁਨੀਆ ਤੁਹਾਡੇ ਤਰੀਕੇ ਨਾਲ ਚੱਲੇਗੀ। ਨਹੀਂ ਆਪਣਾ ਅਬੂ ਬਕਰ ਵੀਰ, ਅਬੂ ਬਕਰ ਭਾਈ ਇਹ ਇਹਨਾਂ ਦੀ ਗੱਲ ਕਰਨੀ ਨਹੀਂ ਬਣਦੀ, ਵੈਸੇ ਸ਼ਾਨੀ ਕਰਨ ਆਏ ਫਰੀਡਮ ਸਾਹਿਬ ਇਹ ਤੇ ਉਹ ਖੋਲ ਕੇ ਤੇ ਬੈਗ ਮਿਰਜ਼ਾ ਸਾਹਿਬ ਮਿਰਜ਼ੇ ਕਾਦਿਆਨੀ ਨੂੰ ਗਾਲਾਂ, ਫਿਰ ਤੇ ਤੁਸੀਂ ਭਾਵੇਂ ਜਿਹੜੇ ਮਰਜ਼ੀ ਲਫ਼ਜ਼ ਇਸਤੇਮਾਲ ਕਰ ਲਵੋ, ਫਿਰ ਕੋਈ ਨਹੀਂ ਮਸਲਾ ਹੈ।
ਤੇ ਜੇ ਅਸੀਂ ਨਹੀਂ ਹਾਲੇ ਇਹਨੂੰ ਤੇ ਸਾਡੇ ਪੰਜਾਬੀ ਗੱਲ ਕਰਨੀ ਹੈ, ਕਿਸੇ ਨਾਲ ਇਲਮੀ ਡਿਬੇਟ ਕਰਨੀ ਹੈ, ਤਾਂ ਫਿਰ ਉਹਦੇ ਵਿੱਚ ਕੁਝ ਜਿਹੜਾ ਕੋਲੋਂ ਜ਼ਾਬਤ ਵੀ ਹੁੰਦਾ। ਭਾਈ ਕਦੀ ਤੁਸੀਂ ਉਹਨਾਂ ਦੇ ਮੂੰਹ 'ਚ ਸੁਣਿਆ ਮੁਹੰਮਦ ਸਾਹਿਬ ਜਾਂ ਮੂਸਾ ਸਾਹਿਬ ਜਾਂ ਜੀ ਸੁਣਿਆ ਜੀ ਉਹ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਕੁਝ ਸੁਣ ਸੁਣਿਆ ਹੋਵੇ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ। ਇੱਕ ਮਿੰਟ ਜੀ, ਉਹ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਕਹਿੰਦੇ ਨੇ, ਹੁਣ ਕੀ ਕਰੀਏ? ਉਹਨਾਂ ਨੂੰ ਮਨਾ ਕਰੀਏ? ਨਾ ਆਖੋ। ਨਹੀਂ ਉਹ ਤੇ ਠੀਕ ਹੈ, ਉਹਨਾਂ ਦੀ ਮਜਬੂਰੀ ਹੈ, ਲੇਕਿਨ ਹੁਣ ਅਬੂ ਬਕਰ ਸਾਹਿਬ, ਮੈਂ ਤੁਹਾਨੂੰ ਸਾਫ਼ ਕਹਿ ਰਿਹਾ ਜੀ ਤੁਸੀਂ ਇਸ ਟਾਈਮ ਮੇਰੇ ਸਾਹਮਣੇ ਤੁਸੀਂ ਮੇਰੇ ਨਾਲ ਗੱਲ ਪੇ ਕਰਦੇ ਅੱਛਾ ਤੁਹਾਨੂੰ ਇਹ ਕਿ ਅਬੂ ਬਕਰ ਸੱਲੱਲਾਹੁ ਅਲੈहि ਵਸੱਲਮ ਅੱਛਾ ਨਹੀਂ ਇਹ ਤਾਂ ਤੁਸੀਂ ਤੋਹੀਨ ਕਰਦੇ ਹੋ ਨਾ ਪਿਓ ਹੁਣ। ਔਰ ਇਹ ਨਬੀ ਵੀ ਤੁਸੀਂ ਵੇਖੋ ਨਾ, ਆਪ ਮੁਸਲਮਾਨ ਹੋ ਖੈਰ ਨਾਲ, ਤੇ ਤੁਸੀਂ ਸੱਲੱਲਾਹੁ ਅਲੈहि ਵਸੱਲਮ ਜਦੋਂ ਕਿਸੇ ਗੈਰੇ ਨਬੀ ਨੂੰ ਬੋਲਦੇ ਹੋ ਪਏ ਤੇ ਤੁਸੀਂ ਤੇ ਸਿੱਧੀ ਰਸੂਲ ਸੱਲੱਲਾਹੁ ਅਲੈहि ਵਸੱਲਮ ਦੀ ਤੋਹੀਨ ਕਰਦੇ ਹੋ ਪਏ। ਸਰ ਮੈਂ ਗੱਲ ਕਰ ਦੀ ਬਜਾਏ ਇਹਨਾਂ ਨੂੰ ਇੱਕੋ ਸਵਾਲ ਪੁੱਛੋ ਕੀ ਨਾਂ ਇਹਨਾਂ ਦਾ? ਫਰੀਦਮ ਸਾਹਿਬ ਜੀ ਤੇ ਪੀਰ ਮੇਰ ਅਲੀ ਸ਼ਾਹ ਨੇ ਆਪਣੀ ਕਿਤਾਬ ਮਿਰਜ਼ਾ ਸਾਹਿਬ ਲਿਖਿਆ ਕਿ ਮਿਰਜ਼ਾ ਕਾਦੀਆਨੀ ਲਿਖਿਆ? ਮੈਂ ਅਮਰ ਭਾਈ, ਮੈਂ ਤੁਸੀਂ ਯਕੀਨ ਕਰੋ ਕਿ ਜੋ ਅੱਲਾਹ ਔਰ ਹਦੀਸਾਂ ਜਾਂ ਕੁਰਾਨ ਜਾਂ ਹਦੀਸਾਂ ਅਗਰ ਉਹਦੇ ਵਿੱਚ ਮਿਰਜ਼ਾ ਸਾਹਿਬ ਲਿਖਿਆ ਨਾ ਤੇ ਮੈਂ ਮਿਰਜ਼ਾ ਸਾਹਿਬ ਕਹਾਂਗਾ। ਇਨਸਾਨ ਦੀ ਕਿਤਾਬਾਂ ਚੋਂ ਮੈਂ ਨਹੀਂ ਕਹਿ ਸਕਦਾ। ਕੁਰਾਨ ਤੇ ਹਦੀਸ ਵਿੱਚ ਤੇ ਮਿਰਜ਼ਾ ਕਾਦੀਆਨੀ ਦਾ ਵਜੂਦ ਹੀ ਨਹੀਂ ਹੈ। ਹਾਂ ਤੇ ਫਿਰ ਇਹਦਾ ਮਤਲਬ ਫਿਰ ਇਹ ਗੱਲ ਤੁਸੀਂ ਸਹੀ ਕਰ ਰਹੇ ਨਾ ਹੁਣ, ਕਿ ਫਿਰ ਉਹ ਬੰਦੇ ਨੂੰ ਤੁਸੀਂ ਇੰਨੀ ਇੱਜ਼ਤ ਕਿਉਂ ਦੇ ਰਹੇ ਹੋ? ਜਿਹੜੀ ਚੀਜ਼ ਦਾ ਵਜੂਦ ਕੁਰਾਨ ਔਰ ਹਦੀਸ 'ਚ ਨਾ ਹੋਵੇ, ਜਿਹੜਾ ਫਿਤਨਾ ਉਹਨਾਂ ਤੋਂ ਬਾਅਦ ਪੈਦਾ ਹੋਇਆ ਹੋਵੇ, ਨਬੀ ਅਲੈਹਿਸਲਾਮ ਦੇ ਦੌਰ ਤੋਂ ਬਾਅਦ ਪੈਦਾ ਹੋਵੇ, ਉਹ ਜ਼ਾਹਿਰ ਅਸੀਂ ਆਪਣੇ ਅਸਲਾਫ ਦੇ ਤਰੀਕੇ ਨਾਲ ਹੀ ਦੇਖਣਾ ਨਾ ਕਿ ਉਹ ਇਹਨੂੰ ਕਿਸ ਤਰ੍ਹਾਂ ਲੈਂਦੇ ਸਨ। ਪੀਰ ਮੇਰ ਅਲੀ ਸ਼ਾਹ ਨੇ ਆਪਣੀ ਕਿਤਾਬ 'ਚ ਮਿਰਜ਼ਾ ਸਾਹਿਬ ਲਿਖਿਆ ਜਾਂ ਮਿਰਜ਼ਾ ਕਾਦੀਆਨੀ ਲਿਖਿਆ? ਮੁਹੰਮਦ ਹੁਸੈਨ ਬਟਾਲਵੀ ਨੇ ਮਿਰਜ਼ਾ ਸਾਹਿਬ ਲਿਖਿਆ ਜਾਂ ਮਿਰਜ਼ਾ ਕਾਦੀਆਨੀ ਲਿਖਿਆ? ਮੌਲਾਨਾ ਸਨਾਉਲ ਅੰਮ੍ਰਿਤਸਰੀ ਨੇ ਮਿਰਜ਼ਾ ਸਾਹਿਬ ਲਿਖਿਆ ਜਾਂ ਮਿਰਜ਼ਾ ਕਾਦੀਆਨੀ ਲਿਖਿਆ? ਸਾਡੇ ਅਸਲਾਫ ਤੇ ਹੈ ਨਾ, ਅਸੀਂ ਉਹਨਾਂ ਨਾਲ ਵੱਡੇ ਤੇ ਖਤਮੇ ਨਬੂਵਤ ਦੇ ਮੁਜਾਹਿਦ ਨਾ ਬਣ ਗਏ ਹੈ ਕਿ ਸਾਨੂੰ ਆਪਣੇ ਤੇ ਇਹ ਜ਼ੁਲਮ ਹੋ ਗਿਆ ਕਿ ਜਿੰਨਾ ਕੁ ਅਸੀਂ ਜਾਣਦੇ ਆ ਇੰਨਾ ਕੋਈ ਅੱਗੇ ਵੀ ਨਹੀਂ ਸੀ ਜਾਣਦਾ ਤੇ ਅੱਗੋਂ ਵੀ ਨਹੀਂ ਸੀ ਜਾਣਨਾ। ਇਹ ਤੇ ਨਹੀਂ ਸਾਨੂੰ ਜ਼ੁਲਮ ਹੋ ਗਿਆ ਆਪਣੇ ਬਾਰੇ ਪੈਦਾ? ਠੀਕ ਹੈ ਅਮਰ ਭਾਈ, ਮੈਂ ਹੁਣ ਤੁਸੀਂ ਹੁਣ ਇਨਸਾਨਾਂ ਦੀ ਕਿਤਾਬਾਂ ਚੋਂ ਤੁਸੀਂ ਉਹਨੂੰ ਕਿਤਾਬ ਕਹਿ ਰਹੇ ਹੋ ਤੇ ਫਿਰ ਮੈਂ ਤੇ ਕੁਝ ਨਹੀਂ ਕਹਿ ਸਕਦਾ। ਮੈਂ ਤਾਂ ਅਰਜ਼ ਕਰਨਾ ਵੀ ਜੇ ਤੇ ਉਹਨੂੰ ਸਾਹਿਬ ਕਹਿਣਾ ਕੁਫਰ ਹੈ ਤੇ ਜਾਂ ਤਾਂ ਉਹਦੇ ਵਾਸਤੇ ਕੋਈ ਸ਼ਰੀਅਤ ਦੀ ਦਲੀਲ ਪੇਸ਼ ਕਰੋ ਨਾ, ਜੇ ਨਹੀਂ ਤੇ ਆਪਣੇ ਅਸਲਾਫ ਨੂੰ ਦੇਖ ਲਓ ਜਿਸ ਤਰ੍ਹਾਂ ਉਹ ਮੁਖਾਤਬ ਕਰਦੇ ਸਨ ਉਸ ਤਰ੍ਹਾਂ ਮੁਖਾਤਬ ਕਰਨ 'ਚ ਕੋਈ ਹਰਜ ਨਹੀਂ ਹੈ। ਹਾਂ ਅਸੀਂ ਕਈ ਵਾਰੀ ਇੱਥੇ ਦਿਹਾੜੀ ਮਿਰਜ਼ਾ ਕਾਦੀਆਨੀ ਵੀ ਕਹਿੰਦੇ ਆ, ਮਿਰਜ਼ਾ ਦਜਾਲ ਵੀ ਕਹਿੰਦੇ ਆ, ਕਜ਼ਾਬ ਵੀ ਕਹਿੰਦੇ ਆ, ਕੋਈ ਲਫ਼ਜ਼ ਅਸੀਂ ਜਿਹੜੇ ਬੋਲਨੇ ਆ ਨਾ, ਜਿਹੜੇ ਸ਼ਰੀਅਤ ਨੇ ਉਹਦੇ ਬਾਰੇ ਬੋਲੇ ਨੇ, ਅਸੀਂ ਉਹਨਾਂ ਤੋਂ ਕੋਈ ਗੁਰੇਜ਼ ਨਹੀਂ ਕਰਦੇ। ਲੇਕਿਨ ਦਾਵਤ ਤੇ ਤਬਲੀਗ ਹਰ ਵਕਤ ਇੱਕ ਅੰਦਾਜ਼ ਵਿੱਚ ਗੱਲ ਬੰਦਾ ਨਹੀਂ ਕਰ ਸਕਦਾ। ਕਿਸੇ ਵੇਲੇ ਉਹਨੂੰ ਮੁਖਾਤਬ ਸਾਹਮਣੇ ਬੰਦਾ ਬੈਠਾ ਹੈ, ਉਹਨੂੰ ਹੋਰ ਤਰੀਕੇ ਨਾਲ ਮੁਖਾਤਬ ਕਰਨਾ ਪਏਗਾ, ਕਿਉਂ ਤੁਸੀਂ ਗੁਫ਼ਤਗੂ ਕਰ ਰਹੇ ਹੋ, ਤੁਸੀਂ ਉਹਦੀ ਵੀ ਸੁਣਨੀ ਤੇ ਆਪਣੀ ਵੀ ਸੁਣਾਣੀ। ਤੇ ਕਿਸੇ ਵੇਲੇ ਤੁਸੀਂ ਇਕੱਲਿਆਂ ਆਪਸ 'ਚ ਗੱਲ ਵੀ ਕਰਦੇ ਹੋ, ਉਹਦੇ ਵਿੱਚ ਹੋਰ ਅੰਦਾਜ਼ ਉਸ ਗੱਲ ਇਹ ਹੈ ਅਸੀਂ ਉਹਨੂੰ ਮਿਰਜ਼ਾ ਕਾਦੀਆਨੀ ਵੀ ਕਹਿੰਦੇ ਹਾਂ, ਮਿਰਜ਼ਾ ਦਜਾਲ ਵੀ ਕਹਿੰਦੇ ਹਾਂ, ਮਿਰਜ਼ਾ ਕਜ਼ਾਬ ਵੀ ਕਹਿੰਦੇ ਹਾਂ, ਲੇਕਿਨ ਜਦੋਂ ਮਿਰਜ਼ਾਈ ਨਾਲ ਗੱਲ ਕਰਦੇ ਹੋਏ ਮਿਰਜ਼ਾ ਸਾਹਿਬ ਵੀ ਕਹਿੰਦੇ, ਕਿਉਂਕਿ ਸਾਡੇ ਅਸਲਾਫ ਨੇ ਕਿਤਾਬਾਂ ਲਿਖੀਆਂ ਨੇ ਉਹਦੇ 'ਚ ਉਹਨੂੰ ਮਿਰਜ਼ਾ ਸਾਹਿਬ ਕਰਕੇ ਹੀ ਮੁਖਾਤਬ ਕੀਤਾ। ਤੇ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਕਿ ਕੋਈ ਐਡੀਆਂ ਲੜਨ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਬਈ ਹੋਰ ਕੋਈ ਨਾ ਨਕਸ ਲੱਭਿਆ ਤੇ ਉਹਨੇ ਆਖਿਆ ਆਟਾ ਗੁੰਦੀ ਹਿਲਦੀ ਕਿਉਂ ਹੈ। ਇਹੋ ਜਿਹੀਆਂ ਭਰਾਵਾਂ 'ਚ ਜਾ ਕੇ ਤਨਕੀਦਾਂ ਨਹੀਂ ਕਰਨੀਆਂ ਚਾਹੀਦੀਆਂ। ਅਮਰ ਭਾਈ ਦੇਖੋ ਨਾ, ਹੁਣ ਈਸਾ ਅਲੈਹਿਸਲਾਮ ਨੂੰ ਉਹ ਕਿੰਨੀ ਬਦਤਮੀਜ਼ੀ ਕਰਦੇ ਨੇ। ਉਹ ਤਾਂ ਹੈ ਨਹੀਂ ਸ਼ਾਤਮ ਨੇ, ਮਿਰਜ਼ਾਈਅਤ ਨਾ ਹੀ ਸ਼ਾਤਮੀਅਤ ਹੈ ਨਾ, ਸਾਰੇ ਨਬੀਆਂ ਦੀ ਉਹਨਾਂ ਸ਼ਾਤਮੀਅਤ ਕੀਤੀ, ਕਿਸੇ ਨਬੀ ਨੂੰ ਬਖਸ਼ਿਆ ਸਾਰੇ ਅਸਲਾਮ ਨਹੀਂ, ਕਿਹੜੇ ਨਬੀ ਨੂੰ ਛੱਡਿਆ? ਅਸਤਗਫਿਰullah। ਜਿਹੜਾ ਇਹ ਬੰਦਾ ਕਹਿੰਦਾ ਹੈ ਕਿ ਨਬੀ ਪਾਕ ਵਾਸਤੇ ਸਿਰਫ ਚੰਨ ਨੇ ਗਵਾਹੀ ਦਿੱਤੀ, ਮੇਰੇ ਵਾਸਤੇ ਚੰਨ ਤੇ ਸੂਰਜ ਦੋਵਾਂ ਨੇ ਗਵਾਹੀ ਦਿੱਤੀ, ਉਹਦੇ ਨਾਲ ਵੱਡਾ ਨਬੀ ਪਾਕ ਦਾ ਦੁਸ਼ਮਣ ਕੌਣ ਹੋ ਸਕਦਾ ਹੈ? अच्छा आमिर साहब, आपका सोने का टाइम होएगा। सॉरी मैंने फोन लगा, बस आखिरी मेहरबानी करो नहीं यार, मेरे से भी बात कर लें यार, मैं भी मुसलमान सारा दिन ਤੁਹਾਡੇ ਨਾਲ ਕਰਦੇ ਰਹੇ ਨਾ, ਗਲਾ ਵੀ ਬਹਿ ਗਿਆ ਤੁਹਾਡੇ ਨਾਲ। ਤੁਹਾਡੇ ਨਾਲ ਗੱਲ ਕਰਦਾ ਫਾਇਦਾ ਕੋਈ ਨਹੀਂ ਹੈ, ਤੁਸੀਂ ਜਿੱਥੇ ਦੀ ਖੋਤੀ ਉੱਥੇ ਖਲੋਤੀ ਹੈ ਜੇ ਉੱਥੇ ਦੀ ਉੱਥੇ ਖਲੋਤੀ ਕਿਹੜੀ ਕੋ ਮੰਨੀ ਤੁਸੀਂ ਜਿਹੜੀ ਹੈ ਸਾਕੀ ਨਹੀਂ ਉਹ ਮੈਂ ਗਿਆਨੀ ਸਾਹਿਬ ਨੂੰ ਬਰਾਦ ਲਗਾ ਸ਼ੇਅਰ ਕਰਨ, ਉਹ ਕਰ ਲੈਣਗੇ ਵਾਟਰ ਨਾਲ ਗੱਲ। बस आमिर साहब से सवाल ਗੱਲ ਕਰ ਲੈਂਦੇ ਕਰੋ ਵਾਟਰ ਸਾਹਿਬ ਹਰ ਵੇਲੇ इतना बड़ा सवाल का जवाब सिर्फ आप दे सकती हैं यार, ਮਿਹਰਬਾਨੀ ਕਰੋ ਕੱਲ ਕਰ ਲਿਆ। अच्छा चलो कल कर लेते ਸਾਨੂੰ ਆਪਣੇ ਭਾਈ ਨਾਲ ਕੋਈ ਗੱਲ ਕਰ ਲੈਂਦੇ ਕਰੋ। ਤੁਸੀਂ ਹਰ ਵੇਲੇ ਆਪਣਾ ਹੀ ਜਿਹੜਾ ਨਾ ਉਹ
ਕਸ਼ਕੋਲ ਲੈ ਕੇ ਅੱਗੇ ਹੁੰਦੇ ਹੋ ਵੀ ਇਹਦਾ ਕੋਈ ਮਸਲਾ ਹੱਲ ਕਰ ਦਿਓ, ਇਹਦਾ ਕੋਈ ਮਸਲਾ ਹੱਲ ਕਰ ਦਿਓ। ਜਿਸ ਬੰਦੇ ਦੇ ਸਾਹਮਣੇ ਐਡਾ ਵੱਡਾ ਸਬੂਤ ਅੱਗੇ ਰੱਖ ਦਿੱਤਾ ਹੈ, ਉਹ ਫੇਰ ਵੀ ਖਲੋ ਕੇ ਆਦਾ ਹੋਵੇ ਕਿ ਮੈਂ ਮਿਰਜ਼ਾ ਕਾਦੀਆਨੀ ਨੂੰ ਸੱਚਾ ਮੰਨਣਾ ਹੈ, ਤੇ ਉਹਦੀ ਬਦਬਖਤੀ ਹੈ ਕਿਆਮਤ ਵਾਲੇ ਦਿਨ ਆਪਣਾ ਨਤੀਜਾ ਵੇਖ ਲੇਗਾ। ਅਸੀਂ ਕੋਈ ਧੱਕਾ ਤਾਂ ਕਿਸੇ ਨਾਲ ਕਰਨਾ ਹੀ ਨਹੀਂ ਚਾਹੁੰਦੇ। ਇਕਰਾ ਕਿਤਾਬ ਫੀ ਨਫਸਿਕ, ਕੁਰਾਨ ਆਂਦਾ ਕਿਆਮਤ ਵਾਲੇ ਦਿਨ ਅੱਲਾਹ ਤਾਲਾ ਕਹੇਗਾ ਪੜ੍ਹ ਲੈ ਆਪਣੀ ਕਿਤਾਬ, ਪੜ੍ਹ ਲੈ ਆਪਣਾ ਅਮਾਲਨਾਮਾ, ਤੇਰੇ ਵਾਸਤੇ ਕਾਫੀ ਹੈ। ਕਫਾ ਬਿਨਫਸਿਕ, ਤੇਰੇ ਵਾਸਤੇ ਕਾਫੀ ਹੈ ਜੋ ਤੂੰ ਲਿਖ ਕੇ ਲਿਆਂਦਾ ਹੈ, ਜੋ ਤੂੰ ਆਪਣਾ। ਇਹ ਸਾਰੀ ਕੇਸਟ ਉੱਤੇ ਚੱਲੇਗੀ ਨਾ ਵੀ ਤੁਸੀਂ ਉੱਥੇ ਟਿਕਟਾਕ ਤੇ ਸੁਣਿਆ ਸੀ ਕਿ ਤੁਹਾਡਾ ਮਿਰਜ਼ਾ ਕਾਦੀਆਨੀ ਕਹਿੰਦਾ ਸੀ ਕਿ ਮੇਰੇ ਵਾਸਤੇ ਚੰਨ ਤੇ ਸੂਰਜ ਦੋਵਾਂ ਨੇ ਗਵਾਹੀ ਦਿੱਤੀ ਤੇ ਮੁਹੰਮਦ ਰਸੂਲੁल्लाह सल्लल्लाहु अलैहि वसल्लम ਵਾਸਤੇ ਸਿਰਫ ਚੰਨ ਨੇ ਗਵਾਹੀ ਦਿੱਤੀ, ਯਾਨੀ ਮੈਂ ਉਹਨਾਂ ਨੂੰ ਵੱਡਾ ਗਵਾਹੀ ਲੈ ਕੇ ਖਲੋਤੇ ਹਾਂ। ਇਹ ਸੁਣਿਆ ਸੀ ਨਾ ਟਿਕਟਾਕ ਤੇ, ਫਿਰ ਵੀ ਉਸ ਮਰਦੂਦ ਨੂੰ ਮੰਨਦੇ ਰਹੇ ਹੋ। ਇਹਨਾਂ ਦਾ ਈਮਾਨ ਵੇਖੋ ਤੁਸੀਂ, ਖੁਦਾ ਦਾ ਖੌਫ ਹੀ ਕੋਈ ਨਹੀਂ ਇਹਨਾਂ ਖੁਦਾ ਦੀ ਫਿਰ ਅੱਲਾਹ ਤਾਲਾ ਉਸ ਦਿਨ ਕਿਆਮਤ ਵਾਲੇ ਦਿਨ ਆਖੇਗਾ ਵੀ ਜੋ ਕੁ ਤੁਸੀਂ ਆਪਣਾ ਮਾਲਨਾਮਾ ਲੈ ਕੇ ਆਏ ਹੋ ਨਾ, ਇਹਨੂੰ ਪੜ੍ਹਿਓ, ਇਹ ਤੁਹਾਡੇ ਹੱਥ ਦਾ ਲਿਖਿਆ, ਤੁਹਾਡੇ ਆਪਣਾ ਕੀਤੇ, ਇਹ ਤੁਹਾਡੇ ਵਾਸਤੇ ਕਾਫੀ ਹੈ। ਅਮਰ ਭਾਈ ਅਸੀਂ ਸਾਰਾ ਦਿਨ ਸਾਰੀ ਰਾਤ ਭਾਈ ਨਬੀ ਦੀ ਜ਼ਾਤ ਜਿੱਥੇ ਆ ਜਾਵੇ ਉੱਥੇ ਤੇ ਬੰਦੇ ਦੀ ਜ਼ਾਤ ਆਪਣੀ ਖਤਮ ਹੋ ਜਾਂਦੀ ਹੈ। ਤੇ ਪਤਾ ਕੀ ਉੱਥੇ ਅਮਰ ਭਾਈ ਔਰ ਆਪਣਾ ਆਮਿਰ ਨਜ਼ੀਰ ਸਾਹਿਬ, ਉੱਥੇ ਤੁਸੀਂ ਕਹੋਗੇ ਨਾ ਕਿ ਅੱਲਾਹ ਤਾਲਾ ਮੈਂ ਤੇ ਇਹ ਮਿਰਜ਼ਾ ਵੀ ਪੜ ਮੈਨੂੰ ਇਹ ਕਹਿੰਦਾ ਸੀ, ਜਾਂ ਮੈਨੂੰ ਇਹ ਕਿਤਾਬਾਂ ਇਨਸਾਨ ਇਹ ਕਹਿੰਦੇ ਹਨ, ਤੇ ਅੱਲਾਹ ਤਾਲਾ ਕਹੇਗਾ ਤੈਨੂੰ ਕਿਹਨੇ ਕਿਹਾ, ਤੈਨੂੰ ਕਿਹਨੇ ਕਿਹਾ ਕਿ ਕਿਤਾਬਾਂ 'ਚ ਮੂੰਹ ਮਾਰ, ਉਹਨੂੰ ਦੇਖ, ਉਹਦੀ ਸੁਣ। ਜਦੋਂ ਮੈਂ ਤੇਰੇ ਕੋਲ ਇੱਕ ਹੱਕ ਔਰ ਸੱਚ ਮੁਹੰਮਦ ਰਸੂਲ ਨਬੀ ਭੇਜਿਆ, ਅਗਰ ਤੈਨੂੰ ਉਹਨੇ ਜੋ ਕਿਹਾ ਤੂੰ ਉਹਦੇ ਤੇ ਕਿਉਂ ਨਹੀਂ ਬਿਲੀਵ ਕੀਤਾ? ਤੇ ਚੱਲ ਫਿਰ ਹੁਣ ਅੱਗ ਸਾਹਮਣੇ ਨਿਕਲ, ਉੱਥੇ ਕੀ ਕਰੋਗੇ ਫਿਰ? ਅੱਜ ਦਿਹਾੜੀ ਤੇ ਗੱਲ ਕਰਦੇ ਸੀ ਕਿ ਬਈ ਉੱਥੇ ਇਹਨਾਂ ਦਾ ਖਲੀਫਾ ਗਿਆ ਅਸੈਂਬਲੀ 'ਚ ਤੇ ਉਹਨੇ ਆਖਿਆ ਕਿ ਇਹ ਤੇਰੇ हज़रत अकमल ने शेर लिखे ने नबी पाक की गुस्ताखी की थी, तो लिखा है मोहम्मद फिर उतर आए हैं हम में और आगे से हैं बढ़कर अपनी शाम है, मोहम्मद देखने हैं जिसने अकमल गुलाम अहमद को देखे कादियान। इन्हों का खलीफा असैम्बली 1974 पाकिस्तान की कौमी असैम्बली खलो के कहन लगा कि जे ये गल मिर्जा कादियानी के सामने कहता तो मिर्जा कादियानी उन्होंने जमात च कढ़ छड़ना सी। उन्हें आख्या ਉਹਦੇ ਸਾਹਮਣੇ ਕਹੀਏ, ਕਹਿੰਦਾ ਨਹੀਂ ਕਹੀ, ਉਹਨਾਂ ਕੇ ਸਾਹਮਣੇ ਕਹੀ, ਉਹਨੇ ਕਹਿੰਦਾ ਨਹੀਂ ਕਹੀ, ਉਹਨਾਂ ਕੇ ਲਿਆਓ 22 ਅਗਸਤ 1944 ਦਾ ਅਲ-ਫਜ਼ਲ ਅਖਬਾਰ, ਜਿਸ ਵੇਲੇ ਲਿਆਂਦਾ ਉਹਦੇ ਚ ਕਾਜ਼ੀ ਅਕਮਲ ਨੇ, ਜ਼ਹੂਰ ਅਕਮਲ ਨੇ ਆਪ ਲਿਖਿਆ ਕਿ ਮੈਂ ਮਿਰਜ਼ਾ ਕਾਦੀਆਨੀ ਦੇ ਸਾਹਮਣੇ ਸ਼ੇਰ ਪੜ੍ਹੇ। ਉੱਥੇ ਫਬੋਹਿਤ ਅਲਜ਼ੀ ਕਫਰ, ਕੁਰਾਨ ਕਹਿੰਦਾ ਨਾ ਕਾਫਰ ਹੱਕਾ ਬੱਕਾ ਰਹਿ ਗਿਆ, ਮੂੰਹ ਅੱਡ ਕੇ ਉੱਥੇ ਖਲੋ ਰਿਹਾ। ਇਹ ਹੁਣ ਮੈਂ ਕੀ ਜਵਾਬ ਦੇਵਾਂ? ਕਹਿੰਦਾ ਅਲ-ਫਜ਼ਲ ਅਖਬਾਰ ਵਾਲਾ ਤੇ ਜੋ ਮਰਜ਼ੀ ਲਿਖੀ ਜਾਂਦਾ, ਇਹਨੂੰ ਛੱਡੋ ਪਰਾਂ। ਕਹਿਣ ਦਾ ਮਕਸਦ ਹੈ ਕਿ ਇਹਨਾਂ ਆਪਣੀਆਂ ਅੱਖਾਂ ਨਾਲ ਆਪਣੇ ਖਲੀਫਿਆਂ ਨੂੰ ਝੂਠਿਆਂ ਹੁੰਦਿਆਂ ਵੇਖ ਲਿਆ, ਮਿਰਜ਼ੇ ਦੀਆਂ ਗੁਸਤਾਖੀਆਂ ਵੇਖ ਲਈਆਂ ਨੇ। ਉਹਦੇ ਬਾਵਜੂਦ ਅਗਰ ਇਹ ਆਪਣੇ ਆਪ ਨਾਲ ਧੱਕਾ ਕਰਨਾ ਚਾਹੁੰਦੇ ਨੇ, ਇਹਨਾਂ ਨੂੰ ਥੋੜਾ ਜਿਹਾ ਰਿਲੈਕਸ ਕਰ ਦੇਣਾ ਚਾਹੀਦਾ। ਹਰ ਵਕਤ ਇਹਨਾਂ ਦੇ ਮਗਰ ਉਹ ਅਦੜੇ ਦੀ ਖੋਤੀ ਹਾਰ ਲੈ ਕੇ ਇਹਨਾਂ ਨੂੰ ਕੁੱਟਣਾ ਨਹੀਂ ਚਾਹੀਦਾ। ਇਹਨਾਂ ਨੂੰ ਪਰਾਂ ਕਰੋ ਤੇ ਇਹਨਾਂ ਨੂੰ ਆਖੋ ਵੀ ਜਾਓ ਜਾ ਕੇ ਸੋਚੋ, ਅਸੀਂ ਤੁਹਾਨੂੰ 2 ਗੱਲਾਂ 3 ਗੱਲਾਂ ਦੱਸਦੀਆਂ ਨੇ। ਇਹ ਕਈ ਇੱਥੇ ਆਉਂਦੇ ਨੇ ਫਲਾਣੇ ਨੂੰ ਚੁੱਕੋ, ਫਲਾਣੇ ਨਾਲ ਗੱਲ ਕਰੋ, ਕਹਿੰਦੇ ਨਹੀਂ ਯਾਰ ਕੋਈ ਗੱਲ ਵਾਪਸ ਨਹੀਂ ਕਰਾਂਗੇ। ਅਮਰ ਭਾਈ ਦੇਖੋ, ਤੁਸੀਂ ਜਦੋਂ ਤੁਸੀਂ ਮਤਲਬ ਕਿ ਅੱਲੇ ਕੇ ਹੱਟੇ ਕੱਟੇ ਤੁਸੀਂ ਚੱਲ ਫਿਰ ਰਹੇ ਹੋ, ਜਦੋਂ ਤੁਹਾਨੂੰ ਕੋਈ ਬਿਮਾਰੀ ਆਉਂਦੀ ਹੈ ਤੇ ਤੁਸੀਂ ਬਿਸਤਰ ਦੇ ਉੱਪਰ ਲੇਟੇ ਹੁੰਦੇ ਹੋ ਔਰ ਤੁਹਾਨੂੰ ਕੋਈ ਨਾ ਕੋਈ ਮਿਰਜ਼ਾ ਨਜ਼ਰ ਆ ਰਿਹਾ ਹੈ, ਨਾ ਕੋਈ ਮਤਲਬ ਕਿ ਬਾਬਾ ਨਜ਼ਰ ਆ ਰਿਹਾ ਹੈ, ਤੁਹਾਨੂੰ ਇੱਕੋ ਹੀ ਚੀਜ਼ ਨਜ਼ਰ ਆ ਰਹੀ ਹੈ, ਅੱਲਾ ਮੈਨੂੰ ਮਾਫ ਕਰ ਦੇ, ਇੱਕ ਦਫਾ ਮੈਨੂੰ ਮਾਫ ਕਰ ਦੇ, ਅੱਗੋਂ ਮੈਂ ਗਲਤੀ ਨਹੀਂ ਕਰਾਂਗਾ। ਯਾਰ ਕਿੰਨਾ ਅੱਲਾ ਨਾ ਸੀ, ਮਤਲਬ ਕਿ ਮਜ਼ਾਕ ਅੱਲਾ ਨੂੰ ਬਣਾਇਆ ਰਿਹਾ ਸੀ ਯਾਰ। ਜਦੋਂ ਸਾਡੀ ਸਿਹਤ ਠੀਕ ਹੋ ਜਾਂਦੀ ਹੈ ਤੁਸੀਂ ਫੇਰ ਉੱਥੇ ਫੇਰ ਆ ਜਾਂਦੇ ਹੋ। ਇਹਦਾ ਮਤਲਬ ਹੈ ਅਮਰ ਭਾਈ ਇਹਨਾਂ ਦੇ ਹਿਸਾਬ ਨਾਲ ਸੋਚੀਏ ਤੇ ਦਬ ਤੋਂ ਤਬਲੀਗ ਛੱਡ ਛੜੀ ਹੈ। ਨਹੀਂ, ਮੁਸ਼ਕਿਲ ਨਹੀਂ ਛੱਡਣੀ ਚਾਹੀਦੀ, ਬਸ ਕਿਰੇ ਲੱਭ ਗਿਆ ਤੇ ਕੋਈ ਜੁੱਤੀ ਤਰਪੜ ਕਰਕੇ ਪਰਾਂ ਕਰ ਛੋੜ। ਬਾਕੀ ਇਹ ਕਿ ਇਹਨਾਂ ਨੂੰ ਆਪਣਾ ਦਰਦ ਸਰ ਨਾ ਬਣਾਓ ਵੀ ਜ਼ਰੂਰ ਇਹਨਾਂ ਨੂੰ ਬਾਤ ਹੋ ਗਈ ਤੁਹਾਡੀ ਵੀ। अस्सलाम वालेकुम। वालेकुम अस्सलाम। मैं तो एक मिनट ਲਈ ਆਇਆ ਅਮਰ ਭਾਈ, ਬੜੀ ਅੱਛੀ ਗੱਲ ਲੱਗੀ ਤੁਹਾਡੀ ਕਿ ਜ਼ਰੂਰੀ ਨਹੀਂ ਕਿ ਇਹਨਾਂ ਨੂੰ ਉੱਤੇ ਬੁਲਾਇਆ ਜਾਵੇ। ਮੈਂ ਤੇ ਮਤਲਬ ਛੋਟਾ ਮੂੰਹ ਬੜੀ ਬਾਤ, ਤੁਹਾਨੂੰ ਬੁਲਾਣਾ ਹੀ ਜਿਹੜਾ ਕੋਈ ਬੰਦਾ ਗੱਲ ਕਰਨੀ ਜਿਹਨੂੰ ਆਉਂਦੀ ਹੈ ਨਾ ਕੋਈ ਤਮੀਜ਼ ਦੇ ਨਾਲ, ਜਿਹੜੇ ਚਵਲ ਜਿਹੇ ਲੋਕ ਨੇ ਉਹਨਾਂ ਨੂੰ ਬੁਲਾਣਾ ਨਹੀਂ ਚਾਹੀਦਾ। ਔਰ ਕੱਲ ਬੜੀ ਸੋਹਣੀ ਗੱਲ ਕੀਤੀ ਸੀ ਬਲਾਲ ਸਾਹਿਬ, ਅੱਜ ਹੋ ਰਹੀ ਸੀ ਇਹ ਗੱਲ, ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਬੰਦਾ ਆ ਕੇ ਨਾ ਉੱਤੇ ਬਕਵਾਸ ਕਰ ਰਿਹਾ ਸੀ
ਇਹ ਤੁਸੀਂ ਲੋਕ, ਤੁਹਾਡੀ ਹਿੰਮਤ ਹੈਗੀ, ਖੁਦਾ ਦੀ ਕਸਮ ਐਪਰੀਸ਼ੀਏਟ ਕਰਦਾ ਤੁਹਾਡੇ ਸਾਰੇ ਗਰੁੱਪ ਨੂੰ, ਤੁਹਾਡੇ ਦੋਸਤਾਂ ਨੂੰ, ਤੁਹਾਡੇ ਜਿਹੜੇ ਵੀ ਤੁਹਾਨੂੰ ਜਿਹੜੇ ਸੁਣਦੇ ਨੇ, ਤੁਹਾਡੇ ਜਿਹੜੇ ਸਪੈਸ਼ਲੀ ਤੁਹਾਡੇ ਨਾਲ ਬਹਿੰਦੇ ਨੇ, ਇਹਨਾਂ ਨੂੰ ਮੈਂ ਐਪਰੀਸ਼ੀਏਟ ਕਰਦਾ। ਇਹਨਾਂ ਬੜੇ ਹੌਸਲੇ ਵਾਲੇ ਨੇ ਕਿ ਤੁਸੀਂ ਇੰਨਾ ਕੁਛ ਇਹਨਾਂ ਦਾ ਬਰਦਾਸ਼ਤ ਕਰਦੇ ਹੋ। ਇਹ ਤਾਂ 1 ਸਕਿੰਟ ਤੋਂ ਪਹਿਲਾਂ ਥੱਲੇ ਲਾ ਦਿੰਦੇ ਨੇ, ਕਿਸੇ ਵੀ ਮੁਸਲਮਾਨ ਨਾਲ ਗੱਲ ਹੀ ਨਹੀਂ ਕਰ ਸਕਦੇ ਆ। ਇਹ ਬੜੀ ਤੁਹਾਡੀ ਗੱਲ ਬੜੀ ਅੱਛੀ ਲੱਗੀ, ਮੈਂ ਬਸ ਥੱਲੇ ਜਾ ਰਿਹਾ, ਮੈਂ ਗੱਲ ਬੜੀ ਅੱਛੀ ਲੱਗੀ ਹੈ ਕਿ ਉਹਦੇ ਨਾਲ ਗੱਲ ਕਰੋ ਜਿਹਨੂੰ ਕੋਈ ਥੋੜੀ ਬਹੁਤੀ ਗੱਲ ਕਰਨ ਦਾ ਪਤਾ ਵੀ। ਜਿਹੜੇ ਚਵਲ ਲੋਕ ਨੇ ਨਾ, ਇਹਨਾਂ ਨੂੰ ਮੂੰਹ ਨਾਲ ਲਗਾਇਆ ਕਰੋ, ਕਾਦੀਆਨੀ ਜਿਹੜੇ ਆ ਨੇ। ਥੈਂਕ ਯੂ। ठीक है, मैंने इजाजत दो। बहुत बहुत शुक्रिया राणा साहब, अल्लाह खुश रखे साहब। इंशाल्लाह कल ਸਾਹਿਬ ਇਹ ਜਿਹੜੀ ਤੁਸੀਂ ਗੱਲ ਪੇ ਕਰਦੇ ਹੋ, ਉਹਨਾਂ ਨੂੰ ਮੂੰਹ ਨਾ ਲਾਓ, ਇਹਨਾਂ ਨੂੰ ਮੂੰਹ ਲਾਓ, ਲੇਕਿਨ ਇਹਨਾਂ ਨੂੰ ਮੁਹੰਮਦ ਰਸੂਲullah, ਇਬਰਾਹੀਮ अलैहिस्सलाम, ईसा अलैहिस्सलाम